ਸ਼ੇਰੀ ਪੰਜਾਬ AM 600 ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ। ਇਹ ਹੈ ਦ ਨਵਜੋਤ ਢਿੱਲੋਂ ਸ਼ੋ। ਅੱਜ ਦੇ ਇਸ ਸ਼ੋ ਦੇ ਵਿੱਚ ਤੁਹਾਨੂੰ ਮੈਂ ਜੀ ਆਇਆਂ ਨੂੰ ਕਹਿੰਦੀ ਹਾਂ। ਅੱਜ ਹੈ ਬੁੱਧਵਾਰ ਤੁਹਾਡਾ ਇੰਤਜ਼ਾਰ ਹੁੰਦਾ ਹਰ ਵਾਰੀ ਕਿ ਕੋਈ ਨਾ ਕੋਈ ਨਵੀਂ ਸ਼ਖਸੀਅਤ ਇਸ ਪ੍ਰੋਗਰਾਮ ਦਾ ਹਿੱਸਾ ਬਣੇ ਅਤੇ ਅੱਜ ਵੰਡਰਫੁਲ ਵੂਮੈਨਸ ਵੈਨਸਡੇ ਦੇ ਵਿੱਚ ਬਿਲਕੁਲ ਇੱਕ ਵੱਖਰੀ ਸ਼ਖਸੀਅਤ, ਨਵੀਂ ਸ਼ਖਸੀਅਤ ਇਸ ਪ੍ਰੋਗਰਾਮ ਦਾ ਹਿੱਸਾ ਬਣੀ ਹੈ। ਉਹਨਾਂ ਦੀ ਜਰਨੀ ਕੀ ਹੈ ਉਹਦੇ ਬਾਰੇ ਜਾਣਾਂਗੇ। ਅੱਜ ਕਿਉਂ ਉਹ ਸਟੂਡੀਓ ਦੇ ਵਿੱਚ ਨੇ ਉਹਦੇ ਬਾਰੇ ਮੈਂ ਜ਼ਰੂਰ ਦੱਸਣਾ ਚਾਹੁੰਦੀ ਹਾਂ। ਗੁਰਬਖਸ਼ ਸਿੰਘ ਪ੍ਰੀਤਲੜੀ ਉਹਨਾਂ ਨੇ ਬਹੁਤ ਖੂਬਸੂਰਤ ਲਿਖਿਆ ਕਿਸੇ ਦੀ ਸ਼ਖਸੀਅਤ ਬਾਰੇ, ਉਹ ਮੈਂ ਤੁਹਾਡੇ ਨਾਲ ਸਾਂਝਾ ਕਰ ਰਹੀ ਹਾਂ। ਜਿਵੇਂ ਉਹ ਲਿਖ ਰਹੇ ਨੇ, ਕਹਿੰਦੇ ਸ਼ਖਸੀਅਤ ਦੀ ਸੋਹਣੀ ਸਮੱਗਰੀ ਕੀ ਹੈ? ਸ਼ਖਸੀਅਤ ਦੀ ਸੋਹਣੀ ਸਮੱਗਰੀ ਕੀ ਹੈ? ਤੀਖਣ ਬੁੱਧੀ, ਪ੍ਰਭਾਵਸ਼ਾਲੀ ਆਚਾਰ, ਸੁੰਦਰ ਸਿਹਤ, ਚੇਤਨ ਅੱਖਾਂ, ਹਿਤੂ ਸੁਭਾਅ, ਮਧੁਰ ਬੋਲ, ਵਿਸ਼ਾਲ ਹਿਰਦਾ, ਚੌੜੀ ਵਾਕਫੀਅਤ ਅਤੇ ਤਜਰਬਾ, ਹਉਮੈਹੀਣ ਵਿੱਦਿਆ, ਮਨੁੱਖੀ ਹਿਰਦੇ ਦੀ ਪਛਾਣ ਅਤੇ ਨਿਸ਼ਕਾਮ ਹਮਦਰਦੀ। ਕਿਹੜੀ ਸ਼ਖਸੀਅਤ ਹੋ ਸਕਦੀ ਹੈ ਜਿਹਦੇ ਵਿੱਚ ਇਹ ਸਾਰਾ ਕੁਝ ਹੋਵੇ, ਇਹ ਸਾਰੀ ਸਮੱਗਰੀ ਹੋਵੇ? ਅੱਜ ਮੈਂ ਆਪਣੇ ਨਾਲ ਸਟੂਡੀਓ ਦੇ ਵਿੱਚ ਸ਼ਾਮਿਲ ਕਰ ਰਹੀ ਹਾਂ ਕਹਾਣੀਕਾਰਾ ਅਤੇ ਸੋਸ਼ਲ ਐਕਟਿਵਿਸਟ ਨੇ। ਇਹਨਾਂ ਦਾ ਨਾਮ ਹੈ ਗੁਰਮੀਤ ਪਨਾਗ। ਗੁਰਮੀਤ ਪਨਾਗ ਹੋਣਾ ਦਾ ਜ਼ਿਕਰ ਅੱਜ ਕੱਲ੍ਹ ਜਿਹੜਾ ਛਿੜਿਆ ਹੋਇਆ ਹੈ ਉਹ ਸਾਹਿਤ ਦੇ ਖੇਤਰ ਦੇ ਵਿੱਚ ਖਾਸ ਕਰਕੇ ਹੈ। ਸੋਸ਼ਲ ਐਕਟਿਵਿਜ਼ਮ ਕਰਦੇ ਨੇ, ਜਿਵੇਂ ਮੈਂ ਲਿਖਿਆ ਕਿ ਤੁਹਾਡੇ ਨਾਲ ਸਾਂਝੀ ਗੱਲ ਕੀਤੀ, ਨਿਸ਼ਕਾਮ ਹਮਦਰਦੀ ਬਹੁਤ ਸਾਰੇ ਲੋਕਾਂ ਦੇ ਨਾਲ ਉਹਨਾਂ ਨੂੰ ਹੈ। ਪਰ ਸਾਹਿਤ ਦੇ ਖੇਤਰ ਦੇ ਵਿੱਚ ਉਹਨਾਂ ਦਾ ਨਾਮ ਕਿਉਂ ਉੱਭਰ ਕੇ ਸਾਹਮਣੇ ਆਇਆ? ਪਿਛਲੇ ਸਮੇਂ ਦੇ ਦੌਰਾਨ ਉਹਨਾਂ ਨੇ ਇੱਕ ਕਿਤਾਬ ਰਿਲੀਜ਼ ਕੀਤੀ ਕਹਾਣੀਆਂ ਦੀ, ਜਿਸ ਦਾ ਟਾਈਟਲ ਹੈ ਮੁਰਗਾਬੀਆਂ। ਮੁਰਗਾਬੀਆਂ ਇੱਕ ਕਹਾਣੀ ਹੈ ਇਸ ਕਿਤਾਬ ਦੇ ਵਿੱਚ, ਜਿਹੜੀ ਖਾਸ ਕਰਕੇ ਫਸਟ ਨੇਸ਼ਨਸ ਦੇ ਸੰਬੰਧ ਦੇ ਵਿੱਚ ਲਿਖੀ ਗਈ ਹੈ। ਮੇਰੇ ਹਿਸਾਬ ਦੇ ਨਾਲ ਮੁਰਗਾਬੀਆਂ ਇੱਕ ਇਹੋ ਜਿਹੀ ਪੰਜਾਬੀ ਦੇ ਵਿੱਚ ਪਹਿਲੀ ਕਹਾਣੀ ਹੈ, ਜਾਂ ਮੈਂ ਇਹ ਕਹਿ ਸਕਦੀ ਹਾਂ ਕਿ ਗੁਰਮੀਤ ਪਨਾਗ ਪੰਜਾਬੀ ਦੇ ਪਹਿਲੇ ਕਹਾਣੀਕਾਰਾਂ ਨੇ ਜਿਨ੍ਹਾਂ ਨੇ ਇਸ ਵਿਸ਼ੇ ਦੇ ਉੱਤੇ ਕੁਝ ਲਿਖਣ ਦੀ ਕੋਸ਼ਿਸ਼ ਕੀਤੀ ਹੈ, ਔਰ ਉਹ ਵੀ ਸਫਲ ਕੋਸ਼ਿਸ਼ ਕੀਤੀ ਹੈ। ਇਸ ਤੋਂ ਇਲਾਵਾ ਮੁਰਗਾਬੀਆਂ ਕਿਤਾਬ ਦੇ ਵਿੱਚ ਬਹੁਤ ਸਾਰੀਆਂ ਹੋਰ ਕਹਾਣੀਆਂ ਨੇ। ਇਹ ਮੁਰਗਾਬੀਆਂ ਕਿਤਾਬ ਜਿਹੜੀ ਹੈ, ਇਹਦਾ ਜੇ ਤੁਸੀਂ ਟਾਈਟਲ ਦੇਖ ਰਹੇ ਹੋ ਤਾਂ ਤੁਹਾਨੂੰ ਅੰਦਾਜ਼ਾ ਹੋਏਗਾ ਕਿ ਇਹ ਫਸਟ ਨੇਸ਼ਨਸ ਦੇ ਨਾਲ ਜਿਹੜੀ ਜੁੜੀ ਹੋਈ ਕਹਾਣੀ ਮੁਰਗਾਬੀਆਂ, ਉਹਦੇ ਹਿਸਾਬ ਦੇ ਨਾਲ ਹੀ ਇਹ ਤਿਆਰ ਕੀਤਾ ਗਿਆ। ਹੋਰ ਬਹੁਤ ਸਾਰੀਆਂ ਕਹਾਣੀਆਂ ਨੇ ਇਸ ਕਿਤਾਬ ਦੇ ਵਿੱਚ। ਇਸ ਤੋਂ ਇਲਾਵਾ ਕੁਝ ਉਹ ਕਹਾਣੀਆਂ ਵੀ ਨੇ ਜਿਹੜੇ ਇਸ ਕਿਤਾਬ ਤੋਂ ਬਾਅਦ ਦੇ ਵਿੱਚ ਛਪੀਆਂ ਨੇ। ਸੂਲਾਂ ਵਰਗੇ ਪੱਤੇ ਅੱਜ ਕੱਲ੍ਹ ਬਹੁਤ ਜ਼ਿਆਦਾ ਚਰਚਾ ਦੇ ਵਿੱਚ ਹੈ। ਇਸ ਸ਼ਖਸੀਅਤ ਨੂੰ ਅੱਜ ਸਟੂਡੀਓ ਦੇ ਵਿੱਚ ਸੱਦਾ ਦੇਣ ਦੇ ਮੇਰੇ ਬਹੁਤ ਸਾਰੇ ਮਕਸਦ ਨੇ, ਪਰ ਕੁੱਲ ਮਿਲਾ ਕੇ ਮੈਂ ਇਹ ਕਹੂੰਗੀ ਕਿ ਅੱਜ ਦੀ ਸਾਡੀ ਇਹ ਵੰਡਰਫੁਲ ਵੂਮਨ ਹੈ ਗੁਰਮੀਤ ਪਨਾਗ। ਗੁਰਮੀਤ ਜੀ, ਜੀ ਆਇਆਂ ਨੂੰ। ਥੈਂਕ ਯੂ ਨਵਜੋਤ ਜੀ। ਸ਼ੇਰੇ ਪੰਜਾਬ AM 600 ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਮੇਰੀ ਸਤਿ ਸ਼੍ਰੀ ਅਕਾਲ। ਗੁਰਮੀਤ ਜੀ, ਜਦੋਂ ਮੈਂ ਤੁਹਾਡੀ ਕਿਤਾਬ ਪੜ੍ਹ ਰਹੀ ਸੀਗੀ, ਬਹੁਤ ਸਾਰੀਆਂ ਗੱਲਾਂ ਮੇਰੇ ਮਨ ਦੇ ਵਿੱਚ ਆਈਆਂ ਅਤੇ ਮੈਂ ਇਹ ਮਹਿਸੂਸ ਕੀਤਾ ਕਿ ਇਹ ਤੁਹਾਡੀ ਪਹਿਲੀ ਕਿਤਾਬ ਹੈ। ਜਦੋਂ ਕੋਈ ਪਹਿਲੀ ਕਿਤਾਬ ਲਿਖਦਾ ਹੈ, ਮੈਨੂੰ ਆਪਣਾ ਜਿਹੜਾ ਮੇਰਾ ਇਹ ਤਜਰਬਾ ਹੈ, ਜਿੰਨੀਆਂ ਕਿ ਮੈਂ ਕਿਤਾਬਾਂ ਪੜ੍ਹੀਆਂ, ਉਸ ਵੇਲੇ ਸ਼ਾਇਦ ਕਿਤਾਬ ਲਿਖਣ ਦਾ ਜਾਂ ਕੋਈ ਕਹਾਣੀ ਲਿਖਣ ਦਾ ਆਈਡੀਆ ਆਉਂਦਾ ਜਿਸ ਵੇਲੇ ਬੰਦਾ ਨੱਕੋ ਨੱਕ ਭਰ ਜਾਂਦਾ ਹੈ। ਤੁਸੀਂ ਕਹਾਣੀ ਕਦੋਂ ਲਿਖਣੀ ਸ਼ੁਰੂ ਕੀਤੀ? ਤੁਹਾਡੇ ਅੰਦਰ ਕਹਾਣੀ ਕਿਵੇਂ ਜਨਮ ਲਈ? ਕਹਾਣੀ ਨੇ ਕਿੱਦਾਂ ਜਨਮ ਲਿਆ? ਮੇਰਾ ਖਿਆਲ ਹੁਣ ਮੈਨੂੰ ਇੱਥੇ ਆਪਣੀ ਸਿਰਜਣ ਪ੍ਰਕਿਰਿਆ 'ਤੇ ਗੱਲ ਕਰਨੀ ਪਏਗੀ। ਸਾਰੀ ਸਿਰਜਣ ਪ੍ਰਕਿਰਿਆ 'ਤੇ ਲਿਖਣ ਦਾ ਮੇਰਾ ਖਿਆਲ ਸ਼ੁਰੂ ਹੋ ਗਿਆ ਸੀ। ਮੈਂ 9ਵੀਂ 'ਚ ਪੜ੍ਹਦੀ ਸੀ, ਮੈਂ ਗੌਰਮੈਂਟ ਸਕੂਲਾਂ 'ਚ ਪੜ੍ਹਿਆ ਸੀ, ਪਰ ਸਾਡੇ ਘਰ 'ਚ ਫਾਦਰ ਨੇ ਕੁਛ ਇੱਦਾਂ ਦਾ ਮਾਹੌਲ ਸਿਰਜ ਰੱਖਿਆ ਸੀ ਕਿ ਅਸੀਂ ਘਰ ਦੇ ਵਿੱਚ ਇੰਗਲਿਸ਼ ਬੋਲਣੀ ਇੱਕ ਦੂਜੇ ਦੇ ਨਾਲ। ਔਰ ਸਾਡੇ ਘਰ ਇਲਾਸਟ੍ਰੇਟਡ ਵੀਕਲੀ ਨੇ ਆਉਣਾ, ਅਤੇ ਉਸ ਤੋਂ ਬਾਅਦ ਟਾਈਮਸ ਆਫ ਇੰਡੀਆ ਨਿਊਜ਼ਪੇਪਰ ਨੇ ਆਉਣਾ, ਟ੍ਰਿਬਿਊਨ ਨੇ ਆਉਣਾ, ਅਤੇ ਉਹਨਾਂ 'ਚੋਂ ਸਾਨੂੰ ਖਬਰਾਂ ਤਾਂ ਨਹੀਂ ਸੀ ਹਲੇ ਸਾਥੋਂ ਪੜ੍ਹ ਹੁੰਦੀਆਂ, ਅਤੇ ਪਰ ਸਾਨੂੰ ਉਹਨਾਂ ਨੇ ਕਿਹਾ ਸੀ ਤੁਹਾਨੂੰ ਇੰਨੀ ਕੰਜ਼ੰਪਸ਼ਨ ਹੈਗੀ ਹੈ ਕਿ ਤੁਸੀਂ ਸਿਰਫ ਇਹਦੀਆਂ ਜਿਹੜੀਆਂ ਹੈ ਹੈਡਲਾਈਨਸ ਪੜ੍ਹੋ। ਅੱਛਾ, ਇਹ ਜ਼ਰੂਰੀ ਹੈ। ਪੋਲੀਟੀਕਲ ਅਵੇਅਰਨੈਸ ਬਹੁਤ ਜ਼ਰੂਰੀ ਹੈ, ਔਰ ਇਹ ਏਜ ਤੋਂ ਹੀ ਮੈਂ ਸ਼ੁਰੂ ਕਰਨੀ ਹੈ ਤੁਹਾਡੇ 'ਚ। ਸੋ ਉਹ ਟਾਈਮ ਮੈਂ ਹੁਣ ਗੱਲ ਕਰ ਰਹੀ ਹਾਂ 77 78 ਦੀ, ਕਿ ਜਿੱਥੇ ਜਿੱਦਾਂ ਪੇਰੈਂਟਸ ਕਹਿੰਦੇ ਸੀ ਤੁਸੀਂ ਉਹੀ ਕਰਦੇ ਸੀ, ਸੁਣਦੇ ਸੀ ਉਹਨਾਂ ਦੀ ਗੱਲ ਧਿਆਨ ਦੇ ਨਾਲ, ਜੋ ਵੀ ਹੁੰਦਾ ਸੀ। ਕਿੱਥੇ ਰਹਿੰਦੇ ਸੀ? ਕਿੱਥੇ ਬਚਪਨ ਬੀਤਿਆ ਤੁਹਾਡਾ? ਹਾਂਜੀ, ਬਚਪਨ ਤਾਂ ਮੇਰਾ ਬੀਤਿਆ ਆਪਣੇ ਨਾਨਕੇ ਪਿੰਡ ਡਡਹੇੜੀ, ਪਰ ਮੈਂ 8ਵੀਂ ਕਲਾਸ ਤੋਂ ਬਾਅਦ 9ਵੀਂ ਆਪਣੇ ਫਾਦਰ ਹੋਰਾਂ ਦੇ ਕੋਲ, ਘੁੰਗਰਾਣਾ ਪਿੰਡ ਹੈ ਸਾਡਾ ਅਹਿਮਦਗੜ੍ਹ ਦੇ ਕੋਲ, ਅਤੇ ਉੱਥੇ ਚਲੀ ਗਈ ਸੀਗੀ, ਆਪਣੇ ਪੇਰੈਂਟਸ ਦੇ ਕੋਲ ਚਲੀ ਗਈ ਸੀ।
ਤੇ ਉਹ ਤੋਂ ਬਾਅਦ ਸਾਰੀ ਐਜੂਕੇਸ਼ਨ ਉਹ ਤੋਂ ਬਾਅਦ ਸੋ ਪੜ੍ਹਨ ਦਾ ਤੁਹਾਡਾ ਜਿਹੜਾ ਸੀ ਉਸ ਵੇਲੇ ਸਿਲਸਿਲਾ ਸ਼ੁਰੂ ਹੋਇਆ। ਹਾਂਜੀ, ਲਵ ਆਫ ਲਿਟਰੇਚਰ ਉਹ ਮੇਰੇ ਫਾਦਰ ਨੇ ਡਿਵੈਲਪ ਕੀਤਾ ਸਾਡੇ 'ਚ। ਉਹਨਾਂ ਨੇ ਤਰ੍ਹਾਂ ਤਰ੍ਹਾਂ ਦੀਆਂ ਕਿਤਾਬਾਂ ਸਾਡੇ ਵਾਸਤੇ ਇੱਦਾਂ ਸੈਗਰੀਗੇਟ ਕਰਕੇ ਰੱਖੀਆਂ ਹੁੰਦੀਆਂ ਸੀਗੀਆਂ। ਬਾਏ ਦ ਟਾਈਮ ਯੂ ਗੈਟ ਇਨ ਗ੍ਰੇਡ 10 ਵਿਲ ਬੀ ਰੀਡਿੰਗ ਥੀਸ ਬੁੱਕਸ, ਬਾਏ ਦ ਟਾਈਮ ਯੂ ਆਰ ਇਨ ਕਾਲਜ ਵਿਲ ਬੀ ਰੀਡਿੰਗ ਥੀਸ ਬੁੱਕਸ। ਅੱਛਾ। ਈਵਨ ਮੈਨੂੰ ਹਾਲ ਤੱਕ ਯਾਦ ਹੈ ਟੋਲਸਟੋਏ ਦੀ ਵਾਰ ਐਂਡ ਪੀਸ ਵੀ ਇੰਨਾ ਮੋਟਾ ਜਿਹੜਾ ਗ੍ਰੰਥ ਸੀਗਾ ਮੇਰੇ ਸਾਹਮਣੇ ਪਿਆ ਹੁੰਦਾ ਸੀ ਕਿ ਇਹ ਆਪਾਂ ਇਕੱਠੇ ਸ਼ੁਰੂ ਕਰਨੇ, ਛੇਤੀ ਸ਼ੁਰੂ ਕਰਨਾ ਪੜ੍ਹਨਾ ਆਪਾਂ ਇਕੱਠੇ। ਸੋ ਉਹ ਤੋਂ ਬਾਅਦ ਮੈਨੂੰ ਟ੍ਰਿਬਿਊਨ ਦੇ ਵਿੱਚੋਂ ਕੋਈ ਵੀ ਜਿਹੜਾ ਆਰਟੀਕਲ ਹੁੰਦਾ ਸੀ ਛੋਟਾ ਜਿਹਾ ਮੈਨੂੰ ਦੇ ਜਾਂਦੇ ਸੀ ਕਿ ਇਹਦੇ ਡਿਫੀਕਲਟ ਵਰਡਸ ਨੋਟ ਕਰਕੇ ਰੱਖੀ ਡਿਕਸ਼ਨਰੀ 'ਚੋਂ ਆਪ, ਔਰ ਇਹਨੂੰ ਪੜ੍ਹ ਕੇ ਅਤੇ ਉਹ ਤੋਂ ਬਾਅਦ ਮੈਨੂੰ ਦੱਸੀ ਤੈਨੂੰ ਕੀ ਸਮਝ ਆਇਆ। ਜਿੰਨਾ ਕੁ ਆਉਂਦਾ ਸੀ ਮੈਂ ਉਹਨਾਂ ਨਾਲ ਸ਼ੇਅਰ ਕਰ ਦਿੰਦੀ ਸੀ, ਹਾਰਡਲੀ 10% ਆਫ ਇਟ ਔਰ 20% ਆਫ ਇਟ। ਅਤੇ ਫਿਰ ਜਿਹੜਾ ਸਟ੍ਰਿਕਟਲੀ ਜਿਹੜੀ ਉਹਨਾਂ ਦੀ ਹੁੰਦੀ ਸੀ ਕਿ ਹਰ ਰੋਜ਼ ਟ੍ਰਿਬਿਊਨ ਦੇ ਐਡੀਟੋਰੀਅਲ ਨੋਟ ਦੀ ਮੈਨੂੰ ਸਮਰੀ ਬਣਾ ਕੇ ਦਿਖਾਣੀ ਹੈ। ਅੱਛਾ। ਦੈਟ ਵਾਜ਼ ਦ ਮੋਸਟ ਚੈਲੰਜਿੰਗ ਪਾਰਟ ਫॉर ਮੀ ਬਿਕੋਜ਼ ਉਸ ਪੋਲੀਟੀਕਲ ਜਿਹੜੇ ਹੈਗੇ ਨੇ ਸਰੋਕਾਰਾਂ ਨੂੰ ਲੈ ਕੇ ਹਰ ਰੋਜ਼ ਐਡੀਟੋਰੀਅਲ ਛਪਦਾ ਹੁੰਦਾ। ਹਾਲੇ ਤੱਕ ਵੀ ਉੱਦਾਂ ਹੀ ਛਪਦੇ ਨੇ ਐਡੀਟੋਰੀਅਲ ਤਾਂ। ਅਤੇ ਉਹ ਸਾਰਾ ਕੁਝ ਸਮਝਣਾ ਅਤੇ ਉਹਦੀ ਸਮਰੀ ਲਿਖਣੀ, ਮੈਨੂੰ ਲੱਗਦਾ ਜਿੰਨੀ ਕੁ ਮੇਰੀ ਸਮਝ ਸੀਗੀ, ਸਮਰੱਥਾ ਸੀਗੀ, ਉਹਦੇ ਹਿਸਾਬ ਨਾਲ ਮੈਂ ਕਰ ਦਿੰਦੀ ਸੀ। ਐਂਡ ਹੀ ਯੂਜ਼ ਟੂ ਫੀਲ ਪ੍ਰਾਊਡ ਆਫ ਮੀ। ਨੈਵਰ ਸੈਡ ਇਟ, ਹੀ ਵੁੱਡ ਜਸਟ ਗਿਵ ਮੀ ਵਨ ਲੁੱਕ ਸੇਇੰਗ ਦੈਟ ਯੂ ਡਿਡ ਅ ਗੁੱਡ ਜੌਬ। ਅਤੇ ਉਹ ਕਰਦੇ ਕਰਦੇ ਥੋੜ੍ਹਾ ਜਿਹਾ ਲਿਖਣ ਵਾਸਤੇ ਫਲੋ ਬਣ ਗਿਆ। ਅਤੇ ਉਹ ਤੋਂ ਬਾਅਦ ਮੇਰਾ ਖਿਆਲ ਹੈ ਕਿ ਮੈਂ ਜ਼ਿਆਦਾ ਨਹੀਂ ਪੜ੍ਹਿਆ ਹੈਗਾ ਕੋਈ ਲਿਟਰੇਚਰ। ਮੈਂ ਮੈਗਜ਼ੀਨ ਵਗੈਰਾ 'ਚ ਹਮੇਸ਼ਾ ਟੱਚ 'ਚ ਰਹੀ ਹਾਂ, ਮੈਗਜ਼ੀਨ ਖਰੀਦਦੀ ਰਹੀ ਹਾਂ ਇੰਡੀਆ 'ਚ। ਇੱਧਰ ਆ ਕੇ ਤਾਂ ਬਿਲਕੁਲ ਹੀ ਮੈਂ ਛੋਟੇ ਜਿਹੇ ਸ਼ਹਿਰ 'ਚ ਆ ਗਈ, ਬ੍ਰੈਂਡਫੋਰਡ। ਇੱਥੇ ਕੋਈ ਬੰਦਾ ਨਹੀਂ ਸੀ ਲਿਟਰੇਰੀ ਮੇਰੇ ਹਿਸਾਬ ਨਾਲ, ਜਾਂ ਮੈਂ ਨਹੀਂ ਸੀ ਜਾਣਦੀ। ਓ ਮਾਈ ਗਾਡ, ਉਸ ਟਾਈਮ 'ਤੇ ਮੈਂ ਰੀਅਲ ਡਿਪਰੈਸ਼ਨ ਫੀਲ ਕੀਤੀ ਦੈਟ ਮੈਂ ਕਿਤਾਬਾਂ ਨਾਲੋਂ ਬਿਲਕੁਲ ਟੁੱਟ ਗਈ ਹਾਂ। ਮੈਨੂੰ ਕਿਤੋਂ ਕੁਛ ਨਹੀਂ ਮਿਲ ਰਿਹਾ। ਮੈਂ ਲਾਇਬ੍ਰੇਰੀ ਜਾਂਦੀ ਹਾਂ, ਮੈਨੂੰ ਇੰਗਲਿਸ਼ ਬੁੱਕਸ ਤਾਂ ਮਿਲ ਜਾਂਦੀਆਂ। ਮੈਂ ਡੈਨੀਅਲ ਸਟੀਲ, ਨੋਰਾ ਰੋਬਰਟਸ, ਇਹਨਾਂ ਨੂੰ ਪੜ੍ਹਨਾ ਸ਼ੁਰੂ ਕਰਤਾ। ਉਹ ਸਾਰੀਆਂ ਖ਼ਤਮ ਕਰ ਲਈਆਂ ਜਿਹੜੀ ਹੈ ਕੰਟਰਰੀ ਫਿਕਸ਼ਨ। ਅੱਛਾ। ਪਰ ਉਹਦੇ ਨਾਲ ਫਾਇਦਾ ਇਹ ਜ਼ਰੂਰ ਹੋਇਆ ਕਿ ਮੈਨੂੰ ਜਿਹੜੀ ਇੱਥੇ ਇੱਕ ਜਿਹੜੀ ਹੁੰਦੀ ਨਾ, ਇਟ ਗੇਵ ਮੀ ਦੈਟ ਵਿੰਡੋ ਟੂ ਪੀਕ ਇਨਟੂ ਅਮਰੀਕਨ ਲਾਈਫ, ਕੈਨੇਡੀਅਨ ਲਾਈਫ, ਕਿਉਂਕਿ ਉਹ ਲਾਈਫ ਸਟਾਈਲ ਵਗੈਰਾ ਸਾਰਾ ਉਹ ਜਿਹੜੇ ਕੰਟੈਂਪਰੇਰੀ ਫਿਕਸ਼ਨ 'ਚ ਆ ਹੀ ਜਾਂਦਾ। ਅਤੇ ਉਹਦਾ ਮੈਨੂੰ ਇਹ ਬੜਾ ਫਾਇਦਾ ਹੋਇਆ। ਅਤੇ ਫਿਰ ਮੈਂ ਸਾਡਾ ਲੋਕਲ ਨਿਊਜ਼ਪੇਪਰ ਛਪਦਾ ਸੀਗਾ ਦ ਐਕਸਪੋਜ਼ਿਟਰ, ਉਹਦੇ ਵਾਸਤੇ ਮੈਂ ਛੋਟੀਆਂ ਚੀਜ਼ਾਂ ਲਿਖ ਕੇ ਭੇਜਣੀਆਂ ਸ਼ੁਰੂ ਕਰਤੀਆਂ ਅੰਗਰੇਜ਼ੀ 'ਚ। ਅਤੇ ਉਹ ਛਪ ਵੀ ਜਾਂਦੀਆਂ ਸੀਗੀਆਂ। ਅਤੇ ਮੈਨੂੰ ਉਦੋਂ ਹੀ ਪਤਾ ਲੱਗਦਾ ਸੀ ਜਦੋਂ ਬਾਈ ਮੇਲ ਉਹ ਕਦੇ ਮੈਨੂੰ ਮੱਗ ਭੇਜ ਦਿੰਦੇ ਸੀ ਐਕਸਪੋਜ਼ਿਟਰ। ਅੱਛਾ। ਬਿਕੋਜ਼ ਉਹਨਾਂ ਨੇ ਮੈਂ ਕਿਹੜਾ ਉਹਨਾਂ ਦੇ ਕੋਈ ਜਿਹੜਾ ਸੀ ਕੋਈ ਪੈਨਲ 'ਤੇ ਸੀਗੀ ਜਾਂ ਕੁਛ ਸੀ। ਅਤੇ ਮੈਂ ਜ਼ਬਰਦਸਤੀ ਜਿਹੜੀ ਹੈਗੀ ਆਪਣੀ ਜਿਹੜੀ ਹੈਗੀ ਉਹ 'ਚ ਦਬੜ ਘੁਸੜ ਕੀਤੀ ਸੀ। ਕੰਟਰੀਬਿਊਟਰ ਆਪਣੇ ਆਪ ਹੀ ਬਿਨਾਂ ਉਹਨਾਂ ਨੂੰ ਪੁੱਛੇ ਆਪ ਹੀ ਭੇਜ ਦੇਣਾ ਕਿ ਚਲੋ ਜੇ ਛਪ ਗਿਆ ਦੇਖੀ ਜਾਏਗੀ। ਕਿੱਦਾਂ ਦਾ ਲਿਖਦੇ ਸੀ ਤੁਸੀਂ? ਮੇਰੇ ਟੌਪਿਕ ਇੱਦਾਂ ਹੁੰਦੇ ਸੀਗੇ, ਵੀ ਆਰ ਦ ਏਜਿੰਗ ਪੇਰੈਂਟਸ ਆਫ ਅ ਸਮਾਲ ਚਾਈਲਡ। ਅੱਛਾ। ਸਮਥਿੰਗ ਲਾਈਕ ਦੈਟ, ਜੋ ਵੀ ਮੇਰੇ ਦਿਮਾਗ 'ਚ ਆਉਂਦਾ ਸੀਗਾ, ਮੇਰੇ ਵਰੀਜ਼, ਮੇਰੇ ਕੰਸਰਨਸ ਲਾਈਫ ਨੂੰ ਲੈ ਕੇ, ਅਤੇ ਮੈਂ ਉਹਦੇ ਬਾਰੇ ਹੀ ਲਿਖ ਦਿੰਦੀ ਸੀ। ਅਤੇ ਉਹ ਛਪ ਜਾਂਦਾ ਸੀਗਾ। ਉਹ ਮੈਨੂੰ ਜਦ ਮੱਗ ਆਉਂਦਾ ਸੀ, ਮੇਰੇ ਮੱਗਸ ਦੀ ਕਲੈਕਸ਼ਨ ਹੋ ਗਈ ਉੱਥੇ 10-12 ਮੱਗਸ ਦੀ। ਐਂਡ ਆਈ ਯੂਜ਼ ਟੂ ਫੀਲ ਵੈਰੀ ਪ੍ਰਾਊਡ ਆਫ ਇਟ। ਘਰ 'ਚ ਜੇ ਕਦੇ ਵੀ ਕੋਈ ਆਉਂਦਾ ਅਤੇ ਮੈਂ ਉਹਨਾਂ ਨੂੰ ਦੱਸਦੀ ਸੀ ਮੈਨੂੰ ਐਕਸਪੋਜ਼ਿਟਰ ਵਾਲੇ ਭੇਜਦੇ ਨੇ, ਕਿਉਂਕਿ ਮੈਂ ਉਹਨਾਂ ਵਾਸਤੇ ਲਿਖਦੀ ਹਾਂ। ਔਰ ਕਿਸੇ ਦੇ ਕੰਨ 'ਤੇ ਕੋਈ ਜੂੰ ਨਹੀਂ ਸੀ ਸਰਕਦੀ ਮੇਰੇ ਦੱਸਣ ਦੀ। ਅਤੇ ਹੌਲੀ ਹੌਲੀ ਮੈਂ ਦੱਸਣਾ ਵੀ ਬੰਦ ਕਰਤਾ। ਬਟ ਇਟ ਵਾਜ਼ ਜਸਟ ਫॉर ਮੀ ਦੈਟ ਇਟ ਵਾਜ਼ ਦੇਅਰ। ਅਤੇ ਉੱਪਰੋਂ ਬਿਜ਼ਨਸ ਦਾ ਵੀ ਸੀ ਪ੍ਰੈਸ਼ਰ ਕਿ ਅਸੀਂ ਨਵਾਂ ਬਿਜ਼ਨਸ ਸੈਟਅਪ ਕਰ ਰਹੇ ਹਾਂ, ਜਿੱਥੇ ਅਸੀਂ ਦਿਨ ਰਾਤ ਕੰਮ ਕਰ ਰਹੇ ਹਾਂ ਉਹਦੇ 'ਤੇ। ਰਾਤ ਨੂੰ ਵੀ ਮਸ਼ੀਨਾਂ ਚੱਲ ਰਹੀਆਂ, ਦਿਨੇ ਚੱਲ ਰਹੀਆਂ, ਸਾਡੀਆਂ ਆਪਣੀਆਂ ਮਸ਼ੀਨਾਂ ਨੇ, ਅਤੇ ਅਸੀਂ ਇੰਪਲੋਈ ਕੋਈ ਹਲੇ ਅਫੋਰਡ ਨਹੀਂ ਕਰ ਸਕਦੇ ਜੀ। ਅਤੇ ਉਹ ਪ੍ਰੈਸ਼ਰ ਸੀਗਾ। ਔਰ ਉਹਦੇ 'ਚ ਮੈਨੂੰ ਮਸ਼ੀਨਾਂ ਚਲਾਉਂਦੇ ਵੀ ਆਪਣੀਆਂ ਕਿਤਾਬਾਂ ਯਾਦ ਆਇਆ ਕਰਨ। ਮੈਂ ਕੁਛ ਪੜ੍ਹਨਾ ਸੀਗਾ ਅਤੇ ਮੈਨੂੰ ਪਤਾ ਨਹੀਂ ਕਿਸੇ ਨੇ ਇੱਕ ਵਾਰ ਕਿਹਾ ਸੀਗਾ ਕਿ ਉਹ ਤਾਂ ਤੂੰ ਜ਼ਰੂਰ ਪੜ੍ਹਨੀ ਹੈ। ਅਤੇ ਮੈਨੂੰ ਕਿਸੇ ਨੇ ਕਿਹਾ ਸੀਗਾ ਹਿੰਟਸ ਟੂ ਸੈਲਫ ਕਲਚਰ ਹਰਦਿਆਲ ਐਮ ਏ ਦੀ ਪੜ੍ਹਨੀ ਹੈ। ਮੈਂ ਤਾਂ ਉਹ ਵੀ ਨਾ ਪੜ੍ਹ ਸਕੀ। ਮੈਂ ਐਵੇਂ ਬਿਨਾਂ ਪੜ੍ਹੇ ਹੀ ਇੱਧਰ ਨੂੰ ਆ ਗਈ। ਇੱਦਾਂ ਦਾ ਕੁਛ ਮੇਰੇ ਦਿਮਾਗ 'ਚ ਚੱਲੀ ਜਾਇਆ ਕਰੇ। ਅਤੇ ਫਿਰ ਬਿਜ਼ਨਸ ਥੋੜ੍ਹਾ ਜਿਹਾ ਠੀਕ ਹੋਇਆ, ਅਪਲਿਫਟ ਹੋਇਆ। ਅਤੇ ਮੈਂ ਫਿਰ ਆਪਣੇ ਹਸਬੈਂਡ ਨੂੰ, ਜੈਂਕ ਪਨੈਗ ਨੂੰ ਕਿਹਾ ਮੈਂ ਨਾ ਹੁਣ ਥੋੜ੍ਹਾ ਜਿਹਾ ਪੰਜਾਬੀ ਕਲਚਰ 'ਚ ਵੀ ਇਨਵੋਲਵ ਹੋਣਾ ਚਾਹੁੰਦੀ ਹਾਂ ਕਿ ਉੱਥੇ ਕੀ ਹੋ ਰਿਹਾ। ਸੋ ਪੰਜਾਬੀ ਲੋਕਾਂ ਨਾਲ ਬਹੁਤੇ ਤੁਸੀਂ ਇਨ ਟੱਚ ਨਹੀਂ ਸੀ? ਹਾਂਜੀ, ਮੈਂ ਹੁਣ ਉਹ ਵੈਸੇ ਸੋਸ਼ਲੀ ਇਨ ਟੱਚ ਸੀ, ਲਿਟਰੇਰੀ ਲੈਵਲ 'ਤੇ ਮੈਨੂੰ ਕੋਈ ਨਹੀਂ ਸੀ ਮਿਲ ਰਿਹਾ। ਅਤੇ ਉਹਦੇ ਵਾਸਤੇ ਮੈਨੂੰ ਬਰੈਂਪਟਨ ਜਾਣਾ ਪੈਣਾ ਸੀ। ਅਸੀਂ ਬਰੈਂਪਟਨ ਨੂੰ ਟੋਰਾਂਟੋ ਹੀ ਕਹਿ ਦਿੰਦੇ ਹਾਂ। ਬਰੈਂਪਟਨ ਜਾਣਾ ਪੈਣਾ ਸੀ, ਉੱਥੇ ਆਪਣਾ ਗੜ੍ਹ ਹੈ ਅਤੇ ਉੱਥੇ ਜਾਣਾ ਪੈਣਾ ਸੀ। ਉਹ ਸਾਡੇ ਤੋਂ ਹੈ ਕੋਈ 110-115 ਕਿਲੋਮੀਟਰ ਦੂਰ, ਅਤੇ ਡਰਾਈਵ ਹਾਲੇ ਕਰਦੀ ਨਹੀਂ ਸੀ। ਕਾਰ ਬੜੀ ਲੇਟ ਸਿੱਖੀ। ਅਤੇ ਜਾਣਾ ਕਿੱਦਾਂ ਸੀ, ਜੈਂਕ 'ਤੇ ਡਿਪੈਂਡੈਂਟ ਸੀ। ਔਰ ਉਹ ਮੈਨੂੰ ਲੈ ਵੀ ਜਾਂਦੇ ਸੀ, ਪਰ ਉਹ ਕਹਿੰਦੇ ਸੀ ਮੈਂ ਇੰਨੀ ਵਾਰ ਨਹੀਂ ਲਿਜਾ ਸਕਦਾ ਕਿ ਮਹੀਨੇ 'ਚ 4-5 ਵਾਰ ਮੈਂ ਉੱਥੇ ਇੱਦਾਂ ਜਾਵਾਂ, ਮੈਂ ਕੰਮ ਵੀ ਦੇਖਣਾ। ਠੀਕ ਹੈ। ਅਤੇ ਤੂੰ ਆਪਣੀ ਕੋਈ ਇੱਥੇ ਫਰੈਂਡ ਬਣਾ ਲੈ, ਉਹਦੇ ਨਾਲ ਚਲੀ ਜਾਇਆ ਕਰ। ਅਤੇ ਉਹ ਨਹੀਂ ਸੀ ਹੋ ਸਕਦਾ। ਅਤੇ ਬਸ ਕਰਦੇ ਕਰਾਉਂਦੇ ਫਿਰ
ਵਿਸ਼ਵ ਪੰਜਾਬੀ ਕਾਨਫਰੰਸ ਮੈਂ ਪੇਪਰ 'ਚ ਪੜ੍ਹ ਲਿਆ, ਜਿਹੜੇ ਅੱਛਾ। ਆਪਣਾ ਮਿਲਦੇ ਹੈ, ਆਪਣੇ ਆਪ ਛਪਦੇ ਪੇਪਰ। ਉਦੋਂ ਤੱਕ ਤੁਸੀਂ ਪੰਜਾਬੀ 'ਚ ਲਿਖਣਾ ਨਹੀਂ ਸ਼ੁਰੂ ਕੀਤਾ ਹਾਂਜੀ, ਸੀ? ਪੰਜਾਬੀ 'ਚ ਨਹੀਂ ਸੀ ਮੈਂ ਲਿਖਣਾ ਸ਼ੁਰੂ ਕੀਤਾ। ਹਾਂ ਹਾਂ। ਅਤੇ ਪਰ ਮੈਂ ਹਾਲੇ ਵੀ ਡਬਲ ਮਾਈਂਡਡ ਇਹ ਸੀਗੀ ਕਿ ਮੈਂ ਇੰਗਲਿਸ਼ 'ਚ ਲਿਖ ਤਾਂ ਲੈਂਦੀ ਸੀ, ਪਰ ਮੈਨੂੰ ਉਹਦੀ ਕੋਈ ਸੈਟਿਸਫੈਕਸ਼ਨ ਨਹੀਂ ਸੀ ਹੁੰਦੀ ਲਿਖ ਕੇ, ਕਿ ਐਟ ਦ ਐਂਡ ਆਫ ਦਾ ਡੇ ਜਦੋਂ ਮੇਰਾ ਆਰਟੀਕਲ ਛਪ ਵੀ ਗਿਆ, ਉਹ ਖੁਸ਼ੀ ਨਹੀਂ ਸੀ ਹੁੰਦੀ ਜਿੰਨੀ ਮੈਨੂੰ ਫੀਲ ਹੋਣੀ ਚਾਹੀਦੀ ਸੀ, ਉਹ ਨਹੀਂ ਸੀ ਹੋਈ। ਪਰ ਮੈਨੂੰ ਇਹ ਲੱਗਦਾ ਸੀ ਕਿ ਮੈਂ ਆਪਣੀ ਗੱਲ ਸ਼ਾਇਦ ਪੂਰੀ ਕਹਿ ਹੀ ਨਹੀਂ ਸਕੀ, ਚਾਹੇ ਉਹਨਾਂ ਨੇ ਛਾਪ ਵੀ ਦਿੱਤਾ, ਡਜ਼ਨਟ ਮੈਟਰ, ਪਰ ਮੈਂ ਜੋ ਕਹਿਣਾ ਸੀ ਉਹ ਤਾਂ ਮੈਂ ਕਹਿ ਹੀ ਨਹੀਂ ਸਕੀ ਉਹਦੇ 'ਚ। ਇਹ ਮੈਨੂੰ ਹਮੇਸ਼ਾ ਖਟਕਦਾ ਰਿਹਾ। ਲੱਗਦਾ ਸੀ ਕਿ ਜਿਹੜਾ ਐਕਸਪ੍ਰੈਸ਼ਨ ਆ ਨੈਚੁਰਲ ਜਿਹਾ ਅੰਦਰੋਂ ਆਉਣਾ ਚਾਹੀਦਾ, ਉਹ ਨਹੀਂ ਆ ਰਿਹਾ। ਹਾਂਜੀ, ਉਹ ਨਹੀਂ ਆ ਰਿਹਾ, ਔਰ ਮੈਂ ਪੂਰੀ ਤਰ੍ਹਾਂ ਨਹੀਂ ਕਹਿ ਸਕੀ ਆਪਣਾ ਜੋ ਮੈਂ ਕਹਿਣਾ ਸੀ। ਇਹ ਮੈਨੂੰ ਸੀਗਾ ਸਬਕੌਂਸ਼ੀਅਸ ਲੈਵਲ 'ਤੇ ਮੈਂ ਫੀਲ ਕਰਦੀ ਸੀ। ਔਰ ਅਤੇ ਫਿਰ ਉਹ ਤੋਂ ਬਾਅਦ ਸਬੱਬ ਬਣਿਆ ਕਿ ਬਰੈਂਪਟਨ ਗਈ ਮੈਂ। ਸਾਡੇ ਉਦੋਂ ਤੱਕ ਇੱਕ ਕੁੜੀ ਆ ਗਈ ਸਾਡੇ ਬ੍ਰੈਂਡਫੋਰਡ 'ਚ ਵਿਆਹ ਕਰਾ ਕੇ, ਅਤੇ ਉਹ ਕਿਤਾਬਾਂ ਨਾਲ ਵੀ ਸੀਗੀ ਵਾਬਸਤਾ ਸੀ ਉਹ, ਅਤੇ ਉਹ ਨਾਟਕ ਵੀ ਉਹਨੂੰ ਚੰਗਾ ਲੱਗਦਾ ਸੀ, ਅਤੇ ਉਹਨੂੰ ਕੀ ਕਹਿੰਦੇ ਨੇ ਫੋਕ ਡਾਂਸ ਐਂਡ ਆਲ ਦੈਟ, ਉਹ ਸਭ ਕਾਸੇ 'ਚ ਸੀਗੀ, ਬੜੀ ਲਾਈਵਲੀ ਪਰਸਨੈਲਿਟੀ। ਅਤੇ ਜਦੋਂ ਆਈ ਮੇਰੀ ਜਾਨ 'ਚ ਜਾਨ ਆ ਗਈ ਕਿ ਕੋਈ ਮੇਰੇ ਸ਼ਹਿਰ 'ਚ ਇੱਦਾਂ ਦਾ ਆਇਆ। ਅਤੇ ਅਸੀਂ ਤਾਂ ਦੋਨੋਂ ਫਿਰ ਹਮੇਸ਼ਾ, ਉਹਦੇ ਹਸਬੈਂਡ ਨੇ ਵੀ ਕੰਮ 'ਤੇ ਚਲੇ ਜਾਣਾ, ਉਹ ਨਵੀਂ ਸੀਗੀ, ਉਹ ਘਰ ਹੁੰਦੀ ਸੀ, ਅਤੇ ਮੈਂ ਵੀ ਭੱਜ ਕੇ ਅਸੀਂ ਬੈਠ ਕੇ ਸਕ੍ਰਿਪਟਸ ਲਿਖਣੀਆਂ। ਸਾਡੇ ਇੱਕ ਰੇਡੀਓ ਸਟੇਸ਼ਨ ਸੀਗਾ, ਯਾਹੂ ਰੇਡੀਓ, ਅਤੇ ਅਸੀਂ ਸਕ੍ਰਿਪਟਸ ਲਿਖ ਕੇ ਉਹ ਤੋਂ ਬਾਅਦ ਉਹਦੇ ਹਸਬੈਂਡ ਨੂੰ ਅਸੀਂ ਕਹਿਣਾ ਸਾਨੂੰ ਉੱਥੇ ਲੈ ਕੇ ਚੱਲ। ਅਸੀਂ ਦੋਨੋਂ ਇੱਕ ਸੰਤੀ ਬਣ ਜਾਂਦੀ ਸੀ, ਇੱਕ ਕਰਤਾਰੀ ਬਣ ਜਾਂਦੀ ਸੀ। ਅੱਛਾ। ਅਸੀਂ ਸੰਤੀ ਕਰਤਾਰੀ ਉੱਥੇ ਨਾਟਕ ਖੇਲਣ, ਜੋ ਸੰਤੀ ਕਰਤਾਰੀ ਦੋ ਕਿਰਦਾਰ ਇੱਦਾਂ ਦੇ ਸੀ ਕਿ ਦੋਹਾਂ ਦੇ ਬੱਚੇ ਨੇ ਜਿਹੜੇ ਉਹਨਾਂ ਨੇ ਬੁਲਾਇਆ ਹੋਇਆ, ਉਹਨਾਂ ਨੂੰ ਬੇਬਿਆਂ ਨੂੰ, ਇੱਥੇ ਬੀਬੀਆਂ ਨੂੰ, ਅਤੇ ਉਹ ਵਿਹਲੀਆਂ ਨੇ, ਉਹ ਤੋਂ ਬਾਅਦ ਇੱਕੋ ਪਿੰਡ ਦੀਆਂ ਨੇ, ਅਤੇ ਉਹ ਫਿਰ ਆਪਣੀਆਂ ਗੱਲਾਂ ਕਰਦੀਆਂ ਨੇ ਵੀ ਸਾਡੀ ਨੂੰਹ ਤਾਂ ਜਿਹੜੀ ਉਹ ਹੁਣ ਲੈ ਕੇ ਆਈ ਹੈ ਮਸ਼ੀਨ ਐਕਸਰਸਾਈਜ਼ ਕਰਨ ਵਾਲੀ, ਉਹ ਤਾਂ ਭਾਈ ਕੱਪੜੇ ਸੁੱਕਣੇ ਪਾ ਦਿੰਦੀ ਹੈ। ਅਤੇ ਦੂਜੀ ਕਹਿੰਦੀ ਸਾਡੀ ਤਾਂ ਨਹੀਂ ਇੱਦਾਂ ਕਰਦੀ, ਉਹ ਕਹਿੰਦੀ ਜਾ ਪਰੇ, ਤੂੰ ਤਾਂ ਉਦੋਂ ਤਾਂ ਬਹੁਤ ਆਪਣੀ ਨੂੰਹ ਦੀਆਂ ਤੂੰ ਬਦਖਾਈਆਂ ਕਰਦੀ ਸੀ, ਹੁਣ ਤੂੰ ਆਪਣੀ ਨੂੰਹ ਦੀ ਬਣ ਗਈ, ਦੂਜੀ ਨੂੰ ਚੰਗਾ ਨਹੀਂ ਲੱਗਦਾ ਕਿ ਆਪਣੀ ਨੂੰਹ ਦੀ ਤਾਰੀਫ ਕਰ ਰਹੀ ਹੈ। ਕੁਛ ਇੱਦਾਂ ਦੀਆਂ ਕਰਕੇ ਅਸੀਂ ਬਣਾਈ ਹੋਈ ਸੀ ਆਪਣੀ ਸਕ੍ਰਿਪਟ। ਸੋ ਇਹ ਬ੍ਰੌਡਕਾਸਟ ਹੁੰਦਾ ਸੀ? ਹਾਂਜੀ, ਬ੍ਰੌਡਕਾਸਟ ਹੁੰਦਾ ਰਿਹਾ। ਅਤੇ ਈਵਨ ਇੱਥੋਂ ਤੱਕ ਵੀ ਕਿ ਮੈਂ ਇੱਕ ਮੈਰਿਜ ਪਾਰਟੀ 'ਚ ਬੈਠੀ, ਅਤੇ ਉੱਥੇ ਲੇਡੀਜ਼ ਗੱਲਾਂ ਕਰ ਰਹੀਆਂ, ਨਹੀਂ ਤੂੰ ਅੱਜ ਉਹ ਸੰਤੀ ਕਰਤਾਰੀ ਸੁਣੀ? ਮੈਂ ਉੱਥੇ ਬੈਠੀ, ਮੈਂ ਕਿਹਾ ਕੁਛ ਨਹੀਂ ਕਹਿਣਾ, ਪਹਿਲਾਂ ਦੇਖੋ ਕੀ ਕਹਿੰਦੇ ਨੇ ਇਹ। ਅਤੇ ਉਹ ਕਹਿੰਦੇ ਵੀ ਹਾਂ, ਮੈਂ ਤਾਂ ਹਮੇਸ਼ਾ ਔਨ ਕਰ ਲੈਂਦੀ ਹਾਂ ਰੇਡੀਓ ਉਸ ਟਾਈਮ ਜਦ ਮੈਂ ਕੰਮ ਤੋਂ ਆ ਰਹੀ ਹੁੰਦੀ ਹਾਂ, ਮੈਂ ਨਹੀਂ ਕਦੇ ਮਿਸ ਕਰਦੀ ਸੰਤੀ ਕਰਤਾਰੀ। ਅੱਛਾ, ਵਾਹ। ਅਤੇ ਬਸ ਫਿਰ ਮੈਂ ਉਹਨਾਂ ਨੂੰ ਬਾਅਦ 'ਚ ਦੱਸਿਆ, ਜਦ ਉਹਨਾਂ ਦੀ ਸਾਰੀ ਗੱਲ ਦਾ ਟੌਪਿਕ ਬਦਲ ਗਿਆ, ਕਿਸੇ ਹੋਰ ਵਿਸ਼ੇ 'ਤੇ ਗੱਲ ਕਰਨ ਲੱਗੀਆਂ, ਅਤੇ ਮੈਂ ਕਿਹਾ ਵੀ ਗੱਲ ਸੁਣੋ, ਉਹਦੇ 'ਚੋਂ ਜਿਹੜੀ ਸੰਤੀ ਆ ਉਹ ਮੈਂ ਹੀ ਹਾਂ। ਸੋ ਇਹ ਬੜਾ ਸੋਹਣਾ ਐਕਸਪੀਰੀਅੰਸ ਸੀਗਾ। ਪਰ ਉਹਦੇ ਨਾਲ ਇਹ ਹੋਇਆ ਕਿ ਥੋੜ੍ਹਾ ਜਿਹਾ ਮੈਨੂੰ ਵੀ ਪੰਜਾਬੀ 'ਚ ਲਿਖਣ ਦਾ ਇੱਕਦਮ ਸ਼ੌਕ ਪੈਦਾ ਹੋਇਆ। ਉਹਦਾ ਨਾਂ ਪੁਨੀਤ ਹੰਸਰਾ ਕੁੜੀ ਦਾ, ਨਾ ਜਿਹੜੀ ਆਪਣਾ ਮੇਰੇ ਨਾਲ ਸੀ। ਅੱਛਾ। ਅਤੇ ਕਿੰਨੀ ਦੇਰ ਤੱਕ ਸਿਲਸਿਲਾ ਇਹ ਚੱਲਿਆ ਸੰਤੀ ਕਰਤਾਰੀ ਦਾ? ਸੰਤੀ ਕਰਤਾਰੀ ਦਾ ਚੱਲਦਾ ਰਿਹਾ ਜਦ ਤੱਕ ਰਾਜ ਨੇ ਸਾਨੂੰ ਜਵਾਬ ਨਹੀਂ ਦਿੱਤਾ ਕਿ ਹੁਣ ਮੈਂ ਤੁਹਾਨੂੰ ਲਿਜਾ ਨਹੀਂ ਸਕਦਾ, ਮੈਂ ਬਹੁਤ ਬਿਜ਼ੀ ਹੋ ਗਿਆ ਕੰਮ 'ਤੇ। ਅੱਛਾ। ਸਾਨੂੰ ਕਿਸੇ ਨੂੰ ਲਿਜਾਣਾ ਤਾਂ ਪੈਣਾ ਹੀ ਸੀਗਾ ਉੱਥੇ ਬਰੈਂਪਟਨ ਤੱਕ। ਓਕਵਿਲ ਸੀ ਐਕਚੁਅਲੀ ਸਟੇਸ਼ਨ ਦਾ, ਸੁਖਬੀਰ ਬਰਾੜ ਦਾ, ਸਿੱਧੂ ਦਾ ਸ਼ਾਇਦ। ਅਤੇ ਆਪਣਾ ਬਸ ਜੀ, ਉਹ ਤੋਂ ਬਾਅਦ ਉਹੀ ਮੈਨੂੰ ਪੁਨੀਤ ਹੰਸਰਾ ਹੀ ਮੈਨੂੰ ਇੱਕ ਅਸੀਂ ਨਾਟਕ ਹੋਰ ਬਾਬਿਆਂ 'ਤੇ ਕਰਨਾ ਸੀਗਾ, ਡੇਰਾਵਾਦ ਦੇ ਖਿਲਾਫ ਅਸੀਂ ਨਾਟਕ ਕਰਨਾ ਸੀ। ਸੋ ਪਹਿਲਾਂ ਨਾਟਕ ਲਿਖਣੇ ਸ਼ੁਰੂ ਕਰ ਲਿਆ ਇੱਕ ਤਰੀਕੇ ਨਾਲ ਤੁਸੀਂ? ਹਾਂਜੀ, ਦੋਹਾਂ ਉਹਦੀ ਹਿੰਮਤ ਸੀਗੀ ਕਿ ਹੋ ਗਿਆ, ਇਹ ਮੈਂ ਸਿਹਰਾ ਉਹਨੂੰ ਦਿੰਦੀ ਹਾਂ ਕਿ ਉਹਨੇ ਮੈਨੂੰ ਨਾਲ ਲਾ ਲਿਆ ਮੇਰੇ ਕੋਲ, ਮੈਨੂੰ ਆਪਣਾ ਕਿ ਉਹਨੇ ਇਨੀਸ਼ੀਏਟਿਵ ਉਹਨੇ ਲਿਆ। ਔਰ ਉਹ ਕਹਿੰਦੀ ਇਹ ਨਾਟਕ ਤਾਂ ਆਪਾਂ ਲਿਖ ਲਿਆ, ਬੜਾ ਸੋਹਣਾ ਸੀ ਨਾਟਕ ਲਿਖ ਲਿਆ ਆਪਣਾ, ਅਤੇ ਹੁਣ ਇਹਦੀ ਰਿਹਰਸਲ ਕਰਨੀ ਹੈ। ਰਿਹਰਸਲ ਕਰਨ ਵਾਸਤੇ ਸਾਨੂੰ ਹੋਰ ਲੇਡੀਜ਼ ਚਾਹੀਦੀਆਂ ਸੀ, ਸਾਨੂੰ ਮਿਲਣੀਆਂ ਨਹੀਂ ਸੀ ਆਪਣੇ ਛੋਟੇ ਟਾਊਨ 'ਚ। ਅਤੇ ਜਿਨ੍ਹਾਂ ਦਾ ਉਹ ਸ਼ੋਅ ਸੀਗਾ ਜਿੱਥੇ ਅਸੀਂ ਨਾਟਕ ਕਰਨਾ ਸੀ, ਹਰਿਆਣਾ ਨਾਈਟ ਸੀ ਕੋਈ, ਉਹ ਬਰੈਂਪਟਨ ਬੈਠੇ ਸੀ। ਉਹ ਬਹੁਤ ਐਨਥੂਜ਼ੀਆਸਟਿਕ, ਭੁਪਿੰਦਰ ਬਾਜਵਾ, ਮੈਨੂੰ ਹਾਲੇ ਤੱਕ ਨਾਂ ਯਾਦ ਹੈ ਉਹਨਾਂ ਦਾ, ਅਤੇ ਮੇਰੇ ਨਾਲ ਇਨ ਟੱਚ ਨੇ। ਔਰ ਉਹ ਬਹੁਤ ਐਨਥੂਜ਼ੀਆਸਟ ਸੀਗੇ, ਭਾਈ ਕਰਨਾ, ਸਟੇਜ ਕਰਨਾ ਇਹ ਨਾਟਕ, ਉੱਥੇ ਜ਼ਰੂਰ ਕਰਨਾ ਆਪਣੇ। ਉਹ ਕਹਿੰਦੇ ਵੀ ਤੁਸੀਂ ਇੱਦਾਂ ਕਰੋ, ਤੁਸੀਂ ਬਰੈਂਪਟਨ ਆ ਜਾਓ, ਮੇਰੀ ਵਾਈਫ ਹੋਏਗੀ ਅਤੇ ਮੇਰੀ ਨਾਲ ਹੋਰ ਕੋਈ ਰਿਸ਼ਤੇਦਾਰ ਦੀ ਕੋਈ ਸਿਸਟਰ ਸੀ, ਕਜ਼ਨ ਸਿਸਟਰ, ਉਹ ਹੈ, ਤੁਹਾਨੂੰ 2-4 ਲੇਡੀਜ਼ ਹੋਰ ਪ੍ਰੋਵਾਈਡ ਕਰਾਂਗੇ, ਤੁਸੀਂ ਸਾਡੇ ਘਰ ਰਿਹਰਸਲ ਕਰੋ ਆ ਕੇ। ਉਹ ਬਸ ਉਹ ਰਿਹਰਸਲ ਕਰਨ ਗਏ, ਅਤੇ ਉੱਥੇ ਰਿਹਰਸਲ ਹੁੰਦੀ ਰਹੀ। ਉਦੋਂ ਹੀ ਸਾਨੂੰ ਫਿਰ ਉੱਥੋਂ ਬਰੈਂਪਟਨ ਦੀ ਇੱਕ ਹੋਰ ਲੇਡੀ ਸੀ ਉੱਥੇ ਜਿਹੜੀ ਸਾਨੂੰ ਮਿਲੀ, ਉਹ ਕਹਿ ਰਹੀ ਸੀ ਆਪਣਾ ਇੱਥੇ ਜਿਹੜੀ ਕਾਨਫਰੰਸ ਹੋ ਰਹੀ ਹੈ ਉਹਦੇ 'ਚ ਮੈਂ ਕਾਫੀ ਐਕਟਿਵ ਹਾਂ ਕਾਨਫਰੰਸ ਦੇ ਵਿੱਚ, ਤੁਸੀਂ ਕਿਉਂ ਨਹੀਂ ਆਉਂਦੇ, ਕਾਨਫਰੰਸ 'ਚ ਵੀ ਆਇਓ, ਕਿਉਂਕਿ ਉਹਨੂੰ ਵੀ ਸੀਗਾ ਕਿ ਅਸੀਂ ਹੋਰ ਲੇਡੀਜ਼ ਨੂੰ ਨਾਲ ਜੋੜੀਏ ਕਾਨਫਰੰਸ 'ਤੇ। ਉਦੋਂ ਇਹ ਅਜੀਤ ਅਖਬਾਰ ਵਾਲਿਆਂ ਨੇ ਕਰਵਾਈ ਸੀਗੀ, ਦੂਜੀ ਕਾਨਫਰੰਸ ਸੀ ਉਹਨਾਂ ਦੀ। ਠੀਕ ਹੈ, 2011 ਦੀ ਗੱਲ ਹੈ ਸ਼ਾਇਦ, 11 ਦੀ ਹੈ ਸ਼ਾਇਦ। ਅਤੇ ਬਸ ਉਹ ਆਪਣਾ ਅਸੀਂ ਕਿਹਾ ਹਾਂ, ਮੈਂ ਅਤੇ ਪੁਨੀਤ ਨੇ ਹਾਂ ਅਸੀਂ ਜ਼ਰੂਰ ਆਵਾਂਗੇ ਉੱਥੇ। ਅਤੇ ਅਸੀਂ ਉੱਥੇ ਗਏ, ਔਰ ਉੱਥੇ ਜਾਣ ਤੋਂ ਪਹਿਲਾਂ ਹੀ ਜਿਹਨੇ ਕਿਹਾ ਸੀਗਾ ਕਿ ਆਇਓ ਜ਼ਰੂਰ,
ਉਹਨਾਂ ਦੇ ਅਸੀਂ ਘਰ ਚਲੇ ਗਏ। ਉੱਥੇ ਮੈਨੂੰ ਇੱਕ ਕਿਤਾਬ ਮਿਲ ਗਈ, ਰਵਿੰਦਰਨਾਥ ਟੈਗੋਰ ਨੇ ਹਾਂ ਹਾਂ ਬਲਰਾਜ ਸਾਹਨੀ ਹੋਰਾਂ ਨੂੰ ਜੀ ਉਹਦੇ 'ਚ ਲਿਖਿਆ ਮੈਂ ਪੜ੍ਹਿਆ, ਕਿਹਾ ਸੀਗਾ ਜਦੋਂ ਬਲਰਾਜ ਸਾਹਨੀ ਹੋਰੀ ਆਪਣਾ ਇੰਗਲਿਸ਼ 'ਚ ਲਿਖਿਆ ਗੁਰੂਦੇਵ ਕੋਲ ਲੈ ਕੇ ਗਏ, ਤੇ ਉਹ ਕਹਿੰਦੇ ਤੂੰ ਲਿਖਦਾ ਤਾਂ ਬੜਾ ਸੋਹਣਾ ਚਲੋ ਇੰਗਲਿਸ਼ 'ਚ, ਪਰ ਤੇਰੀ ਮਾਤ ਭਾਸ਼ਾ ਕਿਹੜੀ ਹੈ? ਕਹਿੰਦੇ ਜੀ ਪੰਜਾਬੀ। ਕਹਿੰਦੇ ਵੀ ਤੂੰ ਪੰਜਾਬੀ 'ਚ ਕਿਉਂ ਨਹੀਂ ਲਿਖਦਾ? ਕਹਿੰਦੇ ਪੰਜਾਬੀ 'ਚ ਲਿਖਣ ਦਾ ਕੋਈ ਫਾਇਦਾ ਨਹੀਂ, ਇੰਗਲਿਸ਼ ਵੈਲ ਐਕਸੈਪਟਡ ਹੈ ਚਾਰੇ ਪਾਸੇ, ਤੇ ਮੈਂ ਜ਼ਿਆਦਾ ਲੋਕਾਂ ਤੱਕ ਪਹੁੰਚਦਾ। ਜ਼ਿਆਦਾ ਲੋਕਾਂ ਤੱਕ ਇਹਦੀ ਪਹੁੰਚ ਹੈ, ਤੇ ਮੈਂ ਤਾਂ ਕਰਕੇ ਇੰਗਲਿਸ਼ ਲਿਖਦਾ। ਉਹ ਕਹਿੰਦੇ ਮੈਂ ਤਾਂ ਬੰਗਾਲੀ 'ਚ ਲਿਖਦਾ, ਮੈਂ ਤਾਂ ਕਦੇ ਇੱਦਾਂ ਨਹੀਂ ਫੀਲ ਕੀਤਾ। ਤੇ ਹੁਣ ਦੇਖੋ ਜਿਨ੍ਹਾਂ ਨੂੰ ਆਪਣਾ ਨੋਬੈਲ ਪ੍ਰਾਈਜ਼ ਮਿਲਿਆ ਹੋਵੇ ਉਹਨਾਂ ਤੇ ਹੈ ਨਾ, ਸੋ ਉਹ ਉਹਨਾਂ ਦੇ ਮੂੰਹੋਂ ਐਡੀ ਵੱਡੀ ਜਿਹੜੀ ਇਹ ਗੱਲ ਸੁਣ ਕੇ, ਉਹ ਬਲਰਾਜ ਸਾਹਨੀ ਕਹਿੰਦੇ ਮੇਰੀ ਟੋਟਲ ਟਰਾਂਸਫੋਰਮੇਸ਼ਨ ਹੋ ਗਈ ਅੰਦਰੋਂ ਇਹ ਗੱਲ ਸੁਣ ਕੇ। ਜਦੋਂ ਮੈਂ ਪੜ੍ਹਿਆ ਮੈਂ ਸੋਚਿਆ ਵੀ ਪਤਾ ਕੀ ਹੈ, ਪਤਾ ਨਹੀਂ ਕਿਹੜਾ ਕੋਇਨਸੀਡੈਂਸ ਹੈ, ਕਿਸੇ ਟਾਈਮ ਨੇਚਰ ਤੁਹਾਨੂੰ ਕੀ ਕੁਛ ਦਿਖਾ ਦਿੰਦੀ ਹੈ, ਤੁਹਾਡੇ ਸਾਹਮਣੇ ਲਿਆ ਕੇ ਖੜਾ ਕਰ ਦਿੰਦੀ ਹੈ, ਐਂਡ ਦੈਟ ਵਾਜ਼ ਅ ਮੋਮੈਂਟ ਆਫ ਟਰਾਂਸਫੋਰਮੇਸ਼ਨ ਫॉर ਮੀ ਐਜ਼ ਵੈਲ। ਉਸ ਵੇਲੇ ਆਈਡੀਆ ਆਇਆ ਕਿ ਮੈਂ ਪੰਜਾਬੀ 'ਚ ਲਿਖਾਂ। ਹਾਂ ਮੈਂ ਕਿਹਾ ਵੀ ਤਾਈਓ ਮੈਨੂੰ ਲੱਗਦਾ ਹੈ ਵੀ ਮੇਰੇ ਤੋਂ ਕਿਉਂ ਨਹੀਂ ਮੈਨੂੰ ਉਹ ਖਟਕਦਾ ਕਿ ਮੈਂ ਆਪਣੀ ਗੱਲ ਨਹੀਂ ਕਹਿ ਸਕੀ, ਕਿਉਂਕਿ ਮੈਂ ਪੰਜਾਬੀ 'ਚ ਨਹੀਂ ਲਿਖਦੀ। ਜਦ ਮੇਰੀ ਮਦਰ ਟੰਗ ਪੰਜਾਬੀ ਹੈ ਤੇ ਮੈਂ ਕਿਉਂ ਨਹੀਂ ਪੰਜਾਬੀ 'ਚ ਲਿਖਦੀ, ਹੈ ਨਾ। ਬਹੁਤ ਵਧੀਆ। ਇਹਨਾਂ ਦੇ ਸ਼ੁਭ ਚਿੰਤਕ, ਇਹਨਾਂ ਦੇ ਚਾਹੁਣ ਵਾਲੇ ਇਸ ਵੇਲੇ ਕੁਝ ਸਾਡੇ ਨਾਲ ਜੁੜ ਰਹੇ ਨੇ। ਸੁਰਜੀਤ ਕੌਰ ਜੀ ਟੋਰਾਂਟੋ ਤੋਂ ਕਾਲ ਕਰ ਰਹੇ ਨੇ। ਸੁਰਜੀਤ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ। ਥੈਂਕ ਯੂ ਨਵਜੋਤ ਜੀ, ਬਹੁਤ ਬਹੁਤ ਸ਼ੁਕਰੀਆ ਮੇਰੀ ਕਾਲ ਲੈਣ ਦਾ। ਜੀ ਤੇ ਮੈਂ ਪ੍ਰੋਗਰਾਮ ਸੁਣ ਰਹੀ ਹਾਂ, ਪ੍ਰੋਗਰਾਮ ਬੜਾ ਵਧੀਆ ਚੱਲ ਰਿਹਾ। ਜੀ ਤੇ ਕਰਦਾ ਸੀ ਵੀ ਇੰਟਰਪਟ ਨਾ ਕਰਾਂ, ਪਰ ਮੈਂ ਕਿਹਾ ਚਲੋ ਇਹ ਚੱਲ ਰਹੀ ਹੈਗੀ ਹੈ ਐਡ, ਤੇ ਐਡ ਤੋਂ ਬਾਅਦ ਤੁਸੀਂ ਉਸ ਤੋਂ ਬਾਅਦ ਪਹਿਲਾਂ ਕਿ ਨੈਕਸਟ ਗੱਲ ਸ਼ੁਰੂ ਕਰੋ, ਜੀ ਤੇ ਮੈਂ ਥੋੜਾ ਜਿਹਾ ਵਿੱਚ ਆਪਣਾ ਇੰਟਰਵਿਊ ਕਰ ਦਿੰਦੀ ਹਾਂ। ਬਹੁਤ ਚੰਗਾ ਲੱਗ ਰਿਹਾ ਗੁਰਮੀਤ ਨੂੰ ਸੁਣ ਕੇ। ਕਈ ਗੱਲਾਂ ਤੇ ਸੱਚਮੁੱਚ ਮੈਨੂੰ ਵੀ ਨਹੀਂ ਸੀ ਪਤਾ। ਅਸੀਂ ਹਾਲਾਂਕਿ ਰੋਜ਼ ਦੋ ਵਾਰੀ ਗੱਲਾਂ ਕਰੀਦੀਆਂ ਨੇ, ਤੇ ਗੁਰਮੀਤ ਜਦੋਂ ਆਏ ਨੇ ਲਿਟਰੇਚਰ ਦੇ, ਪੰਜਾਬੀ ਲਿਟਰੇਚਰ ਦੇ ਵਿੱਚ ਧਮਾਕੇ ਨਾਲ ਆਏ ਨੇ। ਇਹਨਾਂ ਦੀ ਜਿਹੜੀ ਕਿਤਾਬ ਮੁਰਗਾਬੀਆਂ ਹੈ ਉਹ ਇਸ ਵੇਲੇ ਬਹੁਤ ਹੀ ਮਕਬੂਲ ਕਿਤਾਬ ਹੈ, ਔਰ ਪੰਜਾਬੀ ਯੂਨੀਵਰਸਿਟੀ ਦੇ ਵਿੱਚ MA ਦੇ ਸਿਲੇਬਸ ਦੇ ਵਿੱਚ ਲੱਗੀ ਹੋਈ ਹੈ, ਤੇ ਉੱਥੇ ਦੂਸਰੇ ਪਾਸੇ ਹਰਿਆਣਾ ਦੇ ਵਿੱਚ ਵੀ ਉਹ ਕਿਤਾਬ ਜਿਹੜੀ ਹੈ ਮੇਰੇ ਖਿਆਲ MPhil ਨੂੰ ਲੱਗੀ ਹੋਈ ਹੈ। ਤੇ ਸਾਨੂੰ ਇਹਨਾਂ ਤੇ ਬਹੁਤ ਮਾਣ ਹੈ ਜੀ। ਤੁਸੀਂ ਅੱਜ ਇਹਨਾਂ ਨੂੰ ਇੰਟਰਵਿਊ ਕਰਕੇ ਬਹੁਤ ਵਧੀਆ ਗੱਲ ਕੀਤਾ ਕਿ ਬਹੁਤ ਸਾਰੇ ਲੋਕਾਂ ਦੇ ਨਾਲ ਹੈ ਨਾ ਹੋਰ ਇਹ ਗੱਲ ਉਹਨਾਂ ਦੀ ਪਹੁੰਚੇਗੀ ਕਿ ਗੁਰਮੀਤ ਜੀ ਕਿੰਨਾ ਬਹੁਤ ਅੱਛੀਆਂ ਕਹਾਣੀਆਂ ਲਿਖ ਰਹੇ ਨੇ। ਹੁਣ ਵੀ ਇਹਨਾਂ ਨੇ ਜਿਹੜੀਆਂ ਨਵੀਆਂ ਕਹਾਣੀਆਂ ਲਿਖੀਆਂ ਨੇ ਬਹੁਤ ਅੱਛੀਆਂ ਕਹਾਣੀਆਂ ਨੇ ਇਹਨਾਂ ਦੀਆਂ, ਔਰ ਮਤਲਬ ਕਿ ਦੁਨੀਆ ਦੇ ਵਿੱਚ ਜੋ ਇਸ ਵੇਲੇ ਸੰਕਟ ਹੈ, ਜਿਹੜੀਆਂ ਇਸ ਵੇਲੇ ਪ੍ਰੋਬਲਮਸ ਅਸੀਂ ਹਰ ਇਨਸਾਨ ਫੇਸ ਕਰ ਰਿਹਾ ਹੈ, ਉਹਨਾਂ ਦੇ ਬਾਰੇ ਇਹ ਲਿਖ ਰਹੇ ਨੇ। ਸੋ ਮੈਂ ਤੁਹਾਨੂੰ ਦੋਨਾਂ ਨੂੰ ਬਹੁਤ ਬਹੁਤ ਵਧਾਈ ਦਿੰਦੀ ਹਾਂ। ਤੇ ਗੁਰਮੀਤ ਜੀ ਬਹੁਤ ਸੋਹਣਾ ਬੋਲ ਰਹੇ ਹੋ ਤੁਸੀਂ, ਬਹੁਤ ਚੰਗਾ ਲੱਗ ਰਿਹਾ ਹੈ। ਥੈਂਕ ਯੂ ਸੁਰਜੀਤ, ਥੈਂਕ ਯੂ ਸੋ ਮਚ, ਲਰਨਿੰਗ ਸੋ ਮਚ ਫਰਮ ਯੂ। ਬਹੁਤ ਬਹੁਤ ਸ਼ੁਕਰੀਆ। ਤੁਸੀਂ ਖੁਦ ਬਹੁਤ ਸੋਹਣਾ ਲਿਖਦੇ ਹੋ। ਕਿਸੇ ਦਿਨ ਤੁਹਾਡੇ ਨਾਲ ਵੀ ਗੱਲਬਾਤ ਕਰਨੀ ਆਪਣੀ ਪੈਂਡਿੰਗ ਹੈ, ਪਰ ਮੈਂ ਮਜ਼ਾ ਆਉਂਦਾ ਜਦੋਂ ਅਸੀਂ ਆਮਣੇ ਸਾਹਮਣੇ ਬੈਠ ਕੇ ਗੱਲਬਾਤ ਕਰਦੇ ਹਾਂ। ਜਦੋਂ ਤੁਹਾਡਾ ਇੱਧਰ ਚੱਕਰ ਲੱਗਿਆ ਜ਼ਰੂਰ ਦੱਸਿਓ। ਹਾਂਜੀ ਹਾਂਜੀ ਹਾਂਜੀ, ਜ਼ਰੂਰ ਜੀ ਜ਼ਰੂਰ। ਬਹੁਤ ਬਹੁਤ ਸ਼ੁਕਰੀਆ, ਕਿਉਂਕਿ ਅਸੀਂ ਗੱਲਾਂ ਸੁਣਨੀਆਂ ਨੇ ਗੁਰਮੀਤ ਜੀ ਕੋਲੋਂ, ਇਸ ਲਈ ਮੈਂ ਜ਼ਿਆਦਾ ਟਾਈਮ ਨਹੀਂ ਲਵਾਂਗੀ। ਸ਼ੁਕਰੀਆ ਤੁਹਾਡਾ। ਸੁਰਜੀਤ ਜੀ ਆਪ ਵੀ ਬਹੁਤ ਵਧੀਆ ਲਿਖਦੇ ਨੇ। ਗੁਰਮੀਤ ਜੀ ਮੈਂ ਅਗਲੀ ਗੱਲ ਤੁਹਾਡੇ ਨਾਲ ਛੇੜਨਾ ਚਾਹੁੰਦੀ ਸੀ, ਪਰ ਇੱਕ ਬੜੇ ਪਿਆਰੇ ਪਾਠਕ ਨੇ ਤੁਹਾਡੇ, ਉਹਨਾਂ ਦੀ ਗੱਲ ਆਪਾਂ ਸੁਣਦੇ ਹਾਂ। ਹੈਲੋ ਗੁਰਮੀਤ ਜੀ, ਕੀ ਹਾਲ ਨੇ ਤੁਹਾਡੇ? ਘੁੰਮ ਰਹੇ ਹੋ ਵੈਨਕੂਵਰ? ਦੋਸਤੋ, ਪ੍ਰਵਾਸੀ ਪੰਜਾਬੀ ਕਹਾਣੀ ਦੇ ਵਿੱਚ ਗੁਰਮੀਤ ਪਨਾਗ ਹੁਣਾਂ ਦਾ ਨਾਮ ਬੜੀ ਤੇਜ਼ੀ ਦੇ ਨਾਲ ਉੱਭਰਿਆ ਹੈ, ਔਰ ਬੜੇ ਥੋੜ੍ਹੇ ਜਿਹੇ ਸਮੇਂ ਦੇ ਵਿੱਚ ਗੁਰਮੀਤ ਹੁਣਾਂ ਨੇ ਬਹੁਤ ਖੂਬਸੂਰਤ ਕਹਾਣੀਆਂ ਲਿਖੀਆਂ ਨੇ, ਔਰ ਉਹ ਕਹਾਣੀਆਂ ਮੁਰਗਾਬੀਆਂ ਕਿਤਾਬ ਤੱਕ ਦਾ ਸਫ਼ਰ ਤੈਅ ਕਰਦੀਆਂ ਨੇ। ਇਸ ਕਿਤਾਬ ਦਾ ਜ਼ਿਕਰ ਪੰਜਾਬੀ ਕਹਾਣੀ ਦੇ ਖੇਤਰ ਵਿੱਚ ਬੜੇ ਮਾਣ ਔਰ ਸਤਿਕਾਰ ਨਾਲ ਹੋਇਆ। ਜਦੋਂ ਗੁਰਮੀਤ ਹੁਣਾਂ ਦੀਆਂ ਕਹਾਣੀਆਂ ਦੀ ਅਸੀਂ ਗੱਲ ਕਰਦੇ ਹਾਂ ਤਾਂ ਇਹ ਗੱਲ ਸਮਝ ਆਉਂਦੀ ਹੈ, ਸਾਹਮਣੇ ਆਉਂਦੀ ਹੈ ਕਿ ਗੁਰਮੀਤ ਹੁਣਾਂ ਨੇ ਬਹੁਤ ਖੂਬਸੂਰਤ ਵਿਸ਼ੇ ਜਿਹੜੇ ਆ ਉਹ ਕਹਾਣੀ ਦੇ ਵਿੱਚ ਲੈ ਕੇ ਆਂਦੇ, ਔਰ ਖ਼ਾਸ ਤੌਰ 'ਤੇ ਪ੍ਰਵਾਸ ਦੇ ਨਾਲ ਸੰਬੰਧਿਤ ਜਿਹੜੇ ਅਸੀਂ ਕਹਾਣੀ ਦੀ ਜਦੋਂ ਗੱਲ ਕਰਦੇ ਹਾਂ ਤਾਂ ਪ੍ਰਵਾਸੀ ਕਹਾਣੀ ਵਤਨ ਦੇ ਹੇਰਵੇ ਦੀ ਗੱਲ ਕਰਦੀ ਸੀ ਕਦੇ, ਫਿਰ ਉਸ ਤੋਂ ਬਾਅਦ ਜਦੋਂ ਵਤਨ ਛੱਡ ਕੇ ਦੂਜੇ ਮੁਲਕ 'ਚ ਬੈਠੇ ਪ੍ਰਵਾਸੀਆਂ ਦੀ ਨਵੀਂ ਪੀੜ੍ਹੀ ਪੈਦਾ ਹੋਈ, ਔਰ ਉਹਨਾਂ ਨੇ ਜਦੋਂ
ਪ੍ਰਦੇਸ਼ ਦੀ ਜੀਵਨ ਜਾਚ ਨੂੰ ਅਪਣਾ ਲਿਆ ਤਾਂ ਉਹ ਜਿਹੜਾ ਵਿਚਾਲੇ ਦਾ ਦਵੰਦ ਸੀ ਉਹਦੀ ਬਹੁਤ ਗੱਲ ਹੋਈ। ਫ੍ਰੀ ਸੁਸਾਇਟੀ ਵਰਗੀਆਂ ਕਹਾਣੀਆਂ ਦੀ ਜਦੋਂ ਅਸੀਂ ਗੱਲ ਕਰਦੇ ਹਾਂ, ਸਵਰਨ ਚੰਦਨ ਹੁਣਾਂ ਦੀ ਕਹਾਣੀ, ਤਾਂ ਸਮੇਂ ਦੇ ਨਾਲ ਸਾਡੇ ਲੇਖਕਾਂ ਕੋਲੇ ਹੋਰ ਨਵੀਆਂ ਗੱਲਾਂ ਆਈਆਂ ਔਰ ਉਹਨਾਂ ਨਵੀਆਂ ਗੱਲਾਂ ਦੀਆਂ ਕਹਾਣੀਆਂ ਗੁਰਮੀਤ ਹੁਣੀ ਘੜਦੇ ਨੇ, ਗੁਰਮੀਤ ਹੁਣੀ ਸਿਰਜਦੇ ਨੇ। ਇਹਨਾਂ ਦੀਆਂ ਕਹਾਣੀਆਂ ਨੂੰ ਜਦੋਂ ਅਸੀਂ ਪੜ੍ਹਦੇ ਹਾਂ ਤਾਂ ਬਹੁਤ ਵੱਖਰੀ ਤਰ੍ਹਾਂ ਦੇ ਵਿਸ਼ੇ ਲੈ ਕੇ ਆਏ ਨੇ ਔਰ ਇਤਿਹਾਸ ਦੇ ਜਿਹੜੇ ਮਸਲੇ ਸੀਗੇ, ਇਤਿਹਾਸ ਦੀਆਂ ਜਿਹੜੀਆਂ ਗੱਲਾਂ ਸੀਗੀਆਂ ਉਹਨਾਂ ਉੱਪਰ ਵੀ ਇਹਨਾਂ ਨੇ ਬਹੁਤ ਸੋਹਣੀਆਂ ਕਹਾਣੀਆਂ ਲਿਖੀਆਂ। ਵਰਲਡ ਵਾਰ ਨਾਲ ਜੁੜੀਆਂ ਕਹਾਣੀਆਂ ਇਹਨਾਂ ਦੀਆਂ ਮੇਰੇ ਚੇਤਿਆਂ ਵਿੱਚ ਨੇ। ਸੋ ਗੁਰਮੀਤ ਹੁਣੀ ਚੰਗੀ ਕਹਾਣੀ ਦੇ ਸਿਰਜਕ ਨੇ ਔਰ ਅਸੀਂ ਉਮੀਦ ਕਰਦੇ ਹਾਂ ਕਿ ਇਹ ਹੋਰ ਸੋਹਣੀਆਂ ਕਹਾਣੀਆਂ ਸਾਨੂੰ ਦਿੰਦੇ ਰਹਿਣਗੇ। ਇੰਨੀਆਂ ਗੱਲਾਂ ਤੋਂ ਬਾਅਦ ਗੁਰਮੀਤ ਜੀ ਸ਼ਾਇਦ ਤੁਸੀਂ ਮੈਨੂੰ ਪਛਾਣ ਲਿਆ ਹੋਵੇ, ਜੇ ਨਾ ਪਛਾਣਿਆ ਹੋਵੇ ਤਾਂ ਬਸ ਮੈਂ ਤੁਹਾਡਾ ਪਾਠਕ ਹਾਂ। ਨਵਜੋਤ ਹੁਣੀ ਜ਼ਰੂਰ ਦੱਸਣਗੇ ਮੈਂ ਕੌਣ ਹਾਂ। ਥੈਂਕ ਯੂ ਸੋ ਮਚ, ਥੈਂਕ ਯੂ ਫॉर योर ਕਾਈਂਡ ਵਰਡਸ। ਤੁਸੀਂ ਦੱਸ ਹੀ ਦਿਓ ਪਲੀਜ਼ ਮੈਨੂੰ, ਆਮ ਸੋ ਕਿਊਰੀਅਸ ਨਾਓ ਬਿਕਾਜ਼ ਤੁਸੀਂ ਇੰਨਾ ਸੋਹਣਾ ਬੋਲਿਓ ਮੇਰੀ ਕਹਾਣੀਆਂ 'ਤੇ। ਇਹ ਗਾਇਬ ਹੋ ਚੁੱਕੇ ਨੇ, ਓ ਕਹਾਣੀਕਾਰ ਸਿਮਰਨ ਧਾਲੀਵਾਲ। Oh, really? Oh, my goodness. Oh, my goodness. Oh, my goodness. ਸੋ ਇਹ ਇੱਕ ਰਿਕਾਰਡਿੰਗ ਸੀ ਜਿਹੜੀ ਮੈਂ ਤੁਹਾਨੂੰ ਸੁਣਾਈ ਹੈ। Okay, I see. Oh, my ਯੈਸ, goodness. ਹਾਂਜੀ। ਸੋ ਇੱਕ ਕਹਾਣੀਕਾਰ ਦੂਸਰੇ ਕਹਾਣੀਕਾਰ ਬਾਰੇ ਜਦੋਂ ਇਸ ਤਰ੍ਹਾਂ ਦੀ ਗੱਲਬਾਤ ਕਰਦਾ ਹੈ, ਵਾਕਈ ਬੜੀ ਮਾਣ ਦੀ ਗੱਲ ਹੁੰਦੀ ਹੈ। ਆਪਾਂ ਜਿੱਥੇ ਪਿਛਲੇ ਹਿੱਸੇ 'ਚ ਗੱਲ ਸ਼ੁਰੂ ਕੀਤੀ ਸੀ ਕਿ ਪਹਿਲੀ ਕਹਾਣੀ ਕਿਹੜੀ ਲਿਖੀ, ਜਦੋਂ ਤੁਹਾਨੂੰ ਲੋੜ ਮਹਿਸੂਸ ਹੋਈ ਕਹਾਣੀ ਲਿਖਣ ਦੀ, ਮੈਂ ਇਹ ਕਹੂੰਗੀ ਕਿ ਉਹ ਕਿਹੜੇ ਪਲ ਸਨ? ਜਿੱਦਾਂ ਆਪਾਂ ਗੱਲ ਕਰ ਰਹੇ ਸੀ ਵਰਲਡ ਪੰਜਾਬੀ ਕਾਨਫਰੰਸ ਦੀ, ਜੀ, ਤੇ ਉਹਦੇ 'ਚ ਮੈਨੂੰ ਵੀਨਾ ਵਰਮਾ ਹੋਰੀ ਮਿਲੇ। ਇੰਗਲੈਂਡ ਤੋਂ ਆਏ ਸੀ ਉਹ ਸ਼ਿਰਕਤ ਕਰਨ ਕਾਨਫਰੰਸ ਦੇ ਵਿੱਚ, ਅਤੇ ਉਹ ਫਿਰ ਕੁਝ ਦਿਨ ਆ ਕੇ ਮੇਰੇ ਕੋਲ ਵੀ ਰਹੇ ਔਰ ਸਾਡੀ ਹਰ ਰੋਜ਼ ਗੱਲਬਾਤ ਲਿਟਰੇਚਰ ਬਾਰੇ, ਇੱਧਰ ਉੱਧਰ ਜੋ ਵਾਪਰ ਰਿਹਾ ਉਹਦੇ ਬਾਰੇ ਹੁੰਦੀ ਸੀ। ਅਤੇ ਉਹ ਕਈ ਵਾਰ ਇੱਦਾਂ ਦੀ ਵੀ ਗੱਲ ਹੋ ਜਾਂਦੀ ਸੀਗੀ ਕਿ ਆਪਣਾ ਮੈਂ ਉਹਨੂੰ ਕਈ ਵਾਰ ਕਿਸੇ ਇੱਕ ਇੱਥੇ ਸਾਡਾ ਅਮੈਰੀਕਨ ਹੈਗਾ ਇਕੋਨੋਮਿਸਟ ਹੈ, ਉਹਦੀ ਡੈਥ ਹੋ ਗਈ 74 'ਚ, ਇਬਰਾਹਿਮ ਮਾਜ਼ਲੋ, ਅਤੇ ਉਹਦੀ ਇੱਕ ਟਰਾਇੰਗਲ ਹੈਗੀ ਹੈ ਮਾਜ਼ਲੋ ਦੀ। ਬਿਲਕੁਲ, ਹਾਂਜੀ, ਹਾਂਜੀ। ਕਿ ਤੁਹਾਡੀਆਂ ਬੇਸਿਕ ਲੋੜਾਂ ਪਹਿਲਾਂ ਪੂਰੀਆਂ ਹੋਣ, ਫਿਰ ਤੁਹਾਡੀਆਂ ਸੋਸ਼ਲ ਹੋ ਜਾਣ, ਅਤੇ ਬਾਅਦ ਤੁਹਾਡੀ ਈਗੋ ਨੀਡਸ ਪੂਰੀਆਂ ਹੋ ਜਾਣ, ਅਤੇ ਫਿਰ ਤੁਸੀਂ ਸੈਲਫ ਐਕਚੁਅਲਾਈਜੇਸ਼ਨ ਵੱਲ ਨੂੰ ਵੱਧਦੇ ਹੋ ਜੀ। ਅਤੇ ਉਹ ਮੈਨੂੰ ਸੁਣ ਕੇ ਕਹਿੰਦੀ ਜਿਹੜੀ ਕੁੜੀ ਇਹ ਗੱਲਾਂ ਕਰਦੀ ਹੈ ਸੈਲਫ ਐਕਚੁਅਲਾਈਜੇਸ਼ਨ ਦੀਆਂ, ਉਹਨੂੰ ਇਹ ਵੀ ਪਤਾ ਉਹਦੇ ਪੜਾਅ ਕੀ ਨੇ, ਅਤੇ ਉਹ ਲਿਖਦੀ ਕਿਉਂ ਨਹੀਂ ਕੁਛ ਪੰਜਾਬੀ 'ਚ? ਜੀ। ਅਤੇ ਮੈਂ ਕਿਹਾ ਵੀ ਨਾ ਪਤਾ ਨਹੀਂ, ਇਹ ਤਾਂ ਹੁਣ ਪੜ੍ਹ ਪੁੜ ਲਈਦਾ ਅਤੇ ਕਾਫੀ ਕੁਛ ਚਲੋ ਜੋ ਪਤਾ ਹੈ, ਪਰ ਲਿਖਣਾ ਕੋਈ ਇੰਨਾ ਸੌਖਾ ਥੋੜ੍ਹੀ ਹੁੰਦਾ ਮੈਂ ਤੇਰੇ ਵਰਗੀਆਂ ਕਹਾਣੀਆਂ ਲਿਖ ਦੇਵਾਂ। ਅਤੇ ਕਹਿੰਦੀ ਨਹੀਂ, ਕੁਛ ਵੀ ਨਹੀਂ ਹੈਗਾ ਕਹਾਣੀ ਲਿਖਣ 'ਚ, ਕੀ ਹੈ ਮੈਨੂੰ ਕਹਿੰਦੀ। ਅਤੇ ਮੈਂ ਕਿਹਾ ਵੀ ਇੱਦਾਂ ਤਾਂ ਨਹੀਂ, ਸੱਚੀ ਕੁਛ ਵੀ ਨਹੀਂ ਹੈਗਾ ਇਸ ਟਾਈਮ ਤਾਂ ਦਿਮਾਗ 'ਚ ਜਿਹਦੀ ਮੈਂ ਕਹਾਣੀ ਬਣਾਉਣੀ, ਮੇਰੇ ਨਹੀਂ ਹੈਗਾ। ਉਹ ਕਹਿੰਦੀ ਮੈਂ ਫਿਰ ਆਪਣੀ ਗੱਲ 'ਤੇ ਆਉਂਦੀ ਹਾਂ, ਤੂੰ ਲਿਖ, ਅੱਛਾ, ਤੂੰ ਕਹਾਣੀ ਲਿਖ। ਉਹ ਇੰਨਾ ਜ਼ੋਰ ਪਾ ਕੇ ਕਹਿ ਰਹੀ ਸੀਗੀ ਕਿ ਮੈਨੂੰ ਇੱਦਾਂ ਲੱਗਦਾ ਸੀ ਜਿਵੇਂ ਮੇਰੇ ਅੰਦਰੋਂ ਹੀ ਕੋਈ ਐਕੋ ਕਹਿ ਰਹੀ ਹੁੰਦੀ ਹੈ ਮੈਨੂੰ, ਮੇਰਾ ਕੋਈ ਸਬਕੌਂਸ਼ੀਅਸ ਮੈਨੂੰ ਕਹਿ ਰਿਹਾ ਹੁੰਦਾ ਤੂੰ ਲਿਖ, ਤੂੰ ਕਹਾਣੀ ਲਿਖ। ਮੈਨੂੰ ਉਹਦੀ ਆਵਾਜ਼ ਇੱਦਾਂ ਉਸ ਟਾਈਮ ਸੁਣਾਈ ਦੇ ਰਹੀ ਸੀ। ਅਤੇ ਆਪਣਾ ਉਹ ਚਲੀ ਗਈ ਮੇਰੇ ਕੋਲ ਰਹਿ ਕੇ, ਔਰ ਮੇਰੇ ਈਵਨ ਏਅਰਪੋਰਟ ਤੱਕ ਤੁਸੀਂ ਕਹਿ ਲਓ, ਜਦ ਤੱਕ ਅਸੀਂ ਵਿਛੜੇ ਨਹੀਂ ਹੈਗੇ, ਉਹਦੀ ਉਂਗਲ ਇੱਦਾਂ ਹੀ ਸੀ, ਤੂੰ ਕਹਾਣੀ ਲਿਖਣੀ ਹੈ, ਤੂੰ ਕਹਾਣੀ ਲਿਖ। ਅੱਛਾ, ਹਾਂਜੀ, ਮੈਂ ਉਹ ਯਾਦ ਰੱਖਿਆ ਉਹਦਾ। ਅਤੇ ਉਹ ਤੋਂ ਬਾਅਦ ਮੇਰੀ ਉਸ ਟਾਈਮ ਸਟਰਗਲ ਐਕਚੁਅਲੀ ਚੱਲ ਰਹੀ ਸੀਗੀ ਇੱਥੇ ਇਮੀਗ੍ਰੇਸ਼ਨ ਸਿਸਟਮ ਦੇ ਨਾਲ, ਮੇਰੇ ਨਾਨੀ ਨੂੰ ਲੈ ਕੇ। ਸਾਰੀ ਫੈਮਿਲੀ ਇੱਥੇ ਆ ਗਈ, ਉਹ ਇਕੱਲੀ ਮੈਂਬਰ ਹੈ ਜਿਹੜੀ ਪਿੱਛੇ ਬੈਠੀ ਹੈ ਇੰਡੀਆ 'ਚ, ਅਤੇ ਉਹ 85 ਸਾਲ ਦੀ ਬਿਰਧ ਹੈ, ਅਤੇ ਘਰ 'ਚ ਹੋਰ ਉੱਥੇ ਕੋਈ ਉਹਦੀ ਟੇਕ ਕੇਅਰ ਕਰਨ ਵਾਲਾ ਨਹੀਂ ਹੈਗਾ। ਅਸੀਂ ਉਹਨੂੰ ਕਦੇ ਕਿਸੇ ਰਿਸ਼ਤੇਦਾਰ ਦੇ ਰੱਖਦੇ ਹਾਂ, ਉੱਥੇ ਉਹਨੂੰ ਤਕਲੀਫ ਆਉਂਦੀ ਹੈ, ਅਗਲੀ ਵਾਰ ਫਿਰ ਜਾਂਦੇ ਹਾਂ ਅਤੇ ਫਿਰ ਉਹਦਾ ਜਿਹੜਾ ਹੈਗਾ ਬੋਰੀ ਬਿਸਤਰਾ ਚੁੱਕ ਕੇ ਅਸੀਂ ਹੋਰ ਕਿਸੇ ਰਿਸ਼ਤੇਦਾਰ ਦੇ ਛੱਡਦੇ ਹਾਂ। ਅਤੇ ਉਹਨਾਂ ਨੂੰ ਪੂਰਾ ਉਹ ਪ੍ਰੋਮਿਸ ਕਰਦੇ ਹਾਂ ਤੁਹਾਨੂੰ ਕਿੰਨੇ ਪੈਸੇ ਚਾਹੀਦੇ ਨੇ ਸਾਨੂੰ ਦੱਸੋ। ਕੋਈ ਕਹਿੰਦਾ ਅਸੀਂ ਜ਼ਮੀਨ ਖਰੀਦਣੀ ਹੈ ਜੀ, ਉਹਦੇ ਵਾਸਤੇ ਪੈਸੇ ਦੇ ਦਿਓ। ਕੋਈ ਕਹਿੰਦਾ ਅਸੀਂ ਘਰ ਪਾਉਣਾ, ਉਹਦੇ ਵਾਸਤੇ ਦੇ ਦਿਓ। ਅਸੀਂ ਉਹ ਸਭ ਕਰੀ ਜਾ ਰਹੇ ਹਾਂ ਕਿ ਸਾਨੂੰ ਇਹ ਹੈ ਕਿ ਸਾਡੇ ਨਾਨੀ ਨੂੰ ਕੋਈ ਸਾਂਭੇ। ਪੀਸ ਆਫ ਮਾਈਂਡ ਇਜ਼ ਦ ਅਟਮੋਸਟ, ਜਿਹੜਾ ਕਿ ਸਾਨੂੰ ਚਾਹੀਦੀ ਸੀਗੀ ਕਿ ਪਿੱਛੇ ਇੱਕ ਸਾਡਾ ਬੰਦਾ ਬੈਠਾ, ਸਾਡੀ ਤੜਫਣ ਮੁੱਕ ਜੇ ਉਹਦੇ ਲਈ। ਪਰ ਉਹ ਨਹੀਂ ਸੀ ਹੁੰਦਾ ਇੱਦਾਂ। ਹਰੇਕ ਟਾਈਮ ਜਾਂਦੇ ਸੀ, ਹਰੇਕ ਵਾਰ ਜਾਂਦੇ ਸੀਗੇ ਅਤੇ ਉਹ ਕੋਈ ਨਾ ਕੋਈ ਨਵਾਂ ਮਸਲਾ ਉੱਥੇ ਖੜਾ ਹੋਇਆ ਹੁੰਦਾ ਸੀਗਾ ਨਾਨੀ ਨੂੰ ਲੈ ਕੇ। ਉਹ ਨਾਨੀ ਨਹੀਂ ਸੀ ਦੱਸਦੀ, ਸਾਨੂੰ ਇੱਧਰੋਂ ਉੱਧਰੋਂ ਪਤਾ ਲੱਗ ਜਾਂਦਾ ਸੀ। ਔਰ ਇਹ ਚੀਜ਼ ਨੂੰ ਲੈ ਕੇ ਅਤੇ ਉੱਪਰੋਂ ਜਿਹੜੀ ਸੀਗੀ ਉਦੋਂ ਕੰਜ਼ਰਵੇਟਿਵ ਗੌਰਮੈਂਟ ਸੀਗੀ, ਅਤੇ ਉਹਨਾਂ ਨੇ ਗ੍ਰੈਂਡ ਪੇਰੈਂਟਸ ਵਾਲੀ ਕੈਟੇਗਰੀ ਨੂੰ ਪਤਾ ਨਹੀਂ ਬੰਦ ਕੀਤਾ ਹੋਇਆ ਸੀਗਾ ਅਤੇ ਪੌਜ਼ ਪਾਇਆ ਹੋਇਆ ਸੀ।
ਕੁਝ ਨਹੀਂ ਸੀ ਹੋ ਰਿਹਾ। ਮੈਂ ਐਮਪੀਆਂ ਦੇ ਦਫ਼ਤਰਾਂ ਦੇ ਚੱਕਰ ਸਾਰਾ ਕੁਝ ਕਰਕੇ, ਸੋ ਮੇਰੇ ਅੰਦਰ ਇੱਕ ਰੋਹ ਸੀਗਾ ਉਹ ਸਾਰੇ ਕਾਸੇ ਨੂੰ ਲੈ ਕੇ, ਤੇ ਬਹੁਤ ਜ਼ਿਆਦਾ ਭਰੀ ਪਈ ਸੀ ਮੈਂ ਨੱਕੋ ਨੱਕ ਉਹਨੂੰ ਲੈ ਕੇ, ਅੱਛਾ। ਕਿ ਕਿਉਂ ਅਸੀਂ ਵੀ ਤਾਂ ਇੱਥੇ ਆਏ ਹਾਂ, ਅਸੀਂ ਕਿੰਨੀਆਂ ਮਿਹਨਤਾਂ ਕੀਤੀਆਂ ਨੇ ਇੱਥੇ ਆ ਕੇ, ਅਸੀਂ ਵੀ ਟੈਕਸ ਪੇਅਰ ਹਾਂ, ਅਸੀਂ ਵੀ ਇਕੋਨਮੀ 'ਚ ਇੱਥੇ ਕੰਟਰੀਬਿਊਟ ਕੀਤਾ ਹੈ, ਤੇ ਫਿਰ ਇਹ ਵਿਤਕਰਾ ਕਿਉਂ ਸਾਡੇ ਤੇ ਯੂਰਪ ਦੇ ਕਿਸੇ ਦੇ ਆਉਣਾ ਹੋਵੇ, ਉਹਨਾਂ ਦੇ ਰਿਸ਼ਤੇਦਾਰਾਂ ਨੇ, ਤੇ ਉਹਨਾਂ ਨੂੰ ਤਾਂ ਕਈ ਵਾਰ ਵੀਜ਼ਾ ਵੀ ਨਹੀਂ ਲੈਣਾ ਪੈਂਦਾ, ਉਹ ਚੁੱਪ ਕਰਕੇ ਆਪਣਾ ਛੋਟਾ ਜਿਹਾ ਅਟੈਚ ਕੇਸ ਚੁੱਕ ਕੇ ਜਹਾਜ਼ ਚੜ੍ਹਦੇ ਨੇ ਆਪਣਾ। ਇਹ ਕਿੱਡਾ ਵੱਡਾ ਪਾੜ ਹੈ, ਤੇ ਇਹ ਚੀਜ਼ ਮੈਨੂੰ ਬਹੁਤ ਬਾਦਰ ਕਰਦੀ ਸੀ। ਮੈਨੂੰ ਕਈ ਵਾਰ ਮੇਰੇ ਹਸਬੈਂਡ ਨੇ ਸ਼ਾਂਤ ਕਰਨ ਵਾਸਤੇ ਕਹਿਣਾ, ਤੂੰ ਏਦਾਂ ਕਰ, ਤੂੰ ਕਿਸੇ ਰੇਡੀਓ ਸ਼ੋਅ ਤੇ ਜਾ, ਇਹ ਸਾਰੀ ਗੱਲ ਕਰ ਤੂੰ ਉੱਥੇ ਜਾ ਕੇ, ਤੇ ਮੈਂ ਕਿਹਾ ਕਿਤੇ ਹੋਰ ਨਾ ਨਾਨੀ ਦਾ ਕੇਸ ਹੋਰ ਖਰਾਬ ਹੋ ਜਾਵੇ, ਇਹ ਗੱਲੋਂ ਮੈਂ ਫਿਰ ਚੁੱਪ ਕਰ ਜਾਣਾ। ਤੇ ਫਿਰ ਪਹਿਲੀ ਕਹਾਣੀ ਜਿਹੜੀ ਸੀ ਵੀਜ਼ਾ ਨਾਨੀ ਦਾ, ਉਹ ਸਾਰਾ ਰੋਹ ਜਿਹੜਾ ਸੀਗਾ ਉਹ ਮੇਰਾ ਨਿਕਲਿਆ, ਔਰ ਮੇਰਾ ਇੱਕ ਤਰ੍ਹਾਂ ਦਾ ਕਥਾਰਸਿਸ ਹੋਇਆ। ਆਈ ਵਾਜ਼ ਫੀਲਿੰਗ ਮੱਚ ਬੈਟਰ ਆਫਟਰ, ਮੱਚ ਬੈਟਰ। ਕਿੰਨਾ ਟਾਈਮ ਲੱਗਾ ਉਹ ਕਹਾਣੀ ਲਿਖਣ ਨੂੰ? ਮੇਰਾ ਖਿਆਲ ਮੈਂ ਉਹ ਕਹਾਣੀ 3 ਦਿਨ 'ਚ ਲਿਖਤੀ ਸੀਗੀ। ਅੱਛਾ। ਉਹ 'ਚ ਇੱਕ ਵੀ ਸ਼ਬਦ ਮੈਨੂੰ ਚੇਂਜ ਨਹੀਂ ਕਰਨਾ ਪਿਆ, ਤੇ ਇੱਕ ਇਸ ਦਾ ਨਾਂ ਜ਼ਰੂਰ ਰੱਖਿਆ ਸੀਗਾ ਨਾਨੀ ਦਾ ਵੀਜ਼ਾ, ਤੇ ਲਿਖ ਕੇ ਜਦ ਵੀਰਾਂ ਨੂੰ ਭੇਜੀ, ਉਹ ਕਹਿੰਦੀ ਉਹਦਾ ਨਾਮ ਮੈਂ ਵੀਜ਼ਾ ਨਾਨੀ ਦਾ ਕਰਦਾ, ਜ਼ਿਆਦਾ ਲੱਗਦਾ, ਰਿਦਮਿਕ ਲੱਗਦਾ। ਅੱਛਾ। ਮੈਂ ਕਿਹਾ ਠੀਕ ਹੈ। ਕਹਿੰਦੀ, ਮੈਂ ਕਿਹਾ ਜੇ ਹੋਰ ਕੁਝ ਚੇਂਜ ਕਰਨ ਵਾਲਾ ਮੈਨੂੰ ਦੱਸ ਦੇ, ਮੈਂ ਹੋਰ ਕਰਕੇ ਭੇਜ ਦਿੰਦੀ ਹਾਂ। ਕਹਿੰਦੀ ਨਹੀਂ, ਕੁਝ ਵੀ ਨਹੀਂ ਚੇਂਜ ਕਰਨਾ। ਉਹਨੇ ਦੇਸ ਪ੍ਰਦੇਸ ਨੂੰ ਕਹਾਣੀ ਉੱਦਾਂ ਹੀ ਭੇਜਤੀ, ਅੱਛਾ, ਨਿਊਜ਼ਪੇਪਰ ਨੂੰ ਜਿਹੜਾ ਇੰਗਲੈਂਡ ਤੋਂ ਨਿਕਲਦਾ, ਤੇ ਉਹਨਾਂ ਨੇ ਫਿਰ ਛਾਪੀ। ਉਹ ਤੋਂ ਬਾਅਦ ਉਹ ਕਹਾਣੀ ਮੈਨੂੰ ਤਾਂ ਹੁਣ ਪਤਾ ਨਹੀਂ ਸੀਗਾ, ਕਿਉਂਕਿ ਪਹਿਲਾ ਮੇਰਾ ਇੱਦਾਂ ਦਾ ਪੰਜਾਬੀ ਲਿਟਰੇਚਰ 'ਚ ਪਹਿਲਾ ਕਦਮ ਮੇਰਾ, ਉਹ ਮੈਨੂੰ ਕਦੇ ਮੈਨੂੰ ਅਮਰੀਕਾ ਤੋਂ ਫੋਨ ਆ ਜਾਇਆ ਕਰੇ, ਕਦੇ ਵਿਨੀਪੈਗ ਤੋਂ, ਕਦੇ ਤੁਹਾਡੀ ਕਹਾਣੀ ਇੱਕ ਅਸੀਂ ਹੋਰ ਨਿਊਜ਼ਪੇਪਰ 'ਚ ਦੇਖੀ, ਇੱਕ ਅਸੀਂ ਹੋਰ ਨਿਊਜ਼ਪੇਪਰ 'ਚ ਛਪੀ ਦੇਖੀ, ਔਰ ਲੋਕੀ ਆਪ ਹੀ ਉਹਨੂੰ ਚੁੱਕ ਕੇ ਛਾਪੀ ਜਾ ਰਹੇ ਸੀਗੇ ਸਾਰੀ ਜਗ੍ਹਾ। ਸੋ ਆਈ ਵਾਜ਼ ਹੈਪੀ। ਪਰ ਮੈਨੂੰ ਇਹ ਵੀ ਪਤਾ ਲੱਗਾ ਕਿ ਦੇਖੋ ਪਾਵਰ ਕਿੰਨੀ ਹੈ, ਕਿ ਤੁਹਾਡੀ ਜਿਹੜੀ ਆਪਣੀ ਲੈਂਗੁਏਜ ਲਿਖੀ ਹੋਈ ਚੀਜ਼ ਦੀ ਕਿੰਨੀ ਇੰਟੈਂਸਿਟੀ ਹੋ ਸਕਦੀ ਹੈ, ਉਹਦੀ ਕਿੰਨੀ ਪਾਵਰ ਹੋ ਸਕਦੀ ਹੈ, ਤੇ ਉਹ ਕਿੱਥੇ ਤੱਕ ਗੱਲ ਜਾਂਦੀ ਹੈ। ਬਿਲਕੁਲ। ਸੋ ਮੈਂ ਕਿਹਾ ਵੀ ਚਲੋ ਠੀਕ ਹੈ, ਹੁਣ ਮੇਰਾ ਤਾਂ ਇਹੀ ਜ਼ਰੀਆ ਆਪਣੀ ਗੱਲ। ਸਾਡੇ ਇੱਕ ਹੋਰ ਲਿਸਨਰ ਨੇ ਕਾਫੀ ਦੇਰ ਤੋਂ ਹੋਲਡ ਤੇ ਨੇ, ਉਹਨਾਂ ਦੇ ਨਾਲ ਗੱਲ ਕਰਦੇ ਹਾਂ। ਸਾਡੇ ਬਹੁਤ ਰੈਗੂਲਰ ਲਿਸਨਰ ਨੇ, ਪਿਆਰੇ ਲਿਸਨਰ ਨੇ, ਜਸਵੀਰ ਮੰਗੂਵਾਲ ਜੀ। ਹੈਲੋ, ਸਤਿ ਸ਼੍ਰੀ ਅਕਾਲ ਜੀ, ਦੋਨਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜਸਵੀਰ। ਹਾਂਜੀ, ਮੈਂ ਗੁਰਮੀਤ ਹੋਣਾ ਨੂੰ ਕਾਫੀ ਸਾਲਾਂ ਤੋਂ ਜਾਣਦੀ ਆ, ਤੇ ਇਹਨਾਂ ਦੀਆਂ ਜਿਹੜੀਆਂ ਕਹਾਣੀਆਂ ਆ, ਮੈਂ ਪਹਿਲੀ ਵਾਰੀ ਸੁਗੰਧੀਆਂ 'ਚ ਪੜ੍ਹੀਆਂ ਸੀਗੀਆਂ, ਬੜੀਆਂ ਚੰਗੀਆਂ ਲੱਗੀਆਂ, ਤੇ ਪਿਛਲੇ ਸਮੇਂ 'ਚ ਮੁਰਗਾਬੀਆਂ ਦੀ ਬੜੀ ਚਰਚਾ ਸੁਣੀ। ਕਿਤੇ ਗੱਲ ਚੱਲ ਰਹੀ ਸੀ ਜਦੋਂ ਆਹ ਨੇਟਿਵ ਸੀ, ਤੇ ਉਸ ਵੇਲੇ ਜੇ ਰੈਜ਼ੀਡੈਂਸ਼ੀਅਲ ਸਕੂਲਾਂ ਦੀ, ਤਾਂ ਉਸ ਵੇਲੇ ਬੜੀ ਚਰਚਾ ਸੁਣੀ, ਤੇ ਫਿਰ ਮੈਂ ਇਹਨਾਂ ਨੂੰ ਫੋਨ ਕੀਤਾ। ਮੈਂ ਕਿਹਾ ਵੀ ਮੈਨੂੰ ਤੁਸੀਂ ਉਹ ਕਹਾਣੀ ਭੇਜ ਸਕਦੇ ਆ? ਇਹਨਾਂ ਨੇ ਫਿਰ ਮੈਨੂੰ PDF ਹੀ ਭੇਜ ਦਿੱਤਾ ਕਿਤਾਬ ਦਾ, ਤੇ ਉਹ ਕਹਾਣੀ ਫਿਰ ਮੈਂ ਪੜ੍ਹੀ। ਬਹੁਤ ਵਧੀਆ ਕਹਾਣੀ ਆ ਉਹ। ਉਹਦੀ ਕਹਾਣੀ ਕਹਿਣ ਦਾ ਤਰੀਕਾ ਇਹਨਾਂ ਦਾ ਇੰਨਾ ਵਧੀਆ ਆ, ਤੇ ਐਂਡ ਵੀ ਬਹੁਤ ਸੋਹਣਾ ਆ, ਮੈਨੂੰ ਬਹੁਤ ਪਿਆਰੀ ਲੱਗੀ। ਤੁਸੀਂ ਬਹੁਤ ਵਧੀਆ ਲਿਖਦੇ ਰਹੋ, ਤੇ ਬਹੁਤ ਖੁਸ਼ੀ ਹੋ ਰਹੀ ਆ ਤੁਹਾਨੂੰ ਸੁਣ ਕੇ। ਧੰਨਵਾਦ। ਥੈਂਕ ਯੂ ਜਸਬੀਰ, ਥੈਂਕ ਯੂ ਵੈਰੀ ਮਚ। ਇਹ ਕਹਾਣੀ ਜਿਹਦਾ ਵਾਰ-ਵਾਰ ਜ਼ਿਕਰ ਹੋਇਆ, ਮੁਰਗਾਬੀਆਂ, ਥੋੜ੍ਹਾ ਜਿਹਾ ਮੈਂ ਚਾਹੁੰਦੀ ਹਾਂ ਕਿ ਸੁਣਨ ਵਾਲਿਆਂ ਨੂੰ ਤੁਸੀਂ ਇਸ ਕਹਾਣੀ ਦੇ ਜਨਮ ਬਾਰੇ ਦੱਸੋ, ਕਿਉਂਕਿ ਰੈਜ਼ੀਡੈਂਸ਼ੀਅਲ ਸਕੂਲਾਂ ਦਾ ਜ਼ਿਕਰ ਪਿਛਲੇ ਦਿਨੀਂ ਖਬਰਾਂ ਦੇ ਵਿੱਚ ਬਹੁਤ ਜ਼ਿਆਦਾ ਆਇਆ। ਜਦੋਂ ਤੁਸੀਂ ਇਹ ਕਹਾਣੀ ਲਿਖੀ ਆ, ਮੇਰੇ ਖਿਆਲ ਆ ਜਿਹੜੇ ਰੈਜ਼ੀਡੈਂਸ਼ੀਅਲ ਸਕੂਲਾਂ ਦੇ ਬੱਚਿਆਂ ਦੀਆਂ ਜਿਹੜੀਆਂ ਕਬਰਾਂ ਨਿਕਲੀਆਂ ਆ ਕੈਨੇਡਾ ਦੇ ਵਿੱਚ, ਉਹ ਤਾਂ ਬਾਅਦ ਦੇ ਵਿੱਚ ਖਬਰਾਂ ਆਈਆਂ, ਪਰ ਇਹ ਤੁਹਾਡੀ ਕਹਾਣੀ ਪਹਿਲਾਂ ਛਪ ਚੁੱਕੀ ਸੀ। ਹਾਂਜੀ। ਤੁਸੀਂ ਇਹਦੇ ਵਿੱਚ ਦੇਖੋ, ਮੈਂ ਪੜ੍ਹ ਰਹੀ ਸੀ ਜਦੋਂ ਕਹਾਣੀ, ਮੈਂ ਸੁਣਨ ਵਾਲਿਆਂ ਦੇ ਨਾਲ ਇਹ ਚੀਜ਼ ਸਾਂਝੀ ਕਰਨਾ ਚਾਹੁੰਦੀ ਹਾਂ। ਇਹ ਬਹੁਤ ਪਿਆਰੀ ਕਹਾਣੀ ਆ, ਪਰ ਇਸ ਕਹਾਣੀ ਦੇ ਵਿੱਚ ਰਿਸਰਚ ਜਿਹੜੀ ਹੈ ਉਹ ਬਹੁਤ ਸ਼ਾਮਿਲ ਹੈ। ਜਿਸ ਢੰਗ ਦੇ ਨਾਲ ਇਸ ਕਹਾਣੀ 'ਚ ਇਹਨਾਂ ਨੇ ਇਹ ਲਿਖਿਆ ਕਿ ਇਹ ਰਿਜ਼ਰਵ ਏਰੀਏ ਦੇ ਵਿੱਚ ਜਦੋਂ ਜਿਹੜਾ ਮੇਨ ਕੈਰੈਕਟਰ ਹੈ ਉਹ ਦਾਖਲ ਹੁੰਦਾ, ਅਤੇ ਉਹ ਉਸ ਇਲਾਕੇ ਦੀ ਤੁਲਨਾ ਕੈਨੇਡਾ ਦੇ ਸ਼ਹਿਰਾਂ ਦੇ ਜਿਹੜੇ ਘਰ ਆ ਉਹਦੇ ਨਾਲ ਕਰਦਾ, ਅਤੇ ਉਹ ਬਹੁਤ ਹੈਰਾਨ ਹੁੰਦਾ ਮੇਨ ਕੈਰੈਕਟਰ ਇਸ ਕਹਾਣੀ ਦਾ, ਕਿ ਵੀ ਹੈ ਇੰਨਾ ਵੱਡਾ ਫਰਕ ਹੈ ਕੈਨੇਡਾ ਦੇ ਜਿਹੜੇ ਆਮ ਸ਼ਹਿਰ ਆ ਅਤੇ ਇਹ ਜਿਹੜੇ ਰਿਜ਼ਰਵ ਇਲਾਕੇ ਆ। ਬੜੀ ਖੂਬਸੂਰਤੀ ਦੇ ਨਾਲ ਉੱਥੇ ਦੇ ਜਿਹੜੇ ਬੱਚੇ ਆ ਉਹਨਾਂ ਨੂੰ ਬਿਆਨ ਕੀਤਾ ਇਹਨਾਂ ਨੇ। ਲਿਖਿਆ, ਕਹਿੰਦੇ ਇੰਨੇ ਨੂੰ 7 ਅਤੇ 8 ਸਾਲ ਦੇ 2 ਬੱਚੇ ਮੇਰੇ ਕੋਲ ਆਏ ਤਾਂ ਮੈਂ ਉਹਨਾਂ ਨੂੰ ਬਾਹਾਂ ਵਿੱਚ ਭਰ ਲਿਆ। ਲਾਲ ਭੂਰੇ ਚਿਹਰੇ, ਸਿਰ 'ਤੇ ਸੰਘਣੇ ਕਾਲੇ ਵਾਲ, ਉਹ ਬੱਚੇ ਮੈਨੂੰ ਇੰਝ ਲੱਗੇ ਜਿਵੇਂ 2 ਕੁਦਰਤੀ ਫੁੱਲ ਹੋਣ, ਮਾਨਵੀ ਫੁੱਲ। ਅਤੇ ਪਿਛਲੇ ਦਿਨੀਂ ਇਹਨਾਂ ਮਾਨਵੀ ਫੁੱਲਾਂ ਦੀਆਂ ਜਦੋਂ ਅਸੀਂ ਖਬਰਾਂ ਸੁਣੀਆਂ ਕਿ ਇਹਨਾਂ ਦੀਆਂ ਕਬਰਾਂ ਲੱਭੀਆਂ ਨੇ, ਬਹੁਤ ਜ਼ਿਆਦਾ ਕੈਨੇਡੀਅਨਸ ਨੇ ਰੋਸ ਪ੍ਰਗਟ ਕੀਤਾ, ਅਤੇ ਬਹੁਤ ਜ਼ਿਆਦਾ ਦੁਨੀਆ ਦੇ ਦੰਦਾਂ ਥੱਲੇ ਉਂਗਲੀਆਂ ਆ ਗਈਆਂ ਕਿ ਕੀ ਇਹ ਕੈਨੇਡਾ ਦੇ ਵਿੱਚ ਸਭ ਕੁਝ ਹੋਇਆ ਹੋਏਗਾ। ਇੱਕ ਥਾਂ 'ਤੇ ਗੁਰਮੀਤ ਜੀ ਲਿਖ ਰਹੇ ਆ, ਕਹਿੰਦੇ ਰੈਜ਼ੀਡੈਂਸ਼ੀਅਲ ਸਕੂਲਾਂ 'ਚ ਸਾਡੇ ਨਿਆਣੇ ਚੁੱਕ ਕੇ ਪਾ ਦਿੱਤੇ। ਗੋਰਾ ਬੰਦਾ ਤਾਂ ਸੋਚਦਾ
ਬਈ ਉਹ ਕੁਝ ਵੀ ਬਣ ਸਕਦਾ ਹੈ, ਅਫਰੀਕਨ ਤੇ ਚੀਨਾ ਵੀ ਬਣਨ ਨੂੰ ਫਿਰਦਾ ਹੈ। ਇੱਕ ਜਗ੍ਹਾ ਤੇ ਲਿਖ ਰਹੇ ਨੇ, ਕਹਿੰਦੇ ਸਾਰੇ ਯੂਰਪ ਤੇ ਨਾਰਥ ਅਮਰੀਕਾ ਦੇ ਵਿੱਚ 100 ਮਿਲੀਅਨ ਤੋਂ ਵੱਧ ਨੇਟਿਵ ਮਾਰ ਮੁਕਾਏ ਗਏ। ਇਸ ਤੋਂ ਇਲਾਵਾ ਗੁਰਮੀਤ ਜੀ, ਮੈਂ ਦੇਖ ਰਹੀ ਸੀ ਜਦੋਂ ਇਹ ਕਹਾਣੀ ਪੜ੍ਹੀ ਹੈ, ਜਿਨ੍ਹਾਂ ਨੇ ਪੜ੍ਹੀ ਉਹਨਾਂ ਨੂੰ ਇਸ ਗੱਲ ਦਾ ਜ਼ਿਆਦਾ ਪਤਾ। ਬਹੁਤ ਇਸ ਤਰ੍ਹਾਂ ਲੱਗਦਾ ਕਿ ਜਿਵੇਂ ਤੁਸੀਂ ਹਿਸਟੋਰੀਕਲ ਫੈਕਟਸ ਇਕੱਠੇ ਕੀਤੇ ਆ, ਇੱਕ ਇਕੱਲੀ ਫਿਕਸ਼ਨ ਨਹੀਂ ਲੱਗਦੀ ਹੈਗੀ। ਥੋੜ੍ਹਾ ਜਿਹਾ ਮੈਂ ਚਾਹੁੰਦੀ ਹਾਂ ਕਿ ਜਿਹੜੀ ਰਿਸਰਚ ਇਨਵੋਲਵ ਸੀ ਤੇ ਇਹਦਾ ਜਨਮ ਕਿੱਦਾਂ ਹੋਇਆ, ਉਹਦੀ ਬੈਕਗਰਾਊਂਡ ਸਾਡੇ ਸੁਣਨ ਵਾਲਿਆਂ ਦੇ ਨਾਲ ਸਾਂਝੀ ਕਰੋ। ਹਾਂਜੀ, ਇਹ ਆਪਣਾ ਜਿਹੜਾ ਜਿੱਥੇ ਮੈਂ ਰਹਿ ਰਹੀ ਹਾਂ ਬ੍ਰੈਂਡਫੋਰਡ, ਇਹ ਆਪਣਾ ਗ੍ਰਾਹਮ ਬੈਲ ਦਾ ਵੀ ਟਾਊਨ ਹੈ ਜਿਹਨੇ ਟੈਲੀਫੋਨ ਇਨਵੈਂਟ ਕੀਤਾ। ਸਾਡੀ ਹਲੇ ਉੱਥੇ ਆਬਾਦੀ 96,000 ਦੀ ਹੈ, ਸਾਰੀ 1 ਲੱਖ ਤੋਂ ਹੇਠ ਹੈ, ਔਰ ਸਾਡੇ ਤੋਂ 15-20 ਮਿੰਟ ਦੀ ਡਰਾਈਵ 'ਤੇ ਰਿਜ਼ਰਵ ਹੈ। ਅਤੇ ਸਾਡੇ ਘਰਾਂ 'ਚ ਆਮ ਗੱਲ ਹੁੰਦੀ ਰਹਿੰਦੀ ਹੈ, ਜਿਹਦੇ ਵਿੱਚ ਅਸੀਂ ਜਾਓ ਆਪਣੇ ਪੰਜਾਬੀ ਘਰਾਂ ਦੇ ਵਿੱਚ, ਕਿ ਉਹ ਮੈਂ ਰਿਜ਼ਰਵ 'ਤੇ ਜਾਣਾ ਤਾਂ ਸੀ, ਪਰ ਮੈਂ ਉੱਥੇ ਸੋਚਦਾ ਕਾਹਨੂੰ ਜਾਣਾ ਹੈ, ਐਵੇਂ ਚੋਰ ਚੱਕੇ ਬੈਠੇ ਨੇ, ਕਹਿੰਦੇ ਉਹ ਤਾਂ ਚਲਦੀ ਕਾਰ ਦਾ ਵੀ ਟਾਇਰ ਉਤਾਰ ਲੈਣ। ਅਤੇ ਇੱਕ ਪਾਸੇ ਇਹ ਗੱਲਾਂ ਹੋ ਰਹੀਆਂ ਨੇ ਪੰਜਾਬੀ ਘਰਾਂ 'ਚ ਆਊਟ ਆਫ ਇਗਨੋਰੈਂਸ, ਦੂਜੇ ਪਾਸੇ ਸਾਡਾ ਕੰਸਟਰਕਸ਼ਨ ਦਾ ਬਿਜ਼ਨਸ ਹੈ, ਉੱਥੇ ਅਸੀਂ ਇਹਨਾਂ ਨੂੰ ਹਾਇਰ ਕੀਤਾ ਹੋਇਆ ਅਤੇ ਉਹਨਾਂ ਕੋਲੋਂ ਮੈਨੂੰ ਕਹਾਣੀਆਂ ਮਿਲ ਰਹੀਆਂ ਨੇ ਕਿ ਇਹਨਾਂ ਦੇ ਨਾਲ ਕੀ ਕੀ ਹੋਇਆ। ਸੋ ਦੋਹਾਂ ਦੇ ਵਿੱਚ ਐਡਾ ਵੱਡਾ ਪਾੜਾ ਹੈ ਔਰ ਮੈਂ ਵਿਚਾਲੇ ਹਾਂ। ਅਤੇ ਮੈਂ ਇੰਨੀ ਕੁ ਪਸੀਜੀ ਗਈ ਆਪਣਾ, ਮੈਂ ਸੋਚਦੀ ਹਾਂ ਕਈ ਵਾਰ ਜਿਹੜੀ ਇਗਨੋਰੈਂਸ ਹੁੰਦੀ ਹੈ, ਇਟਸ ਨਾਟ ਆਲਵੇਜ਼ ਅ ਬਲੈਸਿੰਗ, ਇਗਨੋਰੈਂਸ ਘਾਤਕ ਵੀ ਹੋ ਸਕਦੀ ਹੈ। ਅਤੇ ਮੈਂ ਕਿਉਂ ਨਾ ਆਪਣੇ ਲੋਕਾਂ ਵਾਸਤੇ ਇੱਕ ਇਹੋ ਜਿਹੀ ਕਹਾਣੀ ਲਿਖਾਂ ਜਿਹਦੇ 'ਚ ਇਹਨਾਂ ਨੂੰ ਪਤਾ ਲੱਗ ਜਾਵੇ ਕਿ ਜਿਹੜੇ ਇਹ ਮੂਲ ਵਾਸੀ ਨੇ, ਇਹਨਾਂ ਦਾ ਐਕਚੁਅਲੀ ਜਿਹੜਾ ਇਹਨਾਂ ਦੀ ਹਿਸਟਰੀ ਕੀ ਹੈ ਅਤੇ ਇਹ ਕਿੱਦਾਂ ਦੇ ਕਿਵੇਂ ਰਹਿੰਦੇ ਸੀ, ਇਹਨਾਂ ਦਾ ਰਹਿਣ ਸਹਿਣ ਕੀ ਸੀਗਾ। ਉਹ ਤੋਂ ਬਾਅਦ ਜਿਹੜਾ ਇਹ ਹੈਗਾ ਆਪਣਾ ਪੂੰਜੀਵਾਦੀ ਸੰਸਾਰ ਅਤੇ ਕਾਰਪੋਰੇਟੀ ਸੰਸਾਰ ਨੇ, ਇਹਨਾਂ ਦਾ ਰਹਿਣ ਸਹਿਣ, ਇਹਨਾਂ ਦਾ ਸੱਭਿਆਚਾਰ ਦਾ ਜਿਹੜਾ ਰਿਦਮ ਸੀਗਾ, ਉਹਨੂੰ ਕਿੱਦਾਂ ਤਹਿਸ ਨਹਿਸ ਕੀਤਾ ਹੈ, ਇਹ ਕੌਣ ਲਿਆਊਗਾ ਸਾਡੇ ਲੋਕਾਂ ਦੇ ਸਾਹਮਣੇ। ਮੈਂ ਤਾਂ ਇੱਕ ਤਰ੍ਹਾਂ ਦੀ ਉਹਨਾਂ ਦੀ ਵਕੀਲ ਹੀ ਬਣ ਗਈ, ਆਪਣੇ ਮਨ ਹੀ ਮਨ। ਮੈਂ ਇਹਨਾਂ ਦਾ ਜਿਹੜਾ ਹੈਗਾ ਸੱਚ ਮੈਂ ਸਾਹਮਣੇ ਲੈ ਕੇ ਆਊਂਗੀ ਜੀ। ਦੈਟ ਵਾਜ਼ ਦਾ ਪਰਪਸ ਬਿਹਾਈਂਡ। ਅਤੇ ਉਹ ਤੋਂ ਬਾਅਦ ਲੋਕਾਂ ਦੇ ਨਾਲ ਉੱਥੇ ਰਿਜ਼ਰਵ ਜਾ ਕੇ ਗੱਲਾਂ ਕੀਤੀਆਂ, ਔਰ ਮੇਰੇ ਹਸਬੈਂਡ ਨੂੰ ਤਾਂ ਬਹੁਤ ਹੀ ਜ਼ਿਆਦਾ ਹਮਦਰਦੀ ਹੈ, ਕਿਉਂਕਿ ਅਸੀਂ ਇਹ ਸੋਚਦੇ ਹਾਂ ਕਿ ਜੇ ਉਹ ਮੂਲ ਵਾਸੀ ਨੇ ਇੱਥੇ, ਜਿਹੜਾ ਨੇ ਪਹਿਲਾਂ ਆ ਕੇ ਇਹ ਧਰਤ ਦੇ ਉੱਪਰ ਆਪਣਾ ਪੈਰ ਰੱਖਿਆ ਅਤੇ ਇਹ ਧਰਤ ਨੂੰ ਜੀਣ ਜੋਗੀ ਕੀਤਾ, ਅਤੇ ਇਹ ਤਾਂ ਧਾੜਵੀ ਤਾਂ ਬਾਅਦ 'ਚ ਆਏ ਨਾ, ਸਾਰੇ ਯੂਰਪੀਅਨ ਧਾੜਵੀ ਸੀਗੇ ਜਿਹੜੇ ਇੱਥੇ ਆਏ ਅਤੇ ਇਹਨਾਂ ਦਾ ਕੱਚਾ ਮਾਲ ਸਾਰਾ ਲੈ ਗਏ, ਖੱਲਾਂ ਖੁੱਲਾਂ, ਅਤੇ ਇਹਨਾਂ ਨੂੰ ਸ਼ਰਾਬ ਦੇ ਜਹਾਜ਼ ਲੈ ਆਉਂਦੇ ਇਹਨਾਂ ਵਾਸਤੇ, ਉਹ ਇਹਨਾਂ ਨੂੰ ਦੇ ਗਏ, ਅਤੇ ਤਾਂ ਕਿ ਇਹ ਬਿਲਕੁਲ ਨਕਾਰੇ ਹੋ ਜਾਣ ਅਤੇ ਉਹ ਆਪਣੀ ਜਿਹੜੀ ਚਾਲ ਦੇ ਵਿੱਚ ਹੋਏ, ਕਾਮਯਾਬੀ ਹੋਏ। ਮੈਂ ਸਿੰਬੋਲਿਕਲੀ ਉਹਨਾਂ ਨੂੰ ਲੂੰਮੜੀ ਆਖਿਆ, ਯੂਰਪੀਅਨ ਧਾੜਵੀ ਸੀਗੇ ਉਹਨਾਂ ਨੂੰ ਇਹਦੇ 'ਚ ਕਹਾਣੀ 'ਚ, ਅਤੇ ਇਹਨਾਂ ਨੂੰ ਮੈਂ ਮੂਲ ਵਾਸੀਆਂ ਨੂੰ ਮੈਂ ਮੁਰਗਾਬੀਆਂ ਆਖਿਆ, ਕਿਉਂਕਿ ਮੁਰਗਾਬੀਆਂ ਇੱਕ ਬੜਾ ਹੀ ਸੋਹਜਮਈ ਅਤੇ ਅਣਭੋਲ ਜਿਹਾ ਪੰਛੀ ਹੈ, ਉਹ ਆਪਣੀ ਹੀ ਮਸਤੀ 'ਚ ਜੀਣਾ ਚਾਹੁੰਦਾ ਹੈ। ਬਿਲਕੁਲ। ਅਤੇ ਇਹਨਾਂ ਨੇ ਆ ਕੇ ਲੂੰਮੜੀ ਜਦ ਆਉਂਦੀ ਹੈ ਮੁਰਗਾਬੀਆਂ ਕੋਲ ਕਿ ਮੈਨੂੰ ਇੱਕ ਖੰਭ ਦੇ ਦਿਓ, ਇੱਕ ਖੰਭ ਦਾ ਮਤਲਬ ਹੈ ਕਿ ਉਹ ਇਹਨਾਂ ਕੋਲੋਂ ਇਹਨਾਂ ਦਾ ਕੱਚਾ ਮਾਲ ਲੈਣ ਆ ਰਹੀ ਹੈ। ਬਿਲਕੁਲ, ਹਾਂ, ਉਹ ਦੇ ਦਿੰਦੇ ਨੇ ਆਪਣੇ ਭੋਲੇਪਣ 'ਚ। ਉਹ ਫੇਰ ਆਉਂਦੀ ਹੈ, ਉਹ ਤਾਂ ਦੂਜਾ ਖੰਭ ਮੰਗਦੀ ਹੈ ਕਿ ਉਹਨਾਂ ਨੂੰ ਇੰਨਾ ਕੁ ਖੰਭਹੀਣ ਕਰ ਦਿਓ ਕਿ ਉਹ ਨਾ ਉਹ ਤੈਰ ਸਕਣ, ਨਾ ਉਹ ਉੱਡ ਸਕਣ। ਅਤੇ ਉਹ ਤੋਂ ਬਾਅਦ ਸਾਡੀ ਬੱਲੇ ਬੱਲੇ ਹੈ ਹੀ ਇੱਥੇ। ਸੋ ਇਹ ਐਗਜ਼ੈਕਟਲੀ ਇੱਥੇ ਨਹੀਂ ਹੋਇਆ, ਐਕਚੁਅਲੀ ਜਿਹੜੇ ਕੋਰਪੋਰੇਟੀ ਧਿਰਾਂ ਨੇ, ਪੂੰਜੀਵਾਦੀ ਧਿਰਾਂ ਨੇ, ਇਹ ਆਲਮੋਸਟ ਸਾਰੇ ਸੰਸਾਰ 'ਚ ਇੱਕੋ ਜਿਹੀਆਂ ਹੀ ਨੇ। ਐਗਜ਼ੈਕਟਲੀ। ਇਹਨਾਂ ਦੀਆਂ ਕਹਾਣੀਆਂ ਦਾ ਜ਼ਿਕਰ ਚੱਲ ਰਿਹਾ ਸੀ, ਪਰ ਇੱਕ ਦੋ ਵਾਰੀ ਇਹਨਾਂ ਨੇ ਇੱਕ ਖਾਸ ਵਿਅਕਤੀ ਦਾ ਜ਼ਿਕਰ ਕੀਤਾ, ਜਿਹੜਾ ਕਿ ਇਸ ਵੇਲੇ ਸਾਡੇ ਨਾਲ ਟੈਲੀਫੋਨ ਲਾਈਨ 'ਤੇ ਆ। ਉਹਨਾਂ ਦੇ ਨਾਲ ਆਪਾਂ ਗੱਲ ਕਰਦੇ ਹਾਂ, ਦੇਖਦੇ ਹਾਂ ਕਿ ਗੁਰਮੀਤ ਜੀ ਨੂੰ ਕੀ ਕਹਿਣਾ ਚਾਹੁੰਦੇ ਨੇ। ਹੈਲੋ ਜੀ। ਹੈਲੋ ਜੀ, ਸਤਿ ਸ਼੍ਰੀ ਅਕਾਲ ਨਵਜੋਤ ਜੀ। ਸਤਿ ਸ਼੍ਰੀ ਅਕਾਲ ਜੀ। ਬਹੁਤ ਬਹੁਤ ਧੰਨਵਾਦ ਤੁਹਾਡਾ ਜੀ। ਤੁਹਾਡਾ ਧੰਨਵਾਦ, ਤੁਸੀਂ ਸ਼ਾਮਿਲ ਹੋਏ। ਅੱਜ ਗੁਰਮੀਤ ਪਨਾਗ ਜੀ ਮੇਰੇ ਨਾਲ ਨੇ। ਗੁਰਮੀਤ ਜੀ, ਆਵਾਜ਼ ਪਛਾਣ ਲਈ ਹੈ ਜੀ? ਪ੍ਰੋਫੈਸਰ ਗਿੱਲ। ਵਾਹ ਵਾਹ, ਦੇਖੋ ਜੀ। ਹਾਂਜੀ ਹਾਂਜੀ, ਥੋੜ੍ਹੀ ਜਿਹੀ ਇਹਨਾਂ ਦੀ ਗੱਲ ਸੁਣਦੇ ਹਾਂ, ਫਿਰ ਸ਼ਾਇਦ ਤੁਸੀਂ ਆਵਾਜ਼ ਪਛਾਣ ਲਓ ਇਹਨਾਂ ਦੀ। ਹੈਲੋ ਜੀ, ਹਾਂਜੀ, ਗੱਲ ਕਰੋ ਜੀ। ਕੀ ਕਹਿਣਾ ਚਾਹੁੰਦੇ ਹੋ ਗੁਰਮੀਤ ਜੀ ਬਾਰੇ? ਗੁਰਮੀਤ ਜੀ ਨੂੰ ਪਹਿਲਾਂ ਤਾਂ ਬਹੁਤ ਬਹੁਤ ਮੁਬਾਰਕ ਕਿ ਤੁਸੀਂ ਇਹਨਾਂ ਨੂੰ ਐਡੇ ਵੱਡੇ ਪ੍ਰੋਗਰਾਮ 'ਤੇ ਲੈ ਕੇ ਆਂਦਾ। ਬਹੁਤ ਬਹੁਤ ਧੰਨਵਾਦ ਤੁਹਾਡਾ ਜੀ। ਅਤੇ ਇਹਨਾਂ ਨੂੰ ਫਿਰ ਬਹੁਤ ਬਹੁਤ ਮੁਬਾਰਕ। ਅਤੇ ਹੋਰ ਤੁਸੀਂ ਪੁੱਛੋ ਜੋ ਕੁਛ ਪੁੱਛਣਾ ਚਾਹੁੰਦੇ ਹੋ। ਮੈਂ ਤਾਂ Oh my goodness, why did you change your voice? ਓਕੇ ਜੀ, ਸਾਡੇ ਸੁਣਨ ਵਾਲੇ ਹੈਰਾਨ ਹੋਣਗੇ ਕਿ ਇਹ ਕੀ ਹੋ ਰਿਹਾ। ਇਹ ਗੁਰਮੀਤ ਜੀ ਦੇ ਹਸਬੈਂਡ ਨੇ, ਜੈਂਗ ਪਨਾਗ, ਜਿਨ੍ਹਾਂ ਦੀ ਇਹਨਾਂ ਨੇ ਗੱਲ ਕਈ ਵਾਰੀ ਕੀਤੀ ਹੈ। ਤੁਸੀਂ ਦੇਖੋ ਜੀ, ਪਹਿਲੀ ਸੱਟੇ ਤੁਹਾਡੀ ਆਵਾਜ਼ ਵੀ ਨਹੀਂ ਪਛਾਣ ਸਕੇ। ਚੰਗੀ ਕਹਾਣੀਕਾਰਾ ਬੀਵੀ ਹੈ ਤੁਹਾਡੀ। ਹਾਂ ਨਹੀਂ, ਅਸੀਂ ਤਾਂ ਪਛਾਣ ਲਈ, ਇਹਨਾਂ ਨੇ ਨਹੀਂ ਪਛਾਣੀ ਹੈਗੀ।
ਭੁੱਲ ਗਏ, ਦੇਖੋ ਵੈਨਕੂਵਰ ਆ ਗਈ ਹੈ। ਹਾਂਜੀ, ਤੁਹਾਡੇ ਮੌਸਮ ਥੋੜਾ ਸਾਡੇ ਨਾਲ ਅੱਛਾ ਹੈ, ਇਸ ਕਰਕੇ ਭੁੱਲ ਗਏ। ਜੀ ਲੱਗ ਗਿਆ ਇਹਨਾਂ ਦਾ। ਬਿਲਕੁਲ ਜੀ ਲੱਗ ਗਿਆ। ਜੈਂਗ ਜੀ, ਗੁਰਮੀਤ ਜੀ ਬਾਰੇ, ਇਹਨਾਂ ਦੀ ਪਰਸਨੈਲਿਟੀ ਬਾਰੇ ਜੇ ਤੁਸੀਂ ਸਮ ਅਪ ਕਰਨਾ ਹੋਵੇ 1-2 ਸੈਂਟੈਂਸਿਸ ਦੇ ਵਿੱਚ ਕੀ ਕਹੋਗੇ ਤੁਸੀਂ? ਸਾਡੇ ਲਈ ਤਾਂ ਇੱਕ ਬਹੁਤ ਵੰਡਰਫੁਲ ਵੂਮਨ ਹੈ, ਤੁਹਾਡੇ ਲਈ ਕੀ ਹੈ? ਹਾਂਜੀ ਹਾਂਜੀ, ਮੈਨੂੰ ਅਸੀਂ ਕਈ ਵਾਰੀ ਡਿਸਕਸ ਕਰਦੇ ਹੁੰਦੇ ਆ ਆਪਸ ਵਿੱਚ। ਇੱਕ ਸੁਰਜੀਤ ਪਾਤਰ ਉਹਨਾਂ ਦਾ ਸ਼ੇਅਰ ਹੈ, ਮੈਂ ਰਾਹਾਂ ਤੇ ਨਹੀਂ ਤੁਰਦਾ, ਮੈਂ ਤੁਰਦਾ ਤਰ੍ਹਾਂ ਬਣਦੇ ਜੀ। ਮਤਲਬ ਇਹਨਾਂ ਨੇ ਉਹ ਕੰਮ ਕੀਤੇ ਨੇ ਜਿਹੜੇ ਆਮ ਤੁਸੀਂ ਇੱਕ ਕਹਾਣੀਕਾਰ ਤੋਂ ਨਹੀਂ ਮਿਲਦੇ। ਔਰ ਮੇਰਾ ਵੀ ਆਪਣਾ ਇਹੀ ਮਤਲਬ ਸੀ ਵੀ ਜੇ ਕਹਾਣੀ ਲਿਖਣੀ ਹੈ ਤਾਂ ਕਹਾਣੀ ਐਸੀ ਲਿਖੋ ਵੀ ਜਿਹੜਾ ਪਹਿਲਾਂ ਕਦੇ ਕਿਸੇ ਨੇ ਉਹੋ ਜਿਹੀ ਕਹਾਣੀ ਨਾ ਲਿਖੀ ਹੋਵੇ, ਔਰ ਉਹਨਾਂ ਲੋਕਾਂ ਬਾਰੇ ਲਿਖੋ ਜਿਨ੍ਹਾਂ ਬਾਰੇ ਨਹੀਂ ਲਿਖੀ ਜਾਂਦੀ ਕਹਾਣੀ, ਜਿਨ੍ਹਾਂ ਨੂੰ ਮਤਲਬ ਸਮਝਿਆ ਨਹੀਂ ਜਾਂਦਾ ਕੁਛ। ਕਹਿ ਲਓ ਜਿਸ ਤਰ੍ਹਾਂ ਇੰਡੀਜਨਸ ਲੋਕ ਨੇ ਜਾਂ ਆਪਣੇ ਗਰੀਬ ਲੋਕ ਨੇ, ਜਾਂ ਜਿੱਥੇ ਵੀ ਕੋਈ ਏਦਾਂ ਦੀ ਕੋਈ ਹੈ ਨਾ ਜਿੱਥੇ ਲਤਾੜੇ ਲੋਕ ਕਹਿ ਲਓ ਜੀ, ਤੇ ਉਹਨਾਂ ਨੂੰ ਅੱਗੇ ਲਿਆਉਣਾ ਲੋਕਾਂ ਦੇ ਸਾਹਮਣੇ ਸਭ ਤੋਂ ਵੱਡੀ ਮੈਂ ਕਹਿੰਦਾ ਇਹਨਾਂ ਦੀ ਪ੍ਰਾਪਤੀ ਹੈ ਕਿ ਇਹਨਾਂ ਨੇ ਉਹ ਸ਼ੇਅਰ ਨੂੰ ਫਾਲੋ ਕੀਤਾ ਜੀ। ਤੇ ਬਾਕੀ ਫਿਜ਼ੀਕਲ ਸਾਈਡ ਤੋਂ ਮੇਰੇ ਨਾਲ ਇਹ ਮੈਰਾਥਨ ਰਨਰ ਨੇ। ਮੈਨੂੰ ਬੜੀ ਖੁਸ਼ੀ ਹੈ ਕਿ ਅਸੀਂ ਦੋਨੇ ਇੱਕੋ ਵਿਚਾਰਾਂ ਦੇ ਆ ਜਦੋਂ ਹੈਲਥ ਇਸ਼ੂ ਆਉਂਦਾ। ਤੇ ਇਹ ਬੜੀ ਮੋਟੀਵੇਸ਼ਨ ਵੀ ਹੈ ਲੇਡੀਜ਼ ਵਾਸਤੇ, ਐਮਪਾਵਰਮੈਂਟ ਵੀ ਹੈ ਕਿ ਤੁਸੀਂ ਸਾਈਡ ਤੇ ਤੁਸੀਂ ਆਪਣੀ ਸਿਹਤ ਦਾ ਵੀ ਉਨਾ ਹੀ ਧਿਆਨ ਰੱਖੋ ਜਿੰਨਾ ਤੁਸੀਂ ਹੋਰ ਕਾਰੋਬਾਰ ਦੇ ਵਿੱਚ, ਆਪਣੇ ਕੰਮਕਾਰ ਦੇ ਵਿੱਚ, ਬੱਚਿਆਂ ਦੇ ਪਾਲਣ ਪੋਸ਼ਣ 'ਚ ਕਰਦੇ ਹੋ। ਸੋ ਇਹ ਸਾਰੀਆਂ ਚੀਜ਼ਾਂ ਸਮ ਅਪ ਕਰ ਸਕਦਾ ਮੈਂ। ਪਰ ਵੀ ਆਰ ਵੈਰੀ ਹੈਪੀ ਟੂ ਬੀ ਕਪਲ ਐਂਡ ਆਈ ਐਮ ਪ੍ਰਾਊਡ ਟੂ ਹੈਵ ਗੁਰਮੀਤ ਐਜ਼ ਮਾਈ ਵਾਈਫ। ਬਹੁਤ ਬਹੁਤ ਸ਼ੁਕਰੀਆ ਜੈਂਗ ਪਨਾਗ ਜੀ ਇਹ ਗੱਲਬਾਤ ਕਰਨ ਦੇ ਲਈ। ਤੁਹਾਡੇ ਮੂੰਹੋਂ ਸੁਣ ਕੇ ਚੰਗਾ ਲੱਗਾ ਕਿ ਤੁਸੀਂ ਆਪਣੀ ਬੀਵੀ ਦੀਆਂ ਕਹਾਣੀਆਂ ਦੇ ਪਾਠਕ ਵੀ ਹੋ। ਥੈਂਕ ਯੂ ਸੋ ਮਚ। ਹਾਂ, ਮੈਂ ਸਾਰਿਆਂ ਤੋਂ ਪਹਿਲਾਂ ਕਹਾਣੀ ਇਹਨਾਂ ਦੀ ਪੜ੍ਹਨਾ ਯਾਰ। ਮੈਂ ਹਮੇਸ਼ਾ ਇਹੀ ਕਹਿੰਦਾ ਇਹਨਾਂ ਨੂੰ ਵੀ ਕਹਾਣੀ ਐਸੀ ਹੋਵੇ ਕਿ ਤੁਹਾਡੇ ਅੱਖਾਂ 'ਚ ਹੰਝੂ ਆ ਜਾਣ। ਸੋ ਤੁਹਾਡੀ ਸਭ ਤੋਂ ਫੇਵਰੇਟ ਕਹਾਣੀ ਕਿਹੜੀ ਇਹਨਾਂ ਦੀ? ਸਾਰੀਆਂ ਹੀ ਕਹਾਣੀਆਂ ਵੈਸੇ ਅੱਛੀਆਂ ਨੇ, ਪਰ ਸਭ ਤੋਂ ਮੁਰਗਾਬੀਆਂ ਇਜ਼ ਨੰਬਰ 1 ਆਲਵੇਜ਼। ਬਹੁਤ ਬਹੁਤ ਸ਼ੁਕਰੀਆ। ਥੈਂਕ ਯੂ ਸੋ ਮਚ। ਥੈਂਕ ਯੂ ਜੈਂਗ। ਥੈਂਕ ਯੂ ਗੁਰਮੀਤ ਜੀ, ਮੁਰਗਾਬੀਆਂ ਦੀ ਜਿਹੜੀ ਰੈਲੇਵੈਂਸ ਹੈ ਉਹ ਮੈਨੂੰ ਲੱਗਦਾ ਕਿ ਅਸੀਂ ਜੇ ਆਪਣੀ ਪੰਜਾਬੀ ਸੁਸਾਇਟੀ ਦੀ ਗੱਲ ਕਰਦੇ ਹਾਂ ਉਹ ਬਹੁਤ ਜ਼ਿਆਦਾ ਹੈ। ਜਦੋਂ ਅਸੀਂ ਹੁਣ ਪਿੱਛੇ ਵੀ ਝਾਤੀ ਮਾਰ ਲਈਏ ਵੀ ਇਸ ਵੇਲੇ ਪੰਜਾਬ ਦੇ ਵਿੱਚ ਕੀ ਹੋ ਰਿਹਾ, ਇੰਡੀਆ ਦੇ ਵਿੱਚ ਓਵਰਆਲ ਕੀ ਹੋ ਰਿਹਾ, ਤੁਹਾਨੂੰ ਵੀ ਇਹ ਗੱਲ ਮਹਿਸੂਸ ਹੁੰਦੀ ਹੈ? ਹਾਂਜੀ, ਜਦੋਂ ਦਾ ਕਿਸਾਨੀ ਸੰਘਰਸ਼ ਸ਼ੁਰੂ ਹੋਇਆ ਤੇ ਓ ਮਾਈ ਗॉड ਮੈਂ ਸੋਚਦੀ ਸੀ ਇਹ ਕਿੱਦਾਂ ਹੋ ਗਿਆ, ਮੇਰੇ ਕੋਲੋਂ ਕਿਹੜੇ ਟਾਈਮ ਲਿਖਿਆ ਗਿਆ ਕਿ ਉੱਥੇ ਇੱਕ ਸੀਨ ਹੈ ਕਿ ਗੋਰਿਆਂ ਦਾ ਪੈਨਲ ਹੈ ਜਿਹੜਾ ਪੂਰਾ ਇਹ ਰਿਜ਼ਰਵ 'ਚ ਜਾਂਦਾ ਹੈ ਮੂਲ ਵਾਸੀਆਂ ਦੀਆਂ ਸਮੱਸਿਆਵਾਂ ਸੁਣਨ ਵਾਸਤੇ, ਤੇ ਉੱਥੇ ਜਾਂਦਾ ਹੈ। ਪਰ ਉਹ ਉਹਨਾਂ ਨੂੰ ਟਰਸਟ ਨਹੀਂ ਕਰਦੇ ਉੱਥੇ ਆਇਆਂ ਨੂੰ ਵੀ। ਉਹ ਕਹਿੰਦੇ ਤੁਸੀਂ ਆਏ ਤਾਂ ਹੈਗੇ ਹੋ ਇੱਥੇ, ਤੇ ਸਾਡਾ ਵੀ ਦਿਲ ਤਾਂ ਸਾਡਾ ਵੀ ਕਰਦਾ ਕਿ ਅਸੀਂ ਤੁਹਾਡਾ ਇੰਨਾ ਕੁ ਤੁਹਾਨੂੰ ਆਪਣਾ ਜਿਹੜਾ ਹੈਗਾ ਦਿਲੋਂ ਜੀ ਆਇਆਂ ਕਹਿੰਦੇ ਕਿ ਸਾਡੇ ਮਹਿਮਾਨ ਬਣ ਕੇ ਤੁਸੀਂ ਆਏ ਹੋ, ਪਰ ਸਾਡੇ ਕੋਲ ਇਹ ਹੋਏਗਾ ਨਹੀਂ। ਸਾਡੇ ਨਾਲ ਜੋ ਹੋਇਆ ਨਾ ਉਹ ਸਾਫ਼ ਕਹਿ ਦਿੰਦੇ ਨੇ ਉਹਨਾਂ ਦੇ ਮੂੰਹ ਤੇ। ਉਦੋਂ ਤੱਕ ਜਿਹੜੇ ਪਿੱਛੇ ਖੜੇ ਨੇ, ਆਪਣਾ ਇਹ ਬਜ਼ੁਰਗ ਕਹਿ ਰਿਹਾ ਜਿਹੜਾ ਉਹਨਾਂ ਦਾ ਬਜ਼ੁਰਗ ਹੈ ਔਰ ਉਹਦੇ ਹੱਥ 'ਚ ਡਾਂਗ ਫੜੀ ਹੋਈ ਹੈ, ਤੇ ਉਹ ਪਿਛਲੇ ਜਿਹੜੇ ਹੈਗੇ ਨੇ ਹੋ ਉਹਦਾ ਮਤਲਬ ਕਿ ਉਹ ਸਮਰਥਨ ਕਰਦੇ ਨੇ ਆਪਣੇ ਬਜ਼ੁਰਗ ਦਾ ਜੋ ਕਹਿ ਰਿਹਾ। ਤੇ ਮੈਂ ਪਾਤਰ ਸਾਈਡ ਤੇ ਖੜੀ ਮੇਲਾ ਦੇਖ ਰਹੀ ਹੈ ਕਿਉਂਕਿ ਉਹਨਾਂ ਦਾ ਸਨ ਡਾਂਸ ਵਾਲਾ ਜਿਹੜਾ ਹੈਗਾ ਮੇਲਾ ਚੱਲ ਰਿਹਾ। ਤੇ ਜਿਹੜੀ ਮੈਂ ਪਾਤਰ ਹੈ ਉਹ ਕਹਿੰਦੀ ਇਹਨਾਂ ਨੇ ਤਾਂ ਫਿਰ ਵੀ ਆਪਣਾ ਜਿਹੜਾ ਹੈਗਾ ਆਪਣੇ ਗੁੱਸੇ ਦਾ ਪ੍ਰਗਟਾ ਕਰ ਹੀ ਦਿੱਤਾ ਨਾ, ਕਹਿ ਕੇ ਐਡੀ ਵੱਡੀ ਗੱਲ ਇਹਨਾਂ ਦੇ ਮੂੰਹ ਤੇ। ਤੇ ਜੇ ਹੁਣ ਨੂੰ ਸਾਡੇ ਉੱਥੇ ਪੰਜਾਬ 'ਚ ਇੱਦਾਂ ਦੀ ਗੱਲ ਹੋਈ ਹੁੰਦੀ, ਪੋਲੀਟੀਸ਼ੀਅਨ ਦੇ ਸਾਹਮਣੇ ਕੋਈ ਇੱਦਾਂ ਬੋਲ ਪੈਂਦਾ, 2-4 ਨੂੰ ਤਾਂ ਉਹੀ ਭੁੰਨ ਦੇਣਾ ਸੀ ਪੁਲਿਸ ਨੇ ਗੋਲੀਆਂ ਦੇ ਨਾਲ। ਬਿਲਕੁਲ। ਤੇ ਇੰਨਾ ਸੋਚ ਕੇ ਫਿਰ ਮੈਂ ਪਾਤਰ ਦੇ ਮਨ 'ਚ ਫਿਰ ਇੱਕ ਡਾਊਟ ਜਾਗਦੀ ਹੈ, ਫਿਰ ਇੱਕ ਸ਼ੱਕ ਪੈਦਾ ਹੁੰਦਾ। ਉਹ ਕਹਿੰਦੀ ਪਰ ਮੈਨੂੰ ਇਹ ਲੱਗਦਾ ਹੈ ਕਿ ਇੰਨੀ ਕੁ ਖੁੱਲ੍ਹ ਦੇ ਦੇਣਾ ਕਿ ਇਹਨਾਂ ਨੂੰ ਕੋਈ ਨਹੀਂ ਆਪਣਾ ਭੜਾਸ ਕੱਢ ਲੈਣ ਦਿਓ, ਵੀ ਇਹ ਵੀ ਕਿਤੇ ਸਾਜ਼ਿਸ਼ ਦਾ ਹਿੱਸਾ ਤਾਂ ਨਹੀਂ ਕਿ ਨਹੀਂ ਤਾਂ ਇਹ ਜਿਹੜਾ ਭੜਾਸ ਹੈ ਇਹ ਵੱਡਾ ਜਿਹੜਾ ਹੈਗਾ ਇੱਕ ਰੈਵੋਲੂਸ਼ਨ ਬਣ ਸਕਦਾ ਹੈ। ਸੋ ਉਹੀ ਮੈਂ ਦੇਖਦੀ ਹਾਂ ਕਾਲੇ ਕਾਨੂੰਨ ਉਹਨਾਂ ਨੇ ਵਾਪਸ ਲਏ ਨਹੀਂ ਹੈਗੇ, ਤੇ ਪਰ ਉਹਨਾਂ ਨੂੰ ਉਹ ਭੜਾਸ ਕੱਢਣ ਦਾ ਮੌਕਾ ਜ਼ਰੂਰ ਦੇ ਰਹੇ ਨੇ। ਉਹਨਾਂ ਨੂੰ ਵੀ ਡਰ ਹੈ ਕਿ ਜੇ ਭੜਾਸ ਵੀ ਨਾ ਕੱਢਣ ਦਿੱਤੀ ਤੇ ਫਿਰ ਤਾਂ ਬਸ ਪਤਾ ਨਹੀਂ ਕਿਹੜੇ ਤਖਤ ਉਲਟਣਗੇ। ਐਗਜ਼ੈਕਟਲੀ।
ਸਾਡੇ ਸੁਣਨ ਵਾਲਿਆਂ ਨੂੰ ਦੱਸਦੇ ਹਾਂ ਕਿ ਕਿਸਾਨੀ ਸੰਘਰਸ਼ ਦੇ ਵਿੱਚ ਜਦੋਂ ਹੁਣ ਇਹਨਾਂ ਨੇ ਜਦੋਂ ਜ਼ਿਕਰ ਕੀਤਾ ਗੁਰਮੀਤ ਹੋਣਾ ਨੇ, ਉੱਥੇ ਬਹੁਤ ਸਾਰੀਆਂ ਔਰਤਾਂ ਬੈਠੀਆਂ ਨੇ ਜਿਹੜੀਆਂ ਕਈ ਮਤਲਬ ਕਈ ਇੰਨੇ ਮਹੀਨੇ ਹੋ ਗਏ, ਤਕਰੀਬਨ ਸਾਲ ਹੋ ਗਿਆ ਉੱਥੇ ਬੈਠੀਆਂ ਨੇ, ਬਹੁਤ ਕੁਝ ਚੱਲ ਰਹੀਆਂ ਨੇ ਅਤੇ ਬਹੁਤ ਸਾਰੀਆਂ ਔਰਤਾਂ ਉਹ ਨੇ ਜਿਹੜੀਆਂ ਮੀਡੀਆ ਦੇ ਵਿੱਚ ਕੰਮ ਕਰ ਰਹੀਆਂ ਨੇ ਅਤੇ ਉਹ ਵੀ ਮੋਹਰੀ ਭੂਮਿਕਾ ਨਿਭਾ ਰਹੀਆਂ ਨੇ, ਬੜੀ ਇੰਪੋਰਟੈਂਟ ਭੂਮਿਕਾ ਨਿਭਾ ਰਹੀਆਂ ਨੇ। ਉਹਨਾਂ ਦੇ ਵਿੱਚੋਂ ਇੱਕ ਖਾਸ ਨਾਮ ਹੈ ਜਿਨ੍ਹਾਂ ਦੀ ਆਵਾਜ਼ ਮੈਂ ਤੁਹਾਨੂੰ ਹੁਣ ਸੁਣਾਉਣ ਜਾ ਰਹੀ ਹਾਂ। ਉਹ ਕੀ ਕਹਿੰਦੇ ਨੇ ਗੁਰਮੀਤ ਉਹਨਾਂ ਦੀਆਂ ਕਹਾਣੀਆਂ ਬਾਰੇ, ਆਓ ਸੁਣਦੇ ਹਾਂ। ਗੁਰਮੀਤ ਪਨਾਗ ਨੇ ਲਿਖਿਆ ਥੋੜ੍ਹਾ ਹੈ ਪਰ ਬਹੁਤ ਵਧੀਆ ਲਿਖਿਆ, ਵਧੀਆ। ਹਰ ਵਾਰ ਉਹ ਆਪਣੇ ਆਪ ਨਾਲ ਹੀ ਕੰਪੀਟ ਕਰਦੀ ਹੈ। ਮੇਰੀ ਦੋਸਤ ਹੈ, ਇਸ ਕਰਕੇ ਮੈਂ ਸਿੰਗੂਲਰ 'ਚ ਬੋਲ ਰਹੀ ਹਾਂ, ਪਰ ਮੈਂ ਦੋਸਤ ਹੋਣ ਦਾ ਉਹਨੂੰ ਕੋਈ ਰਿਆਇਤ ਨਹੀਂ ਦੇ ਰਹੀ। ਮੈਂ ਬਹੁਤ ਕਰੂਅਲ ਹਾਂ ਜਦੋਂ ਮੈਂ ਆਪਣੀ ਪਸੰਦ ਦਾ ਸਾਹਿਤ ਪੜ੍ਹਦੀ ਹਾਂ, ਜਾਂ ਮੈਂ ਆਪਣੀ ਪਸੰਦ ਦੀਆਂ ਚੀਜ਼ਾਂ ਪੜ੍ਹਦੀ ਹਾਂ, ਜਾਂ ਕਲਾ ਨਾਲ ਵਾਬਸਤਾ ਹੁੰਦੀ ਹਾਂ ਜਿਹੜੀ ਨਾਲ ਵੀ, ਤਾਂ ਉਸ ਮਾਮਲੇ 'ਚ ਮੈਂ ਬਹੁਤ ਸਖਤ ਹਾਂ ਅਤੇ ਮੈਂ ਜੋ ਕੁਛ ਚੰਗਾ ਲੱਗਦਾ ਉਸੇ ਨੂੰ ਚੰਗਾ ਕਹਿੰਦੀ ਹਾਂ। ਹੁਣ ਤੱਕ ਤਾਂ ਮੇਰਾ ਇਹੀ ਰੁਝਾਨ ਰਿਹਾ। ਗੁਰਮੀਤ ਦੀਆਂ ਜਿਹੜੀਆਂ ਕਹਾਣੀਆਂ ਨੇ, ਜਿਸ ਤਰ੍ਹਾਂ ਕੁਛ ਤਾਂ ਪਰਿਵਾਰਾਂ ਵਿਚਲੀ ਜਿਹੜੀ ਇੱਕ ਸੂਖਮ ਕਿਸਮ ਦੀ ਹਿੰਸਾ ਆ, ਔਰਤਾਂ ਦੀ ਅਣਦੇਖੀ, ਉਹਨਾਂ ਦੇ ਅਧਿਕਾਰਾਂ ਦੀ ਗੱਲ ਕਿਤੇ ਵੀ ਨਹੀਂ ਹੈਗੀ। ਇਹ ਇੱਕ ਸੂਖਮ ਜਿਹੀ ਹਿੰਸਾ ਆ ਜਿਹੜੀ ਕਿਸੇ ਨੂੰ ਦਿਸਦੀ ਤਾਂ ਹੈ ਪਰ ਸਮਾਜ ਨੂੰ ਮਨਜ਼ੂਰ ਹੈ ਕਿ ਇਹ ਇਸ ਤਰ੍ਹਾਂ ਹੀ ਹੁੰਦਾ। ਉਹਦੇ 'ਤੇ ਉਹਦੀਆਂ ਕਹਾਣੀਆਂ ਨੇ, ਇੱਕ ਦੋ ਚੰਗੀਆਂ ਨੇ ਅਤੇ ਖੂਬਸੂਰਤੀ ਦੇਖ ਸਕਦੀ ਹੈ ਉਹ। ਇਹ ਕਾਸ਼ਨੀ ਸੁਪਨੇ, ਪਿਆਰੀ ਜਿਹੀ ਕਹਾਣੀ ਹੈ, ਬੜੀ ਕਿਊਟ ਜਿਹੀ। ਇਸੇ ਤਰ੍ਹਾਂ ਹੋਰ ਬਹੁਤ ਸਾਰੀਆਂ ਕਹਾਣੀਆਂ ਨੇ ਕਈਆਂ ਦੀ ਜਿਨ੍ਹਾਂ ਵਿੱਚ ਉਹਦੇ ਜਿਹੜੇ ਵੱਖਰੇ ਵੱਖਰੇ ਸ਼ੇਡ ਨੇ, ਗੁਰਮੀਤ ਦੇ ਚੀਜ਼ਾਂ ਨੂੰ ਫੜ ਸਕਣ ਦੀ ਸਮਰੱਥਾ ਦੇ ਸ਼ੇਡਸ ਨੇ ਉਹਦੇ। ਅਤੇ ਇਸੇ ਤਰ੍ਹਾਂ ਮੁਰਗਾਬੀਆਂ ਤਾਂ ਕਮਾਲ ਦੀ ਕਹਾਣੀ ਹੈ, ਧਰਤੀ ਦੇ ਅਸਲ ਵਾਰਸਾਂ ਦੀ, ਜਿਹੜੇ ਧਰਤੀ, ਪੌਣ, ਪਾਣੀ, ਹਵਾ, ਸਭ ਕੁਝ ਦੇ ਜਿਹੜੇ ਅਸਲ ਵਾਰਸ ਨੇ, ਉਹਨਾਂ ਨੂੰ ਚਲਾਕੀ ਨਾਲ, ਸਿਆਸਤ ਨਾਲ, ਉਹਨਾਂ ਦੇ ਸਾਧਨਾਂ ਤੋਂ ਬੇਦਖਲ ਕੀਤੇ ਜਾਣ ਦੀ ਜਿਹੜੀ ਉਹਨੇ ਕਹਾਣੀ ਬੁਣੀ ਹੈ, ਉਹ ਬਹੁਤ ਕਮਾਲ ਹੈ। ਅਤੇ ਕੁਦਰਤ ਨਾਲ ਜੋੜ ਕੇ, ਇਸ ਸੱਚੀ ਕਾਇਨਾਤ ਨਾਲ, ਅਹੋਤ ਰੂਥ ਅਤੇ ਸੂਲਾਂ ਵਰਗੇ ਪੱਤੇ, ਇਹ ਕਹਾਣੀਆਂ ਵੀ ਸਿਰਾ ਹੀ ਨੇ। ਇੰਨਾ ਦੁੱਖ, ਅਤੇ ਉਹ ਦੁੱਖ ਦੇ ਵਿੱਚੋਂ ਫਿਰ ਦਰਦ ਦੀ ਦਵਾ ਲੱਭਣੀ। ਜਿਸ ਤਰ੍ਹਾਂ ਅਹੋਤ ਰੂਥ ਕਹਾਣੀ ਵਿੱਚ ਇਸਰਾਈਲ, ਯਹੂਦੀਆਂ 'ਤੇ ਜਿਹੜਾ ਜ਼ੁਲਮ ਹੋਏ, ਇਸਰਾਈਲ ਤੋਂ ਤੁਰਦੀ ਉਹ ਕਥਾ ਕਿੱਥੇ ਅਮਰੀਕਾ ਦੇ ਜਾਬਰਾਨਾ ਚਿਹਰੇ ਦੀ ਗੱਲ ਕਰਦੀ ਮਤਲਬ ਪ੍ਰੇਮ 'ਤੇ ਮੁੱਕਦੀ ਹੈ ਕਿ ਪ੍ਰੇਮ ਹੈ ਜਿਹੜਾ ਤੁਹਾਡਾ ਮੋਹ ਮੁਹੱਬਤ ਕਰ ਸਕਣ ਦੀ ਜਿਹੜੀ ਸਮਰੱਥਾ ਆ, ਉਹੀ ਤੁਹਾਨੂੰ ਮੁਕੰਮਲ ਬਣਾਉਂਦੀ ਹੈ ਅਤੇ ਸੰਸਾਰ ਦਾ ਭਲਾ ਵੀ ਉਸੇ ਦੇ ਵਿੱਚ ਹੈ। ਸੋ ਮੈਨੂੰ ਇਹ ਲੱਗਦਾ ਕਿ ਨਿੱਜ ਦੇ ਦੁੱਖਾਂ ਦਾ ਹਰ ਇੱਕ ਦੇ ਹਿੱਸੇ ਵਿੱਚ ਆਪਣੇ ਆਪਣੇ ਦੁੱਖ ਆਉਂਦੇ ਨੇ, ਆਪਣੀ ਸੂਲੀ ਹਰ ਇੱਕ ਨੇ ਆਪੇ ਚੁੱਕਣੀ ਹੁੰਦੀ ਹੈ। ਪਰ ਗੁਰਮੀਤ ਨੇ ਨਿੱਜੀ ਦੁੱਖਾਂ ਨੂੰ ਰੁਦਨ ਨਾ ਬਣਾ ਕੇ ਪਰ ਦੇ ਦੁੱਖਾਂ ਦੀ ਜਿਹੜੀ ਬਾਤ ਪਾਈ ਹੈ, ਦੁਨੀਆ ਦੇ ਦੁੱਖਾਂ ਦੀ ਬਾਤ ਪਾਈ ਹੈ, ਤਾਂ ਉਹ ਲੋਕਾਂ ਦੀਆਂ ਸੰਵੇਦਨਾਵਾਂ ਅਤੇ ਉਹਨਾਂ ਦੇ ਸਰੋਕਾਰਾਂ ਦੀ ਕਹਾਣੀਕਾਰ ਉਹ ਨਿਬੜੀ ਹੈ। ਅਤੇ ਇਹੀ ਉਹਦੀ ਖੂਬਸੂਰਤੀ ਹੈ, ਇਹੀ ਉਹਦੀ ਪ੍ਰਾਪਤੀ ਹੈ। ਆਈ ਐਮ ਪ੍ਰਾਊਡ ਆਫ ਹਰ। ਦਵਿੰਦਰ ਦਵੀ ਸਨ ਜੀ ਪੰਜਾਬ ਦੇ ਵਿੱਚ ਇੱਕ ਉੱਘੇ ਪੱਤਰਕਾਰ ਨੇ, ਬਹੁਤ ਵਧੀਆ ਕੰਮ ਕਰ ਰਹੇ ਨੇ, ਲਿਖਦੇ ਬਹੁਤ ਸੋਹਣਾ ਨੇ, ਬੋਲਦੇ ਬਹੁਤ ਸੋਹਣਾ ਨੇ, ਅਤੇ ਖਾਸ ਗੱਲ ਇਹਨਾਂ ਦੀ ਇਹ ਹੈ ਕਿ ਗੁਰਮੀਤ ਉਹਨਾਂ ਦੇ ਬਹੁਤ ਕਰੀਬੀ ਦੋਸਤ ਨੇ। ਸੋ ਗੁਰਮੀਤ ਜੀ, ਤੁਹਾਡੀਆਂ ਕਹਾਣੀਆਂ ਬਾਰੇ ਇਹਨਾਂ ਨੇ ਆਲਮੋਸਟ ਸਾਰਾ ਕੁਝ ਸਮੇਟ ਕੇ ਰੱਖ ਦਿੱਤਾ ਇਹਨਾਂ 2-3 ਮਿੰਟਾਂ ਦੇ ਵਿੱਚ। ਕੀ ਕਹੋਗੇ? ਦਵੀ ਮੇਰੀਆਂ ਕਹਾਣੀਆਂ ਬਾਰੇ ਸ਼ਾਇਦ ਮੈਥੋਂ ਜ਼ਿਆਦਾ ਜਾਣਦੀ ਹੈ, ਮੈਂ ਤਾਂ ਇਹੀ ਕਹਿਣਾ। ਬਹੁਤ ਸੋਹਣਾ ਕਿਹਾ ਦਵੀ ਤੁਸੀਂ, ਔਰ ਮੈਨੂੰ ਪਤਾ ਹੀ ਸੀ ਦਵੀ ਨੇ ਤਾਂ ਜਦੋਂ, ਪਰ ਮੇਰੇ ਵਾਸਤੇ ਖੈਰ ਇਹ ਅਨਐਕਸਪੈਕਟਡ ਹੈ, ਮੈਨੂੰ ਨਹੀਂ ਸੀ ਪਤਾ ਦਵੀ ਨੇ ਔਨ ਏਅਰ ਹੋਣਾ। ਦਵੀ ਥੈਂਕ ਯੂ ਸੋ ਮੱਚ। ਮੈਂ ਇਹੀ ਕਹਿ ਸਕਦੀ ਹਾਂ, ਮੈਨੂੰ ਪਤਾ ਹੈ ਕਿ ਡੰਡਾ ਤਿਆਰ ਪਿਆ ਮੇਰੇ ਨਾਲ, ਜਦੋਂ ਵੀ ਕਹਾਣੀ ਭੇਜਦੀ ਹਾਂ ਦਵੀਆ ਲਿਖੀ ਹੈ, ਜੇ ਤੂੰ ਮੇਰੇ ਸਾਹਮਣੇ ਹੁੰਦੀ ਨਾ ਤੈਨੂੰ ਆ ਡੰਡੇ ਨਾਲ ਕੁੱਟਣਾ ਸੀ। ਇਹ ਕੀ ਲਿਖਿਆ, ਇਹਨੂੰ ਲੈ ਚੁੱਕ ਕੇ ਇੱਥੋਂ। ਅੱਛਾ, ਇੱਦਾਂ ਵੀ ਹੁੰਦਾ? ਹਾਂਜੀ, ਮਾਈ ਗॉड, ਦਵੀ ਤੋਂ ਬਹੁਤ ਡਰ ਲੱਗਦਾ। ਹਾਂਜੀ ਦਵੀ, ਥੈਂਕ ਯੂ ਵੈਰੀ ਮੱਚ, ਥੈਂਕਸ ਫॉर ਕੀਪਿੰਗ ਮੀ ਔਨਲਾਈਨ। ਅੱਛਾ, ਇਹ ਦਵੀ ਹੁਣੀ ਕਾਫੀ ਗੱਲਾਂ ਕੀਤੀਆਂ। ਇੱਕ ਤਾਂ ਬੜੀ ਮੈਨੂੰ ਖੂਬਸੂਰਤ ਗੱਲ ਲਿਖੀ, ਕਹਿੰਦੇ ਕਿ ਇਹਨਾਂ ਦੀਆਂ ਕਹਾਣੀਆਂ ਦੇ ਵਿੱਚ ਨਿੱਜ ਦੇ ਦੁੱਖਾਂ ਦਾ ਜਿਹੜਾ ਰੁਦਨ ਨਹੀਂ ਹੈ, ਪਰ 'ਤੇ ਲਿਖਦੇ ਆ, ਇਹ ਦੂਸਰਿਆਂ ਦੀ ਤਕਲੀਫ ਮਹਿਸੂਸ ਕਰਕੇ ਲਿਖਦੇ ਹੈਗੇ ਆ। ਜੇ ਤੁਸੀਂ ਆਪਣੀ ਗੱਲ ਕਰੋ ਕਿ ਕਹਾਣੀ ਦੇ ਜਿਹੜੇ ਤੁਸੀਂ ਵਿਸ਼ੇ ਛੂਹੇ ਨੇ ਹੁਣ ਤੱਕ, ਜਾਂ ਛੋਹਣ ਦੀ ਤੁਹਾਡੀ ਅਗਾਂਹ ਪਲੈਨਿੰਗ ਹੈਗੀ ਆ, ਕਿਹੜੀਆਂ ਚੀਜ਼ਾਂ ਜਿਹੜੀਆਂ ਜ਼ਿਆਦਾ ਤੁਹਾਨੂੰ ਟੱਚ ਕਰਦੀਆਂ, ਜਿਹਨਾਂ ਨੂੰ ਤੁਸੀਂ ਆਪਣੀਆਂ ਕਹਾਣੀਆਂ 'ਚ ਜ਼ਰੂਰ ਹੀ ਲਿਆਉਣਾ ਚਾਹੁੰਦੇ ਆ?
ਮਾਰਜਨਲਾਈਜ਼ਡ ਪੀਪਲ ਹੂ ਆਰ ਐਟ ਦ ਮਾਰਜਿਨ, ਜਿਹਨਾਂ ਅਣਗੌਲੇ ਲੋਕ ਜਿਨ੍ਹਾਂ ਦੀ ਕੋਈ ਗੱਲ ਨਹੀਂ ਕਰਦਾ, ਬਲਕਿ ਉਹਨਾਂ ਵਾਸਤੇ ਅਸੀਂ ਐਵੇਂ ਹੀ ਜੱਜਮੈਂਟਲ ਹੋਈ ਜਾਂਦੇ ਹਾਂ, ਬਿਨਾਂ ਮਤਲਬ ਤੋਂ ਹੀ ਬੈਠੇ ਹੋਏ, ਬਿਨਾਂ ਉਹਨਾਂ ਦੀ ਵੇਦਨਾ ਜਾਣੇ। ਅਤੇ ਮੇਰਾ ਤਾਂ ਇਹੀ ਹੈ ਕਿ ਜੇ ਮੇਰੇ ਕੋਲ ਉਹ ਕਹਾਣੀਆਂ ਲਿਖੀਆਂ ਜਾਣ, ਮੈਂ ਉਹਨਾਂ ਦੀ ਜਿਹੜੀ ਹੈਗੀ ਹੈ ਪੇਨ, ਉਹਨਾਂ ਦਾ ਦਰਦ, ਉਹਨੂੰ ਮੈਂ ਲਾਈਮ ਲਾਈਟ 'ਚ ਲਿਆ ਸਕਾਂ, ਤਾਂ ਕਿ ਜਿਹੜਾ ਹੈ ਆਪਣਾ ਸਾਡੇ ਅੰਦਰ ਥੋੜ੍ਹਾ ਜਿਹਾ ਕੁਛ ਬਦਲ ਸਕੇ। ਦਵੀ ਨੇ ਮੈਨੂੰ ਇਹ ਗੱਲ ਸੁਣਾਈ ਸੀ ਕਿ ਇੱਕ ਕੋਈ ਫੌਜੀ ਮਿਲਿਆ ਮੈਨੂੰ, ਅਤੇ ਉਹ ਜਿੱਥੇ ਸੀਗਾ, ਜਿਹੜੀ ਜਗ੍ਹਾ 'ਤੇ ਸਟੇਸ਼ਨ ਸੀਗਾ, ਹਲੇ ਪਿੱਛੇ ਜਿਹੀ ਗੱਲ ਹੈ, ਮੇਰੇ ਖਿਆਲ ਕਾਰਗਿਲ ਦੇ ਟਾਈਮ ਦੀ ਗੱਲ ਹੋਣੀ ਹੈ ਇਹ, ਅਤੇ ਉਹ ਕਹਿੰਦਾ ਵੀ ਸਾਡੇ ਨਾਲ ਦਿਆਂ ਨੇ ਬਹੁਤ ਕੁੜੀਆਂ ਉੱਥੇ ਜਿਹੜੀਆਂ ਵੀ ਉਹਨਾਂ ਦੇ ਮੂਹਰੇ ਆਈਆਂ, ਖੇ ਖਰਾਬ ਕੀਤੀਆਂ, ਰੇਪ ਹੋਏ। ਕਹਿੰਦਾ ਮੈਂ ਕਿਸੇ ਕੁੜੀ ਨਾਲ ਕੁਛ ਨਹੀਂ ਕਰ ਸਕਿਆ ਕਿਉਂਕਿ ਮੈਂ ਅੰਮ੍ਰਿਤਾ ਪ੍ਰੀਤਮ ਦਾ ਪਿੰਜਰ ਪੜ੍ਹਿਆ ਹੋਇਆ ਸੀ। ਮੈਨੂੰ ਹੁਣ ਵੀ ਰੌਂਗਟੇ ਖੜੇ ਹੁੰਦੇ ਨੇ ਇਹ ਸੁਣ ਕੇ ਕਿ ਸਾਹਿਤ 'ਚ ਇੰਨੀ ਕੁ ਪਾਵਰ ਹੈਗੀ ਕਿ ਜੇ ਅਸੀਂ ਇੱਕ ਬੰਦੇ ਦਾ ਵੀ ਮਾਇੰਡ ਚੇਂਜ ਕਰ ਸਕਦੇ ਹਾਂ ਕਿਸੇ ਪ੍ਰਤੀ। ਅਤੇ ਇੱਦਾਂ ਹੀ ਮੈਂ ਇੱਕ ਹੋਰ ਫੇਸਬੁੱਕ 'ਤੇ ਇੱਕ ਪੜ੍ਹ ਰਹੀ ਸੀਗੀ ਕਿਸੇ ਦਾ ਸਟੇਟਸ ਕਿ ਜਦੋਂ ਦਾ ਜਿਹੜਾ ਹੈਗਾ ਟਰਾਂਸਜੈਂਡਰ ਦੇ ਉੱਪਰ ਲਿਖਿਆ ਜਾਣਾ ਸ਼ੁਰੂ ਹੋਇਆ ਪੰਜਾਬੀ ਦੇ ਵਿੱਚ, ਕਹਿੰਦੇ ਹੁਣ ਜਦ ਉਹ ਚੌਂਕਾਂ 'ਚ ਖੜੇ ਹੁੰਦੇ ਨੇ ਨਾ, ਆਪਣਾ ਜਿਹੜੇ ਹੈ ਟਰਾਂਸਜੈਂਡਰ ਨੇ, ਅਤੇ ਅਸੀਂ ਹੁਣ ਉਹਨਾਂ ਵੱਲ ਦੇਖ ਕੇ ਇੱਦਾਂ ਹੱਸਦੇ ਨਹੀਂ ਹੈਗੇ ਵੀ ਉਹ ਖੜਾ ਹੈ, ਕਦੇ ਅਸੀਂ ਤਾੜੀ ਮਾਰ ਕੇ ਕੁਛ ਉਹਨਾਂ ਬਾਰੇ ਕਹਿੰਦੇ ਹਾਂ, ਕਦੇ ਕੁਛ। ਹੁਣ ਅਸੀਂ ਉਹ ਕਰਨਾ ਬੰਦ ਕਰਤਾ ਕਿਉਂਕਿ ਹੁਣ ਸਾਨੂੰ ਪਤਾ ਲੱਗਾ ਕਿ ਉਹਨਾਂ ਦੀ ਵੇਦਨਾ ਕੀ ਹੈ, ਉਹਨਾਂ ਦੇ ਕਿੱਡੇ ਵੱਡੇ ਵੱਡੇ ਸੰਘਰਸ਼ ਨੇ, ਐਗਜ਼ੈਕਟਲੀ, ਜਿਹਨਾਂ 'ਚ ਉਹਨਾਂ ਦਾ ਕੋਈ ਹੱਥ ਵੀ ਨਹੀਂ ਹੈਗਾ, ਉਹਨਾਂ ਦੇ ਕੰਟਰੋਲ 'ਚ ਵੀ ਨਹੀਂ ਹੈਗਾ ਕਿ ਉਹ ਕਿੱਦਾਂ ਦੇ ਸਰੀਰ ਨਾਲ ਉਹ ਪੈਦਾ ਹੋਏ ਨੇ। ਇੱਕ ਚੀਜ਼ ਗੁਰਮੀਤ ਜੀ ਮੈਂ ਤੁਹਾਨੂੰ ਜ਼ਰੂਰ ਪੁੱਛਣਾ ਚਾਹੁੰਦੀ ਹਾਂ, ਚਾਹੇ ਅਸੀਂ ਮੀਡੀਆ ਦੇ ਵਿੱਚ ਕੰਮ ਕਰ ਰਹੇ ਹਾਂ ਜਾਂ ਕਿਸੇ ਹੋਰ ਫੀਲਡ ਦੇ ਵਿੱਚ ਕੰਮ ਕਰ ਰਹੇ ਹਾਂ, ਅਕਸਰ ਇਹ ਸ਼ਿਕਾਇਤ ਹੁੰਦੀ ਆ, ਈਵਨ ਪੋਲੀਟਿਕਸ ਦੀ ਗੱਲ ਹੈਗੀ ਆ ਕਿ ਹਾਲੇ ਵੀ ਜਿਹੜੀ ਔਰਤ ਹੈ ਉਹਨੂੰ ਅੱਗੇ ਨਹੀਂ ਆਉਣ ਦਿੱਤਾ ਜਾਂਦਾ। ਤੁਹਾਡੀ ਤਾਂ ਹਾਲੇ ਪਹਿਲੀ ਕਿਤਾਬ ਆਈ ਹੈ, ਤੁਸੀਂ ਜ਼ਿਆਦਾ ਇਸ ਚੀਜ਼ ਨੂੰ ਬਿਆਨ ਕਰ ਸਕਦੇ ਹੋ ਕਿ ਤੁਹਾਨੂੰ ਲਿਟਰੇਰੀ ਸਰਕਲ ਦੇ ਵਿੱਚ ਕਿਸ ਢੰਗ ਦੇ ਨਾਲ ਦੇਖਿਆ ਗਿਆ ਪਹਿਲੀ ਕਿਤਾਬ ਆਉਣ ਤੋਂ। ਜਦੋਂ ਬਹੁਤ ਸਾਰੀਆਂ ਕਿਤਾਬਾਂ ਹੋ ਜਾਂਦੀਆਂ ਉਦੋਂ ਤਾਂ ਇੱਕ ਰੁਤਬਾ ਬਣ ਜਾਂਦਾ, ਇੱਕ ਸਟੇਟਸ ਬਣ ਜਾਂਦਾ ਆ, ਉਹ ਜਿਹੜਾ ਕਿ ਸਵੀਕਾਰ ਕੀਤਾ ਜਾਂਦਾ ਹੈ। ਅਤੇ ਪਰ ਤੁਸੀਂ ਜ਼ਿਆਦਾ ਵਧੀਆ ਤਰੀਕੇ ਨਾਲ ਬਿਆਨ ਕਰ ਸਕਦੇ ਹੋ ਕਿ ਇੱਕ ਔਰਤ ਜਿਹੜੀ ਲਿਟਰੇਚਰ ਦੀ ਰਚਨਾ ਕਰ ਰਹੀ ਹੈ ਉਹਨੂੰ ਕਿਵੇਂ ਦੇਖਿਆ ਜਾਂਦਾ। ਸੁਣਨ ਨੂੰ ਕਾਫੀ ਕੁਛ ਮਿਲਦਾ ਹੈ ਕਿ ਆਪਣਾ ਜਿਹੜਾ ਕਿ ਸੋਚੀਦਾ ਕਈ ਵਾਰ ਕਿ ਅਨਫੇਅਰ ਹੈ, ਪਰ ਜੇ ਮੈਂ ਆਪਣੇ ਪਰਸਨਲ ਐਕਸਪੀਰੀਅੰਸ ਦੀ ਗੱਲ ਕਰਾਂ, ਮੁਰਗਾਬੀਆਂ ਨੂੰ ਇਹਦਾ ਬਣਦਾ ਸਰਦਾ ਜਿਹੜਾ ਸਤਿਕਾਰ ਹੈ, ਪਿਆਰ ਹੈ, ਉਹ ਮਿਲਿਆ। ਔਰ ਕਈ ਵਾਰ ਤਾਂ ਮੈਂ ਇਹ ਸੋਚਦੀ ਹਾਂ ਕਿ ਮੇਰੀ ਐਕਸਪੈਕਟੇਸ਼ਨ ਤੋਂ ਜ਼ਿਆਦਾ ਮਿਲਿਆ। ਤਾਹਾਂ ਪੁਰਸਕਾਰ ਵਾਸਤੇ ਇਹ ਨਾਮਜ਼ਦ ਹੋਈ 2019 'ਚ, ਪਹਿਲੀ ਕਿਤਾਬ ਸੀਗੀ, ਔਰ ਮੇਰੇ ਵਾਸਤੇ ਵੀ ਉਹ ਇੱਕ ਅਵਾਰਡ ਵਰਗੀ ਗੱਲ ਸੀ। ਮੈਂ ਹਾਲੇ ਵੀ ਉੱਦਾਂ ਹੀ ਫੀਲ ਕਰਦੀ ਹਾਂ ਕਿ ਅਵਾਰਡ ਵਰਗੀ ਗੱਲ ਹੈ ਇਹ। ਔਰ ਬਾਕੀ ਮੈਂ ਆਪਣਾ ਜ਼ਿਆਦਾ ਟਾਈਮ ਜਿਹੜਾ ਇਹ ਚੀਜ਼ਾਂ 'ਚ ਖਰਾਬ ਨਹੀਂ ਕਰਦੀ ਹੈਗੀ ਕਿ ਸਾਹਿਤ ਸਭਾਵਾਂ 'ਚ ਜਾਂ ਕਿਤੇ ਹੋਰ ਜਾ ਕੇ ਜਾਂਦੀ ਜ਼ਰੂਰ ਹਾਂ ਕਿਉਂਕਿ ਉਹ ਵੀ ਸਾਡੀ ਇੱਕ ਲੋੜ ਹੈ, ਪਰ ਇੰਨਾ ਜ਼ਿਆਦਾ ਵੀ ਨਹੀਂ ਕਰਦੀ। ਔਰ ਨਾ ਹੀ ਮੈਂ ਕਿਸੇ ਦੀ ਅਪਰੂਵਲ ਦੀ ਜਿਹੜੀ ਹੈਗੀ ਆ ਕਰਦੀ ਹਾਂ, ਵੇਟ ਕਰਦੀ ਹਾਂ ਕਿ ਕੋਈ ਮੈਨੂੰ ਕਿਵੇਂ ਰਿਸੀਵ ਕਰ ਰਿਹਾ, ਕੋਈ ਮੈਨੂੰ ਕਿਵੇਂ ਐਕਸੈਪਟ ਕਰ ਰਿਹਾ। ਆਈ ਐਮ ਲਿਟਲ ਅਬਵ ਦੈਟ। ਮੈਂ ਆਪਣੀ ਚਾਲ ਤੁਰਨ ਵਾਲਾ ਪ੍ਰਾਣੀ ਹਾਂ ਕਿ ਆਪਣਾ ਲਿਖਣਾ, ਆਪਣਾ ਪੜ੍ਹਨਾ। ਅਤੇ ਜਿਵੇਂ ਡਾਕਟਰ ਬਲਦੇਵ ਸਿੰਘ ਧਾਲੀਵਾਲ ਮੇਰੇ ਮੈਂਟਰ ਵੀ ਹੈ ਨੇ, ਉਹ ਹਮੇਸ਼ਾ ਦੱਸਦੇ ਹੁੰਦੇ ਨੇ ਵਿਰਾਮ ਸੰਧੂ ਦੇ ਰੈਫਰੈਂਸ ਦੇ ਨਾਲ ਕਿ ਉਹ ਕਹਿੰਦੇ ਨੇ ਕਿ ਜਿਹੜੀ ਹੈ ਨਾ ਬੋਰੀ, ਅਤੇ ਜੇ ਉਹਦੇ 'ਚ ਜੇ ਉਹ ਆਲੂ ਭਰੇ ਹੋਣਗੇ, ਜੇ ਆਲੂਆਂ ਦੀ ਭਰੀ ਹੋਊਗੀ ਤਾਂ ਹੀ ਖੜੀ ਹੋ ਸਕਦੀ ਹੈ, ਖਾਲੀ ਬੋਰੀ ਨਹੀਂ ਖੜੀ ਹੋ ਸਕਦੀ। ਅੱਛਾ, ਸੋ ਜੇ ਰਚਨਾ 'ਚ ਦਮ ਹੋਏਗਾ ਉਹਨੇ ਆਪਣਾ ਬਣਦਾ ਸਰਦਾ ਜਿਹੜਾ ਸਥਾਨ ਹੈ ਬਣਾ ਹੀ ਲੈਣਾ। ਇਹ ਚੀਜ਼ ਉਹਨਾਂ ਨੇ ਮੈਨੂੰ ਸਿਖਾਈ ਹੈ ਧਾਲੀਵਾਲ ਹੋਰਾਂ ਨੇ, ਔਰ ਮੈਂ ਉਹ 'ਚ ਬਿਲੀਵ ਕਰਦੀ ਹਾਂ। ਔਰ ਉਹ ਮੇਰਾ ਬੜਾ ਅੱਛਾ ਐਕਸਪੀਰੀਅੰਸ ਹੈ ਕਿ ਆਪਣਾ, ਔਰ ਮੈਂ ਆਪ ਆਪਣੇ ਅੱਖੀਂ ਦੇਖਿਆ ਕਿ ਇਹੀ ਹੁੰਦਾ ਕਿ ਜੇ ਤੁਸੀਂ ਢਾਹਾਂ ਪੁਰਸਕਾਰ ਦਾ ਜ਼ਿਕਰ ਕੀਤਾ। ਇਸ ਵਾਰੀ ਦਾ ਜਿਹੜਾ ਢਾਹਾਂ ਪੁਰਸਕਾਰ ਹੈ, ਸਰਗੀ ਜੰਮੂ ਹੁਣਾਂ ਦੇ ਵੀ ਹਿੱਸੇ ਆਇਆ ਜਿਨ੍ਹਾਂ ਨੇ ਆਪੋ ਆਪਣੇ ਮਰਸੀਏ ਕਿਤਾਬ ਲਿਖੀ ਹੈਗੀ ਆ। ਉਹ ਤੁਹਾਡੀ ਕਹਾਣੀ ਬਾਰੇ ਕੀ ਕਹਿੰਦੇ ਨੇ, ਮੈਂ ਇਹ ਜ਼ਰੂਰ ਸੁਣਾਉਣਾ ਚਾਹੁੰਦੀ ਤੁਹਾਨੂੰ। ਸਾਡੇ ਸੁਣਨ ਵਾਲੇ ਵੀ ਜ਼ਰੂਰ ਸੁਣਨਾ ਚਾਹਣਗੇ ਕਿ ਇੱਕ ਇਨਾਮ ਜੇਤੂ ਕਹਾਣੀਕਾਰਾ ਕੀ ਕਹਿ ਰਹੀ ਹੈ ਗੁਰਮੀਤ ਪਨਾਗ ਦੀਆਂ ਕਹਾਣੀਆਂ ਬਾਰੇ। ਗੁਰਮੀਤ ਪਨਾਗ ਪੰਜਾਬੀ ਕਥਾ ਜਗਤ ਵਿੱਚ ਉਘੜਵਾਂ ਨਾਮ ਹੈ। ਉਸ ਦੀਆਂ ਕਹਾਣੀਆਂ ਵਿਲੱਖਣ ਮੁਹਾਂਦਰੇ ਵਾਲੀਆਂ ਹਨ। ਇਹ ਕਹਾਣੀਆਂ ਨੰਗੀ ਅੱਖ ਨਾਲ ਜ਼ਿੰਦਗੀ ਦੀਆਂ ਤਲਖ ਹਕੀਕਤਾਂ ਦੇ ਰੂਬਰੂ ਹੁੰਦੀਆਂ ਹਨ ਅਤੇ ਇਹ ਵੀ ਸਮਝਾ ਜਾਂਦੀਆਂ ਹਨ ਕਿ ਜ਼ਿੰਦਗੀ ਤਿਤਲੀ ਦੇ ਪਰਾਂ ਵਰਗੀ ਨਹੀਂ ਹੁੰਦੀ, ਬਲਕਿ ਸੂਲਾਂ ਦੀ ਪੀੜ ਵਰਗੀ ਹੁੰਦੀ ਹੈ। ਇਹ ਸੂਲ ਵੱਜਦੀ ਭਾਵੇਂ ਮਿਸ ਈਜੀ ਜਾਂ ਆਹੋ ਤਰੋਤ 'ਤੇ ਹੈ, ਪਰ ਲਹੂ ਲੁਹਾਨ ਪਾਠਕ ਹੋ ਜਾਂਦਾ ਹੈ। ਉਸ ਦੀਆਂ ਕਹਾਣੀਆਂ ਨੇ ਉਹ ਦੁੱਖ ਸਾਂਭੇ ਹੋਏ ਨੇ ਜਦੋਂ ਆਪਣੀ ਹੀ ਧਰਤ 'ਤੇ ਜਾਏ ਹਾਸ਼ੀਏ 'ਤੇ ਧੱਕੇ ਜਾਂਦੇ ਹਨ, ਅਤੇ ਉਹ ਸੁੱਖ ਵੀ ਸਾਂਭੇ ਨੇ ਕਿ ਕਿਵੇਂ ਪ੍ਰਵਾਸੀ ਬਗਾਨੀ ਧਰਤ 'ਤੇ ਆਪਣੀਆਂ ਜੜ੍ਹਾਂ ਲਾਉਂਦੇ ਹੋਏ ਕਾਸ਼ਨੀ ਸੁਪਨੇ ਵੇਖਦੇ ਹਨ।
ਉਹ ਜੰਗ ਦੀ ਬਾਤ ਪਾਉਂਦੀ ਹੋਈ ਉਹਨਾਂ ਸੰਤਾਪ ਨੂੰ ਉਭਾਰਦੀ ਹੈ ਜਿੱਥੇ ਪਿੱਛੇ ਰਹਿ ਗਏ ਰਿਸ਼ਤੇ ਨਿੱਤ ਨਵੀਂ ਜੰਗ ਦੇ ਰੂਬਰੂ ਹੁੰਦੇ ਹਨ ਅਤੇ ਅਜਿਹੇ ਵੇਲੇ ਸ਼ਾਇਰ ਤਨਵੀਰ ਦਾ ਸ਼ੇਅਰ ਚੇਤੇ ਆਉਂਦਾ ਹੈ, ਜਿਨ੍ਹਾਂ ਦੇ ਪੁੱਤ ਆਏ ਜਿੱਤ ਕੇ ਪਰ ਬਕਸਿਆਂ ਅੰਦਰ, ਉਹਨਾਂ ਨੂੰ ਪੁੱਛ ਕੇ ਵੇਖੀ ਨਤੀਜੇ ਕੀ ਨੇ ਜੰਗਾਂ ਦੇ। ਅਤੇ ਫਿਰ ਦੋਸਤੋ, ਸੰਤਾਪੇ ਪਲਾਂ 'ਚੋਂ ਵਿਚਰਦੇ ਇਹ ਪਾਤਰ ਸੰਤੋਖ ਹਾਸਲ ਕਰਦੇ ਹਨ ਅਤੇ ਜੀਣ ਦੀ ਰਮਝ ਸਮਝਾ ਜਾਂਦੇ ਹਨ। ਸ਼ਾਲਾ ਗੁਰਮੀਤ ਪਨਾਗ ਹੋਰਾਂ ਦੇ ਅੰਦਰ ਵਸਦੀਆਂ ਕਹਾਣੀਆਂ ਦੀ ਉਮਰ ਉਹਨਾਂ ਦੀ ਉਮਰ ਜਿੱਡੀ ਲੰਬੀ ਹੋਵੇ। ਸਰਗੀ ਜੰਮੂ ਖੁਦ ਵੀ ਸ਼ਬਦਾਂ ਦੀ ਜਾਦੂਗਰਨੀ ਹੈ, ਤੁਹਾਡੇ ਲਈ ਬਹੁਤ ਖੂਬਸੂਰਤ ਉਹਨਾਂ ਨੇ ਸ਼ਬਦ ਕਹੇ ਨੇ, ਕੀ ਕਹੋਗੇ? ਹਾਂਜੀ ਸਰ, ਕੀ ਆਈ ਐਮ ਸੋ ਹੈਪੀ ਯੂ ਆਰ ਦੇਅਰ। ਅਤੇ ਪਤਾ ਨਹੀਂ ਤੁਹਾਡਾ ਇੰਡੀਆ 'ਚ ਕੀ ਟਾਈਮ ਹੋਇਆ ਹੋਣਾ ਇਸ ਟਾਈਮ, ਐਂਡ ਯੂ ਆਰ ਦੇਅਰ ਫॉर ਮੀ। ਔਰ ਤੇਰੇ ਕੋਲ ਇੰਨੇ ਖੂਬਸੂਰਤ ਅਲਫਾਜ਼ ਨੇ, ਇੰਨੇ ਖੂਬਸੂਰਤ ਸ਼ਬਦ ਨੇ, ਅਤੇ ਤਾਂ ਹੀ ਤਾਂ ਫਿਰ ਤੂੰ ਸਰਗੀ ਹੈ ਨਾ। ਬਿਲਕੁਲ, ਥੈਂਕ ਯੂ ਵੈਰੀ ਮੱਚ। ਹੁਣ ਮੈਂ ਕੀ ਕਹਾਂ, ਇਹ ਤੋਂ ਬਾਅਦ ਸ਼ਾਇਦ ਮੇਰੀ ਆਵਾਜ਼ ਥੜਕ ਜੇ। ਇਮੋਸ਼ਨਲ ਹੋ ਰਹੇ ਨੇ ਕਾਫੀ ਗੁਰਮੀਤ ਜੀ। ਗੁਰਮੀਤ ਜੀ, ਓਕੇ, ਕਹਾਣੀਆਂ ਤੋਂ ਥੋੜ੍ਹੀ ਵੱਖਰੀ ਗੱਲ ਕਰਦੇ ਹਾਂ, ਹੋਰ ਕੀ ਸ਼ੌਕ ਨੇ ਤੁਹਾਡੇ? ਜੈਂਗ ਨੇ ਤੁਹਾਨੂੰ ਦੱਸਿਆ ਹੀ ਹੈ, ਮੇਰੇ ਹਸਬੈਂਡ ਨੇ, ਕਿ ਅਸੀਂ ਜਿਹੜਾ ਹੈ ਫਿਟਨੈਸ ਰੂਟੀਨ ਸਾਡਾ ਜਿਹੜਾ ਹੈ ਬਹੁਤ ਰੈਗੂਲਰ ਹੈ, ਬਹੁਤ ਸਾਲਾਂ ਤੋਂ। ਮੇਰਾ ਖਿਆਲ ਹੈ ਕਿ ਹੁਣ 20 ਸਾਲ ਹੀ ਹੋ ਗਏ ਹੋਣੇ ਨੇ ਕਿ ਅਸੀਂ ਜਿਹੜਾ ਹੈ ਇਹਨੂੰ ਰੈਗੂਲਰ ਆਪਣਾ ਕਰੀ ਜਾ ਰਹੇ ਹਾਂ। ਅੱਛਾ। ਔਰ ਮੈਰਾਥਨ, ਜੈਂਗ ਹੋਰੀ ਤਾਂ ਲੰਬੀ ਮੈਰਾਥਨ ਕਰਦੇ ਨੇ, ਉਹਨਾਂ ਦੀ ਤਾਂ ਹਾਫ ਮੈਰਾਥਨ, ਫੁੱਲ ਮੈਰਾਥਨ ਜਿਹੜੀ ਕਿ ਕਈ ਵਾਰ ਹੁੰਦੀ ਹੈ ਆਪਣਾ 32 ਮਾਈਲਸ ਵਾਲੀ ਕਰ ਲੈਂਦੇ ਨੇ ਉਹ। ਮੈਨੂੰ ਯਾਦ ਹੈ ਕਿ 2 ਵਾਰੀ ਤਾਂ ਐਟਲੀਸਟ ਤੁਸੀਂ ਟੋਰਾਂਟੋ ਤੋਂ ਚੱਲ ਕੇ ਇੱਥੇ ਵੈਨਕੂਵਰ ਆਏ ਆ, 2 ਜਿਹੜੀਆਂ ਕਮਿਊਨਿਟੀ ਦੀਆਂ ਰਨਸ ਸੀ ਉਹਨਾਂ ਦੇ ਵਿੱਚ ਹਿੱਸਾ ਲੈਣ ਆਏ। ਹਾਂਜੀ, 2 ਵਾਰੀ ਰੈਡ ਐਫਐਮ ਵੱਲੋਂ ਜਿਹੜਾ ਸੀਗਾ ਤੁਹਾਡਾ ਕੀਤਾ ਹੈ ਅਰੇਂਜ, ਇੱਕ ਸ਼ਹੀਦ ਭਗਤ ਸਿੰਘ ਰਨ 'ਤੇ ਤੁਸੀਂ ਆਏ ਸੀ। ਹਾਂਜੀ, ਅਤੇ ਸਾਨੂੰ ਜਿੱਥੇ ਵੀ ਕਮਿਊਨਿਟੀ ਬੇਸਡ ਰਨ ਹੁੰਦੇ ਹੀ ਬਹੁਤ ਘੱਟ ਨੇ, ਸਾਡੇ ਵਾਸਤੇ ਜਿੱਥੇ ਵੀ ਹੋਏਗਾ ਅਤੇ ਅਸੀਂ ਤਾਂ ਆਊਟ ਆਫ ਦਾ ਵੇ ਜਾ ਕੇ ਵੀ ਪਹੁੰਚਣ ਦੀ ਕੋਸ਼ਿਸ਼ ਕਰਾਂਗੇ ਕਿ ਆਪਣਾ ਉਹਦੇ 'ਚ ਪਾਰਟੀਸਪੇਟ ਕਰਨ ਵਾਸਤੇ। ਔਰ ਬਾਕੀ ਅਸੀਂ ਅਮੈਰੀਕਾ, ਯੂਰਪ, ਉੱਥੇ ਵੀ ਜਾਂਦੇ ਰਹਿੰਦੇ ਆਪਣੀ ਮੈਰਾਥਨ ਨੂੰ ਲੈ ਕੇ। ਔਰ ਇਹ ਸਾਡਾ ਇੱਕ ਸਾਡਾ ਕਾਮਨ ਹੌਬੀ ਵੀ ਹੈ ਕਿ ਹਸਬੈਂਡ ਵਾਈਫ ਨੂੰ ਕੁਛ ਨਾ ਕੁਛ ਕਾਮਨ ਵੀ ਉਹਨਾਂ ਦਾ ਹੋਣਾ ਚਾਹੀਦਾ ਕਿ ਜਿਹੜਾ ਇਕੱਠਾ ਕਰ ਸਕਣ, ਕਿ ਜਿਹੜਾ ਕਿ ਤੁਹਾਡਾ ਔਰ ਕਾਫੀ ਲਾਸਟਿੰਗ ਹੋਵੇ, ਉਹ ਲੰਬੀ ਦੇਰ ਚੱਲਣ ਵਾਲਾ ਹੋਵੇ, ਅਤੇ ਉਹਦੇ ਨਾਲ ਜ਼ਿੰਦਗੀ ਥੋੜ੍ਹੀ ਜਿਹੀ ਹੋਰ ਜੀਣ ਜੋਗੀ ਬਣੀ ਰਹਿੰਦੀ ਹੈ। ਕਹਿੰਦੇ ਕਿ ਬੇਗਰਜ਼ੀ ਦਾ ਜਿਹੜਾ ਸੁਭਾਅ ਹੈ ਉਹ ਸ਼ਖਸੀਅਤ ਦੇ ਵਿੱਚ ਜਾਦੂ ਭਰ ਦਿੰਦਾ ਹੈ ਅਤੇ ਵੈਰੀਆਂ ਨੂੰ ਵੀ ਸੱਜਣ ਬਣਾ ਦਿੰਦਾ। ਤੁਸੀਂ ਬਹੁਤ ਕੁਝ ਕਰ ਰਹੇ ਹੋ, ਮੈਨੂੰ ਪਤਾ ਲੱਗਾ ਕਿ ਇੰਡੀਆ ਦੇ ਵਿੱਚ ਵੀ ਤੁਹਾਡਾ ਜਿਹੜਾ ਇੱਕ ਪ੍ਰੋਜੈਕਟ ਹੈ ਹਰਕਾਰਾ ਫਾਊਂਡੇਸ਼ਨ ਦੇ ਨਾਂ 'ਤੇ ਕਰ ਰਹੇ ਹੋ। ਸਾਡੇ ਸੁਣਨ ਵਾਲੇ ਚਾਹਣਗੇ ਕਿ ਉਹ ਵੀ ਤੁਸੀਂ ਉਹਨਾਂ ਨਾਲ ਜ਼ਰੂਰ ਗੱਲ ਸਾਂਝੀ ਕਰੋ। ਹਾਂਜੀ, ਹਰਕਾਰਾ ਫਾਊਂਡੇਸ਼ਨ ਜਿਹੜਾ ਹੈ ਉਹ ਅਸੀਂ ਜੈਂਗ ਔਰ ਮੇਰੀ ਜਿਹੜੀ ਹੈ ਸਾਡੀ ਆਪਣੀ ਇਹ ਚੈਰਿਟੀ ਇੰਸਟੀਟਿਊਸ਼ਨ ਹੈ ਜਿਹਨੂੰ NGO ਕਹਿੰਦੇ ਨੇ। ਔਰ ਜੈਂਗ ਹੋਰੀ ਰੋਟਰੀ ਦੇ ਮੈਂਬਰ ਨੇ, ਰੋਟੇਰੀਅਨ ਨੇ, ਅਤੇ ਅਸੀਂ ਗੋਲਫ ਟੂਰਨਾਮੈਂਟਸ ਵਗੈਰਾ ਕਰਕੇ ਹਰੇਕ ਸਾਲ, ਹੁਣ ਪਿਛਲੇ 2 ਸਾਲ ਤੋਂ ਕੋਵਿਡ ਨੇ ਸਾਨੂੰ ਕੀਤਾ ਹੋਇਆ, ਪਰ ਸਾਡੇ ਪ੍ਰੋਜੈਕਟ ਫਿਰ ਵੀ ਉੱਦਾਂ ਹੀ ਚੱਲ ਰਹੇ ਨੇ, ਅਸੀਂ ਆਪਣੇ ਕੋਲੋਂ ਕਰ ਰਹੇ ਹਾਂ। ਨਹੀਂ ਤਾਂ ਫਿਰ ਰੋਟਰੀ ਸਾਡੇ ਹਾਫ ਸਾਡੇ ਨਾਲ ਆ ਜਾਂਦੀ ਹੈ ਅਤੇ ਹਾਫ ਸਾਡਾ ਆਪਣੇ ਫੰਡਸ ਹੁੰਦੇ ਨੇ, ਇਕੱਠੇ ਕਰਕੇ ਅਸੀਂ ਫਿਰ ਸਾਡੇ ਉੱਥੇ ਪਿੰਡ ਸਾਡਾ ਸਲਾਣਾ ਹੈਗਾ ਖੰਨੇ ਦੇ ਕੋਲ, ਸਲਾਣਾ ਦੁੱਲਾ ਸਿੰਘ ਵਾਲਾ, ਅਤੇ ਅਸੀਂ ਇੱਕ ਸਕੂਲ ਅਡੋਪਟ ਕਰ ਲਿਆ, ਪ੍ਰਾਇਮਰੀ ਸਕੂਲ, ਜਿੱਥੇ ਸਾਰੇ ਬੱਚੇ ਜਿਹੜੇ ਹੈ ਨੇ, ਸਰਕਾਰੀ ਸਕੂਲ ਹੋਣ ਕਰਕੇ ਤੁਹਾਨੂੰ ਪਤਾ ਹੈ ਕਿ ਉੱਥੇ ਹੁਣ ਉਹੀ ਬੱਚੇ ਆਉਂਦੇ ਨੇ ਕਿ ਜਿਨ੍ਹਾਂ ਦੇ ਮਾਂ ਬਾਪ ਦਿਹਾੜੀਆਂ 'ਤੇ ਜਾਂਦੇ ਨੇ, ਅਤੇ ਉਹ ਅਸੀਂ ਸਕੂਲ ਨੂੰ ਅਡੋਪਟ ਕਰ ਲਿਆ। ਉਹਦੇ ਅੰਦਰ ਕੀ ਚਾਹੀਦਾ ਹੈ, ਜੇ ਬੱਚੇ ਹੇਠਾਂ ਬੈਠਦੇ ਅਸੀਂ ਡੈਸਕ ਚਾਹੀਦੇ ਨੇ, ਔਰ ਉਸ ਤੋਂ ਬਾਅਦ ਸਾਰੇ ਸਕੂਲ ਨੂੰ ਪੇਂਟ ਕਰਾ ਕੇ ਉਹਦਾ ਵਾਸ਼ਰੂਮ ਚੰਗੀ ਤਰ੍ਹਾਂ ਫਿਕਸ ਕਰਕੇ ਅਤੇ ਉਹਦਾ ਵਾਟਰ ਫਿਲਟਰ ਵਗੈਰਾ ਉਹ 'ਚ ਲਗਾ ਕੇ, ਅਤੇ ਇਹ ਕੁਛ ਸਾਡਾ ਚੱਲਦਾ ਰਹਿੰਦਾ। ਹੁਣ ਹੀ ਕੰਪਿਊਟਰ ਜਿਹੜੇ ਹੈ ਨੇ ਡੈਸਕਟਾਪ ਡੋਨੇਟ ਕਰਨੇ ਆ ਅਸੀਂ, ਪਤਾ ਨਹੀਂ ਸਾਡਾ ਜਿਹੜਾ ਮੈਨੇਜਰ ਹੈ ਸ਼ਾਇਦ ਉਹਨੇ ਹੁਣ ਤੱਕ ਕਰ ਵੀ ਦਿੱਤੇ ਹੋਣ, ਉਹ 5 ਪਏ ਸੀਗੇ ਲਏ। ਔਰ ਫਿਰ ਉਹ ਤੋਂ ਬਾਅਦ ਸਾਡੇ ਕੋਲ ਸਾਡੀ ਬਹੁਤ ਵੱਡੀ ਧਰੋਹਰ ਹੈ, ਸਾਡੇ ਕੋਲ ਬਾਬਾ ਜੀ ਸਾਹਿਬ ਸਿੰਘ ਸਲਾਣਾ, ਜਿਨ੍ਹਾਂ ਨੇ 17 ਸਾਲ ਭਗਤ ਸਿੰਘ ਨਾਲ ਜੇਲ੍ਹਾਂ ਕੱਟੀਆਂ, ਉਹ ਸਾਡੇ ਪਿੰਡ ਤੋਂ ਸੀ। ਉਹਨਾਂ ਦੇ ਨਾਂ 'ਤੇ ਅਸੀਂ ਆਪਣੀ ਲਾਇਬ੍ਰੇਰੀ ਐਸਟੈਬਲਿਸ਼ ਕੀਤੀ ਹੋਈ ਹੈ ਉੱਥੇ, ਔਰ ਉਹਨਾਂ ਦੀ ਕਿਤਾਬ, ਉਹਨਾਂ ਦੀ ਜਿਹੜੀ ਹੈਗੀ ਹੈ ਜੀਵਨੀ, ਉਹ ਅਸੀਂ ਪਬਲਿਸ਼ ਕਰਾਈ ਤਾਂ ਕਿ ਬੱਚੇ ਜਿਹੜੇ ਹੈ ਉਹ ਆਪਣੇ ਇਤਿਹਾਸ ਤੋਂ ਜਾਣੂ ਹੋ ਸਕਣ ਕਿ ਉਹ ਕਿੱਡੀ ਵੱਡੀ ਜਿਹੜੀ ਹੈਗੀ ਹੈ ਵਿਰਾਸਤ ਦੇ ਮਾਲਕ ਨੇ। ਇਹ ਸਾਡਾ ਜੀ ਇੱਦਾਂ ਪਿੰਡ 'ਚ ਸਾਡਾ ਚੱਲਦਾ, ਸਾਡਾ ਇੱਦਾਂ ਦਾ ਕੰਮ ਚੱਲਦਾ ਰਹਿੰਦਾ। ਆਈ ਕੈਂਪਸ ਤਾਂ ਕਿ ਲੈਂਸ ਵਗੈਰਾ ਲੋਕਾਂ ਦੇ ਪਾਣੇ, ਉਹ ਸਾਡੇ 10 ਸਾਲ ਤੋਂ ਚੱਲ ਰਹੇ ਨੇ ਆਈ ਕੈਂਪ ਸਾਡੇ ਐਵਰੀ ਈਅਰ। ਜਦੋਂ ਤੁਹਾਡੀ ਵਰਗੀ ਸ਼ਖਸੀਅਤ ਮੇਰੇ ਨਾਲ ਸਟੂਡੀਓ ਦੇ ਵਿੱਚ ਆਉਂਦੀ ਹੈ, ਸਾਡੇ ਬਹੁਤ ਸਾਰੇ ਸੁਣਨ ਵਾਲੇ, ਖਾਸ ਕਰਕੇ ਔਰਤਾਂ, ਉਹ ਇਹ ਮਹਿਸੂਸ ਕਰਦੀਆਂ ਨੇ ਕਿ ਇਸ ਔਰਤ ਦੀ ਜ਼ਿੰਦਗੀ ਬੜੀ ਸੌਖੀ ਹੈ, ਬੜੀ ਸਮੂਥ ਚੱਲ ਰਹੀ ਹੈ, ਕਿੰਨੀ ਵਧੀਆ ਹੈ, ਕਿੰਨੀ ਪ੍ਰੇਰਨਾਦਾਇਕ ਹੈ। ਇਸ ਸ਼ਖਸੀਅਤ ਦੇ ਪਿੱਛੇ ਕੁਝ ਇਹੋ ਜਿਹੀਆਂ ਗੱਲਾਂ ਜਿਹੜੀਆਂ ਲੱਗਦਾ ਹੈ ਕਿ
ਕਿ ਵੀ ਜ਼ਰੂਰੀ ਤੌਰ ਦੇ ਉੱਤੇ ਸਾਹਮਣੇ ਆਉਣੀਆਂ ਚਾਹੀਦੀਆਂ। ਤੁਹਾਡੀ ਜ਼ਿੰਦਗੀ ਹਮੇਸ਼ਾ ਇੰਨੀ ਸਮੂਥ ਹੀ ਰਹੀ ਹੈ? ਮਨ ਦੇ ਵਿੱਚ ਇਹ ਵੀ ਸਵਾਲ ਹੁੰਦਾ ਕਿ ਜਦੋਂ ਇੱਥੇ ਤੁਸੀਂ ਆਉਂਦੇ ਹੋ, ਤੁਸੀਂ ਕੀ ਕਰਨਾ ਸ਼ੁਰੂ ਕੀਤਾ, ਕਦੋਂ ਤੁਸੀਂ ਆਏ ਸੀ, ਕਿਹੋ ਜਿਹੀ ਲਾਈਫ ਸੀ, ਕਿਹਨਾਂ ਚੈਲੰਜਸ ਦੇ ਵਿੱਚੋਂ ਗੁਜ਼ਰੇ? ਜੇ ਕੁਝ ਗੱਲਾਂ ਉਹਨਾਂ ਦਾ ਜ਼ਿਕਰ ਕਰਨਾ ਚਾਹੋ, ਖਾਸ ਕਰਕੇ ਔਰਤਾਂ ਦੇ ਲਈ। ਪਹਿਲਾਂ ਤਾਂ ਜਨਰਲੀ ਮੈਂ ਦੱਸਾਂਗੀ ਕਿ ਮੈਂ ਜਦੋਂ ਆਈ ਇੱਥੇ 93 'ਚ ਮੈਰਿਜ ਬੇਸਿਸ 'ਤੇ, ਔਰ ਸਾਡੇ ਕੋਲ ਉਹ ਸਾਡਾ ਪਹਿਲਾ ਬਿਜ਼ਨਸ ਉਦੋਂ ਤੱਕ ਜਿਹੜਾ ਹੈ ਫੇਲ ਹੋ ਚੁੱਕਾ ਸੀ ਔਰ ਦੁਬਾਰਾ ਤੋਂ ਸ਼ੁਰੂ ਕਰਨਾ ਸੀ। ਮੈਂ ਅਤੇ ਮੇਰੇ ਹਸਬੈਂਡ ਅਸੀਂ, ਕਿਉਂਕਿ ਮੇਰੀ ਪਿੱਛੋਂ ਮਾਰਕੀਟਿੰਗ ਦੀ ਬੈਕਗਰਾਊਂਡ ਸੀ ਔਰ ਇਹਨਾਂ ਕੋਲ ਆਪਣਾ ਪਿਛਲੇ ਬਿਜ਼ਨਸ ਦਾ ਨਿਟਿੰਗ ਮਿਲਸ ਸੀਗੀਆਂ ਸਾਡੀਆਂ ਇੱਥੇ ਬ੍ਰੈਂਡਫੋਰਡ, ਉਹ ਤੋਂ ਬਾਅਦ ਡਾਈ ਹਾਊਸ ਕੈਲਗਰੀ, ਵੈਨਕੂਵਰ, ਆਪਣਾ ਇੱਕ ਬ੍ਰੈਂਡਫੋਰਡ 'ਚ ਵੀ ਮਿਸਿਸਾਗਾ। ਉਹ ਕਾਫੀ ਵੱਡਾ ਆਪਰੇਸ਼ਨ ਸੀਗਾ ਜਿਹੜਾ ਫਲॉप ਹੋਇਆ ਸੀ। ਔਰ ਉਹ ਤੋਂ ਬਾਅਦ ਫਿਰ ਦੁਬਾਰਾ ਸ਼ੁਰੂ ਕਰਨਾ ਆਪਣੇ ਆਪ 'ਚ ਇੱਕ ਚੈਲੰਜ ਸੀਗਾ। ਕੋਈ ਪੈਸਾ ਨਹੀਂ ਤੁਹਾਡੇ ਕੋਲ, ਕੋਈ ਕੁਛ ਨਹੀਂ, ਪਰ ਫਿਰ ਵੀ ਕਿਵੇਂ ਨਾ ਕਿਵੇਂ ਕਰਦੇ ਹੋਏ, ਕਿਉਂਕਿ ਜੈਂਗ ਹੋ ਰਹੀ ਅਤੇ ਉਹਨਾਂ ਨੂੰ, ਤੇ ਉਹਨਾਂ ਦਾ ਤਾਂ ਜੇ ਦੂਜਾ ਨਾਂ ਹੈ ਹੀ ਕਰਮ ਯੋਗੀ। ਉਹਨਾਂ ਨੇ ਤੇ ਹਮੇਸ਼ਾ ਉਹ ਐਕਸ਼ਨ 'ਚ ਬਿਲੀਵ ਕਰਦੇ ਨੇ। ਜਸਟ ਟੇਕ ਦ ਐਕਸ਼ਨ, ਡੋਂਟ ਜਸਟ ਥਿੰਕ ਅਬਾਊਟ ਇਟ ਦੈਟ ਓਕੇ ਆਈ ਵਿਲ ਡੂ ਇਟ ਟੂਡੇ, ਆਈ ਵਿਲ ਡੂ ਇਟ ਟਮੋਰੋ। ਹੀ ਡਜ਼ਨਟ ਬਿਲੀਵ ਇਨ ਦੈਟ। ਉਹ ਕਹਿੰਦੇ ਨੇ ਜਦ ਕੋਈ ਆਈਡੀਆ ਦਿਮਾਗ 'ਚ ਆ ਗਿਆ, ਤੁਹਾਨੂੰ ਪਤਾ ਹੈ ਕਿ ਇਹ ਵਾਇਬਲ ਹੈਗਾ, ਵਾਈ ਨਾਟ ਵਰਕ ਔਨ ਇਟ। ਹੀ ਵੁੱਡ ਸਟਾਰਟ ਵਰਕਿੰਗ ਔਨ ਇਟ ਰਾਈਟ ਅਵੇ। ਅਤੇ ਉਹ ਮੈਂ ਉਹਨਾਂ ਦੇ ਨਾਲ ਸੀ ਥਰੂ। ਫਿਰ ਅਸੀਂ ਦੁਬਾਰਾ ਤੋਂ ਜਿੱਦਾਂ ਸ਼ੁਰੂ ਕੀਤਾ ਕਿ ਕਿਤੇ ਵੀ ਜਾ ਕੇ ਉਹਨਾਂ ਨੇ ਕੋਈ ਟੀ ਸ਼ਰਟਸ ਖਰੀਦ ਲੈਣੀਆਂ ਸਸਤੀਆਂ, ਦੂਜੀ ਜਗ੍ਹਾ 'ਤੇ ਜਾ ਕੇ 50 ਸੈਂਟ ਦੇ ਮਾਰਜਨ 'ਤੇ ਵੇਚ ਦੇਣੀਆਂ। ਸ਼ਾਇਦ ਦਿਨ 'ਚ ਉਹਨਾਂ ਦਾ $100 ਹੀ ਬਣਦਾ ਹੋਵੇ, 100-150 ਬਣਦਾ ਹੋਵੇ। ਅਤੇ ਉਹ ਤੋਂ ਬਾਅਦ ਅਗਲੇ ਦਿਨ ਉਹਨਾਂ ਦਾ ਫਿਰ ਉਹੀ ਕੰਮ ਕਰਦੇ ਕਰਾਉਂਦੇ ਉਹਨਾਂ ਨੇ ਪਤਾ ਨਹੀਂ ਜਦੋਂ 5-7 ਹਜ਼ਾਰ ਜੋੜ ਲਿਆ, ਉਹ ਤੋਂ ਬਾਅਦ 2 ਮਸ਼ੀਨਾਂ ਲੈ ਲਈਆਂ ਪੁਰਾਣੀਆਂ, ਫਿਰ ਨਿਟਿੰਗ ਦੀਆਂ, ਕਿ ਨਿਟਿੰਗ ਦਾ ਕੰਮ ਦੁਬਾਰਾ ਕਰਨਾ। ਅਤੇ ਇੱਧਰੋਂ ਮੈਨੂੰ ਇੱਕ ਸਟੋਰ ਛੋਟਾ ਜਿਹਾ ਖੋਲ੍ਹਤਾ ਬੜੇ ਰਨ ਡਾਊਨ ਮਾਲ ਦੇ ਵਿੱਚ, ਜਿੱਥੇ ਕਿਰਾਇਆ ਸਾਰਾ $500 ਸੀਗਾ ਉਹਦਾ। ਅਤੇ ਉੱਥੇ ਵਾਸਤੇ ਵੀ ਕਿਸੇ ਤੋਂ ਕੰਸਾਈਨਮੈਂਟ 'ਤੇ ਚੀਜ਼ਾਂ ਚੁੱਕ ਲਈਆਂ, ਆਪਣਾ ਕੱਪੜੇ ਚੁੱਕ ਲਏ ਕਿ ਜਿਹੜੇ ਉਹਨਾਂ ਦੇ ਨਹੀਂ ਸੀ ਵਿਕਦੇ, ਡਿਫੈਕਟਿਵ ਸੀ, ਕੀ ਸੀਗੇ, ਅਸੀਂ ਉਹ ਸਸਤੇ ਵੇਚਣੇ ਸ਼ੁਰੂ ਕਰਤੇ। ਸੋ ਬੋਥ ਆਫ ਅਸ ਵੀ ਆਰ ਜਸਟ ਔਨ ਆਰ ਪਾਥ to make our life better financially, and we did reach our goal one day. Soon, didn't take long, but we did reach our goal. ਸੋ ਉਤਾਰ ਚੜਾਵ ਕਾਫੀ ਆਉਂਦੇ ਰਹੇ ਆ। ਇਹ ਨਹੀਂ ਹੈ ਕਿ ਜ਼ਿੰਦਗੀ ਇੰਨੀ ਸੌਖੀ ਹੈ ਜਿੰਨੀ ਸੌਖੀ ਦਿਸ ਰਹੀ ਹੈਗੀ ਆ। ਤੁਸੀਂ ਲਿਟਰੇਰੀ ਸਰਕਲ ਦੇ ਵਿੱਚ ਵੀ ਉਦੋਂ ਹੀ ਪੈਰ ਰੱਖਿਆ ਜਦੋਂ ਤੁਹਾਨੂੰ ਲੱਗਾ ਕਿ ਵੀ ਹਾਂ ਸਾਹ ਹੁਣ ਸੌਖਾ ਆਉਣ ਲੱਗ ਗਿਆ। ਜੀ, ਕੁਝ ਇਹੋ ਜਿਹੀਆਂ ਕਹਾਣੀਆਂ ਜਿਹੜੀਆਂ ਤੁਸੀਂ ਖਾਸ ਤੌਰ 'ਤੇ ਰਿਕਮੈਂਡ ਕਰਦੇ ਹੋ ਕਿ ਔਰਤਾਂ ਜ਼ਰੂਰ ਪੜ੍ਹਨ? ਵੈਸੇ ਤਾਂ ਸਾਰਿਆਂ ਲਈ ਆ ਕਹਾਣੀਆਂ, ਪਰ ਫਿਰ ਵੀ ਤੁਹਾਨੂੰ ਜੇ ਇਹ ਲੱਗੇ, ਕਿਉਂਕਿ ਜਿਹੜੀਆਂ ਔਰਤਾਂ ਖਾਸ ਤੌਰ 'ਤੇ ਇਸ ਪ੍ਰੋਗਰਾਮ ਨੂੰ ਜ਼ਰੂਰ ਸੁਣਦੀਆਂ ਨੇ। ਮੈਨੂੰ ਆਪਣੀਆਂ ਸਾਰੀਆਂ ਹੀ ਕਹਾਣੀਆਂ ਪਿਆਰੀਆਂ ਨੇ। ਅਤੇ ਹੁਣ ਤੁਸੀਂ ਸਵਾਲ ਮੇਰੇ ਨਾਲ ਜਦ ਜੇ ਔਰਤਾਂ ਬੇਸਡ ਕਹਾਣੀਆਂ ਦਾ ਪੁੱਛਿਆ, ਅਤੇ ਇੱਕ ਤਾਂ ਮੈਂ ਕਹਾਂਗੀ ਕਾਸ਼ਨੀ ਸੁਪਨੇ। ਕਾਸ਼ਨੀ ਸੁਪਨੇ ਕਹਾਣੀ ਜਿਹੜੀ ਹੈ ਉਹ ਥੋੜ੍ਹੀ ਜਿਹੀ ਆਪਣੀ ਟ੍ਰੈਡੀਸ਼ਨਲ ਥਿੰਕਿੰਗ ਤੋਂ ਪਰੇ ਹੈ, ਇਨ ਦਾ ਸੈਂਸ ਕਿ ਇੱਕ ਵਿਧਵਾ ਔਰਤ ਹੈ ਜਿਹਦਾ ਜਿਹੜੀ ਆਪਣਾ ਠੀਕ ਠਾਕ ਹੈ, ਆਪਣੇ ਵੱਲੋਂ ਬਿਲਕੁਲ ਫਿੱਟ ਹੈ ਉਹ, ਅਤੇ ਉਹ ਅਵੇਅਰਨੈਸ ਵੀ ਰੱਖਦੀ ਹੈ, ਆਪਣੀ ਇੱਥੋਂ ਦੀ ਪੋਲੀਟੀਕਲ ਅਵੇਅਰਨੈਸ ਵੀ ਰੱਖਦੀ ਹੈ, ਜਾ ਕੇ ਉੱਥੇ ਵੋਲੰਟੀਅਰ ਕੰਮ ਕਰਦੀ ਹੈ। ਅਤੇ ਬੇਟਾ ਉਹਦਾ ਵੈਨਕੂਵਰ ਬੈਠਾ ਹੈ, ਆਪ ਉਹ ਟੋਰਾਂਟੋ ਹੈ। ਅਤੇ ਬੇਟਾ ਉਹਨੂੰ ਕਹਿ ਰਿਹਾ, ਮੰਮਾ ਘਰ ਵੇਚ ਕੇ ਸਾਡੇ ਕੋਲ ਆ ਜਾਓ, ਸਾਨੂੰ ਤੁਹਾਡਾ ਫਿਕਰ ਹੀ ਲੱਗਾ ਰਹਿੰਦਾ, ਪਿੱਛੇ ਤੁਸੀਂ ਇਕੱਲੇ ਹੋ ਜੀ। ਅਤੇ ਤੁਸੀਂ ਕਿਉਂਕਿ ਹੁਣ ਜਿਹੜਾ ਹੈਗਾ ਥੋੜ੍ਹੇ ਜਿਹੇ ਬਜ਼ੁਰਗ ਹੋ ਗਏ ਹੋ, ਇੱਕ ਅੱਧੀ ਵਾਰ ਉਹਦੇ ਕੋਲੋਂ ਜਿਹੜੀ ਹੈਗੀ ਨਾ ਪ੍ਰੈਸ ਰੱਖੀ ਗਈ ਚਲਦੀ, ਅਤੇ ਉਹ ਧੂੰਆਂ ਨਿਕਲ ਗਿਆ ਕੱਪੜੇ 'ਚ, ਉਹ ਆਪਣੇ ਬੇਟੇ ਨੂੰ ਦੱਸ ਬੈਠੀ। ਅਤੇ ਉਹ ਬੇਟਾ ਸ਼ੱਕ ਕਰਦਾ ਕਿ ਸ਼ਾਇਦ ਹੁਣ ਮੰਮੀ ਨੂੰ ਡਿਮੈਂਸ਼ੀਆ ਵੀ ਹੋ ਗਿਆ, ਕਿ ਜਿਹੜਾ ਭੁੱਲਣ ਲੱਗ ਗਏ, ਕਿਤੇ ਇਹ ਨਾ ਹੋਵੇ ਘਰ 'ਚ ਅੱਗ ਹੀ ਲਾ ਲੈਣ ਉੱਥੇ ਬੈਠੇ। ਉਹਦਾ ਖੈਰ ਫਿਕਰ ਜਾਇਜ਼ ਹੈ, ਪਰ ਉਹ ਕਹਿੰਦੀ ਹੈ ਕਿ ਨਹੀਂ, ਮੈਂ ਜਦੋਂ ਠੀਕ ਠਾਕ ਹਾਂ, ਮੈਂ ਆਪਣੇ ਆਪ ਰਹਿ ਸਕਦੀ ਹਾਂ ਆਪਣੀ ਤਰ੍ਹਾਂ ਦੇ ਨਾਲ, ਮੈਂ ਕਿਸੇ ਦੇ ਨਾਲ ਹਾਲੇ ਨਹੀਂ ਰਹਿਣਾ ਹੈਗਾ, ਮੈਂ ਨਾ ਉਹਨਾਂ ਦੀ ਲਾਈਫ ਡਿਸਟਰਬ ਕਰਨੀ ਹੈ, ਅਤੇ ਨਾ ਹੀ ਮੈਂ ਆਪਣੀ ਲਾਈਫ 'ਚ ਕੋਈ ਇੰਟਰਫੀਅਰੈਂਸ ਹਾਲੇ ਚਾਹੁੰਦੀ ਹਾਂ। ਅਤੇ ਉਹ ਇੱਕੋ ਗੱਲ ਕਹਿੰਦੀ ਹੈ ਕਿ ਜਸਟ ਬਿਕੋਜ਼ ਹੁਣ ਮੇਰੇ ਪੋਤਾ ਪੋਤੀ ਹੋ ਗਏ ਨੇ, ਮੈਂ ਦਾਦੀ ਬਣ ਗਈ ਹਾਂ, ਇਹਦਾ ਮਤਲਬ ਮੈਂ ਬੁੱਢੀ ਹੋ ਗਈ? ਅੱਛਾ, ਮੈਂ ਨਹੀਂ ਬੁੱਢੀ ਹੋਈ। ਮੇਰਾ ਮਨ ਹੀ ਨਹੀਂ ਮੰਨਦਾ, ਮੈਂ ਨਹੀਂ ਬੁੱਢੀ ਹੋਈ। ਅਤੇ ਪਰ ਉਹ ਆਪਣੇ ਬੇਟੇ ਨੂੰ ਬੜਾ ਪੋਲਾਈਟਲੀ ਉਹ ਡਿਕਲਾਈਨ ਕਰਦੀ ਹੈ ਐਵਰੀ ਟਾਈਮ ਦੇਰ ਇਜ਼ ਐਨ ਆਫਰ। ਔਰ ਥੋੜ੍ਹੀ ਜਿਹੀ ਉਹਨੂੰ ਪ੍ਰੋਬਲਮ ਇਹ ਵੀ ਹੈਗੀ ਹੈ ਕਿ ਉੱਥੇ ਜਾ ਕੇ ਮੈਂ ਉਹਨਾਂ ਦੀ ਜਿਹੜੀ ਲਾਈਫ ਹੈ ਉਹਨੂੰ ਡਿਸਟਰਬ ਕਰਦੀ ਹੈ, ਜਦੋਂ ਵੀ ਉਹ ਮਿਲਣ ਆਉਂਦੀ ਹੈ ਇੱਥੇ, ਕਿ ਉਹਨੂੰ ਲੱਗਦਾ ਕਿ ਮੈਂ ਜਿਹੜਾ ਹੈਗਾ ਇੰਟਰਫੀਅਰ ਕਰਦੀ ਹਾਂ ਉਹਨਾਂ ਦੀ ਲਾਈਫ 'ਚ ਉੱਥੇ ਜਾ ਕੇ, ਔਰ ਉਹਨਾਂ ਦੀ ਪਰਸਨਲ ਸਪੇਸ 'ਚ ਹੁੰਦੀ ਹਾਂ ਮੈਂ, ਛੇਤੀ ਵਾਪਸ ਆ ਜਾਂਦੀ ਹੈ। ਸੋ ਇਨ ਦਾ ਮੀਨ ਟਾਈਮ ਉਹਦੀ ਗੁਆਂਢੀ ਨਾਲ ਚੰਗੀ ਬਣਦੀ ਹੈ, ਰੂਬੀ ਹੈ ਪਾਤਰ, ਅਤੇ ਉਹਦਾ ਛੋਟਾ ਜਿਹਾ ਬੱਚਾ, ਉਹ ਆ ਜਾਂਦੇ ਨੇ, ਅਤੇ ਉਹਨੂੰ ਆਪਣਾ ਲਾਈਫ 'ਤੇ ਥੋੜ੍ਹਾ ਜਿਹਾ ਸਿਖਾਵਾਂ ਬਣਾਈ ਰੱਖਦੇ ਨੇ ਉਹਦੀ ਨੂੰ। ਅਤੇ ਉਦੋਂ ਹੀ ਉਹਨੂੰ ਇੱਕ ਡਾਕਟਰ ਮਿਲ ਜਾਂਦਾ, ਡਾਕਟਰ ਸਿੱਧੂ, ਜਿਹੜਾ ਆਪ ਵਿਡੋਰ ਹੈ। ਅੱਛਾ। ਅਤੇ ਉਹ ਦੋਨੋਂ ਜਦੋਂ ਗੱਲਬਾਤ ਹੁੰਦੀ ਹੈ, ਅਤੇ ਆਪਣਾ
ਉਹ ਇਸ ਏਜ ਦੇ ਵਿੱਚ ਵੈਨ ਯੂ ਆਰ ਆਲਰੇਡੀ 65 ਔਰ 60 ਈਅਰ ਓਲਡ ਤੇ ਤੁਹਾਡੀ ਉਹ ਤਾਂ 16 ਸਾਲ ਵਾਲੀ ਆਸ਼ਕੀ ਤਾਂ ਹੁਣ ਹੋ ਰਹੀ, ਤੁਹਾਡੀ ਇੱਕ ਬੜੀ ਜਿਹੜੀ ਹੈਗੀ ਸੋਲਿਡ ਫੁਟਿੰਗ ਦੇ ਉੱਪਰ ਗੱਲ ਹੁੰਦੀ ਹੈ ਇੱਕ ਦੂਜੇ ਦੇ ਨਾਲ ਕਿ ਤੁਸੀਂ ਆਪਣਾ ਮਨ ਦਾ ਜੋ ਹੈ ਤੁਸੀਂ ਕਹਿ ਸਕਦੇ ਹੋ। ਪਰ ਫਿਰ ਵੀ ਉਹਦੇ ਜਿਹੜੀ ਟ੍ਰੈਡੀਸ਼ਨ ਹੈ ਫਿਰ ਕਿਤੇ ਨਾ ਕਿਤੇ ਆ ਜਾਂਦੀ ਹੈ, ਅੜਿੱਕੇ ਆ ਜਾਂਦੀ ਹੈ ਮਨ 'ਚ। ਅਤੇ ਕਹਾਣੀ ਇੱਥੇ ਐਂਡ ਹੋ ਜਾਂਦੀ ਹੈ ਕਿ ਉਹ ਆਉਂਦਾ ਹੈ ਬਹਾਨੇ ਦੇ ਨਾਲ ਹੀ ਉਹਦੇ ਘਰ ਆਪਣਾ ਕੁਲਦੀਪ ਦੇ, ਲੇਡੀ ਦਾ ਨਾਂ ਕੁਲਦੀਪ ਹੈ, ਡਾਕਟਰ ਸਿੱਧੂ ਕੁਲਦੀਪ ਦੇ ਘਰ ਆਉਂਦਾ ਹੈ ਕਿ ਮੈਂ ਸੁਣਿਆ ਤੁਸੀਂ ਗਰਮ ਮਸਾਲਾ ਫਰੈਸ਼ ਪੀਸ ਕੇ ਰੱਖ ਦਿਓ, ਅੱਜ ਮੈਂ ਚਿਕਨ ਕੜੀ ਬਣਾਉਣ ਲੱਗਾ ਸੀ, ਮੈਂ ਸੋਚਿਆ ਚਲੋ ਤੁਹਾਡੇ ਹੀ ਲੈ ਆਉਣਾ ਜਾ ਕੇ। ਅਤੇ ਉਹ ਉਹਨਾਂ ਨੂੰ ਬਿਠਾਉਂਦੀ ਹੈ ਚੰਗੀ ਤਰ੍ਹਾਂ, ਔਰ ਉਸ ਦਿਨ ਉਹ ਆਪਣੇ ਹਸਬੈਂਡ ਦਾ ਜਿਹੜਾ ਸਵੈਟਰ ਉਹਨੇ ਆਪਣੇ ਛਾਤੀ ਨਾਲ ਲਾ ਕੇ ਰੱਖਿਆ ਹੁੰਦਾ, ਜਾਨ ਨਾਲ ਲਾ ਕੇ ਰੱਖਿਆ ਹੁੰਦਾ, ਉਸ ਦਿਨ ਉਹਨੂੰ ਉਹ ਸਵੈਟਰ ਆਫਰ ਕਰਦੀ ਹੈ ਕਿ ਤੁਸੀਂ ਬਾਹਰੋਂ ਮੀਂਹ 'ਚ ਭਿੱਜ ਕੇ ਆਇਓ, ਆਹ ਸਵੈਟਰ ਪਾ ਲਓ, ਸਿੰਬੋਲਿਕ ਹੈ, ਬਿਊਟੀਫੁਲ। ਹਾਂਜੀ, ਔਰ ਉਸ ਤੋਂ ਬਾਅਦ ਉਹ ਕਹਿੰਦਾ ਮੈਂ ਜ਼ਿਆਦਾ ਦੇਰ ਨਹੀਂ ਬੈਠਾਂਗਾ ਅਤੇ ਮੈਂ ਚੱਲਦਾ, ਕਿਉਂਕਿ ਉਹ ਅਨਕੰਫਰਟੇਬਲ ਤਾਂ ਫੀਲ ਕਰਦਾ ਹੀ ਹੈ ਨਾ, ਕਿਉਂਕਿ ਉਹਨੂੰ ਪਤਾ ਉਹ ਕਿਉਂ ਆਇਆ ਔਰ ਉਹ ਵੀ ਸਮਝਦੀ ਉਹ ਕਿਉਂ ਆਇਆ। ਔਰ ਉਹ ਬਸ ਉਹ ਤੋਂ ਬਾਅਦ ਜਦੋਂ ਜਾਂਦਾ ਓਕੇ ਮਿਸਿਸ ਗਿੱਲ ਦਾ ਕਹਿੰਦਾ ਉਹਨੂੰ ਕਿ ਅੱਜ ਤੁਹਾਨੂੰ ਉਹ ਪਰਪਲ ਡਰੈਸ ਜਿਹੜੀ ਤੁਸੀਂ ਪਾਈ ਹੈ ਬਹੁਤ ਸੋਹਣੀ ਲੱਗਦੀ ਹੈ, ਇੰਨਾ ਕਹਿ ਕੇ ਉਹ ਮੁੜ ਜਾਂਦਾ ਇੱਕਦਮ ਜਾਣ ਵਾਸਤੇ, ਔਰ ਉਹ ਦੂਰ ਤੱਕ ਉਹਨੂੰ ਖੜੀ ਦੇਖਦੀ ਰਹਿੰਦੀ ਜਦ ਤੱਕ ਉਹ ਕਾਰਨਰ ਤੋਂ ਮੁੜ ਨਹੀਂ ਜਾਂਦਾ, ਅੱਖੋਂ ਓਹਲੇ ਨਹੀਂ ਹੋ ਜਾਂਦਾ। ਸੋ ਇੱਥੇ ਜਿਹੜਾ ਓਪਨ ਐਂਡ ਹੈ ਕਹਾਣੀ ਦਾ ਕਿ ਦੈਟ ਮੀਨਸ ਉਹ ਸ਼ੀ ਹੈਜ਼ said whatever she wanted to say। ਗੱਲ ਇਹ ਆ ਕਿ ਵੀ ਸਾਥੀ ਕਿਹਨੂੰ ਨਹੀਂ ਚਾਹੀਦਾ ਹੁੰਦਾ, ਇਰਰਿਸਪੈਕਟ ਆਫ ਦਾ ਏਜ, ਹੈ ਨਾ, ਕੋਈ ਗੱਲ ਨਹੀਂ ਹੈਗੀ। ਪਰ ਇਹ ਕੁਝ ਚੀਜ਼ਾਂ ਜਿਹੜੀਆਂ ਸਾਡੇ ਕਲਚਰ ਦੇ ਵਿੱਚ ਹੈਗੀਆਂ ਕਿ ਵੀ ਹਾਂ ਅਸੀਂ ਕਈ ਵਾਰ ਸਾਡੇ ਜਿਹੜੇ ਬਜ਼ੁਰਗ ਆ ਜੋ ਵੀ ਇੱਕ ਦੂਜੇ ਦੇ ਨੇੜੇ ਬੈਠਦੇ ਆ ਜਾਂ ਇਕੱਠੇ ਬੈਠ ਕੇ ਗੱਲਾਂ ਬਾਤਾਂ ਕਰਦੇ ਆ, ਤੁਰੇ ਫਿਰਦੇ ਆ, ਉਹਨੂੰ ਵੀ ਬੜੀ ਅਜੀਬ ਦੇ ਨਜ਼ਰ ਦੇ ਨਾਲ ਦੇਖਿਆ ਜਾਂਦਾ ਕਿ ਵੀ ਹੈ ਦੱਸੋ ਕਿਹੜੀ ਉਮਰ ਦੇ ਵਿੱਚ ਇਹ ਇਕੱਠੇ ਬੈਠਦੇ ਆ ਜਾਂ ਰੂਹ ਦੀਆਂ ਗੱਲਾਂ ਕਰਦੇ ਆ। ਪਰ ਸਾਥੀ ਦੀ ਜ਼ਰੂਰਤ ਜਿਹੜੀ ਤੁਸੀਂ ਗੱਲ ਕੀਤੀ ਉਸ ਕਹਾਣੀ ਦੇ ਵਿੱਚ, ਮੇਰੇ ਇੱਕ ਬਹੁਤ ਦਿਲ ਦੇ ਨੇੜੇ ਕਹਾਣੀ ਆ, ਹਲੇ ਮੈਂ ਉਹ ਰਾਤੀ ਕਹਾਣੀ ਤੁਹਾਡੀ ਪੜ੍ਹੀ ਆ, ਸੂਲਾਂ ਵਰਗੇ ਪੱਤੇ, ਬਹੁਤ ਮੈਨੂੰ ਪਿਆਰੀ ਉਹ ਕਹਾਣੀ ਲੱਗੀ ਹੈ। ਮੈਂ ਆਪਣੇ ਵੱਲੋਂ ਇਹ ਵੀ ਰਿਕਮੈਂਡ ਕਰੂੰਗੀ ਸਾਡੀ ਖਾਸ ਕਰਕੇ ਜਿਹੜੀਆਂ ਔਰਤਾਂ ਨੇ ਉਹ ਇਸ ਕਹਾਣੀ ਨੂੰ ਜ਼ਰੂਰ ਪੜ੍ਹਨ। ਆਦਮੀ ਵੀ ਮੈਂ ਵੱਖ ਨਹੀਂ ਕਰਦੀ, ਪਰ ਕਿਉਂਕਿ ਮੈਂ ਜ਼ਿਕਰ ਕੀਤਾ ਕਿ ਜਦੋਂ ਔਰਤਾਂ ਸੁਣ ਰਹੀਆਂ ਹੁੰਦੀਆਂ ਇਸ ਪ੍ਰੋਗਰਾਮ ਨੂੰ, ਵੰਡਰਫੁਲ ਵੂਮੈਨਸ ਵੈਨਸਡੇ ਬਹੁਤ ਵੱਡੀ ਗਿਣਤੀ ਦੇ ਵਿੱਚ ਔਰਤਾਂ ਸੁਣਦੀਆਂ ਨੇ, ਕੋਈ ਖਾਸ ਸੁਨੇਹਾ ਉਹਨਾਂ ਲਈ? ਮਾਈ ਗॉड ਮੈਂ ਆਪਣੀ ਕਹਾਣੀ 'ਚ ਗੁਆਚੀ ਹੋਈ ਸੀ ਸੂਲਾਂ ਵਰਗੇ ਪੱਤੇ। ਅਤੇ ਮੈਂ ਇਹੀ ਕਹੂੰਗੀ ਕਿ ਫੋਲੋ ਯੂਅਰ ਪੈਸ਼ਨ, ਫੋਲੋ ਯੂਅਰ ਹਾਰਟ। ਆਪਾਂ ਜਿਹੜਾ ਹੈ ਨਾ ਕਿ ਜ਼ਰੂਰੀ ਨਹੀਂ ਹੁੰਦਾ ਕਿ ਅਸੀਂ ਆਪਣੀਆਂ ਸਾਰੀਆਂ ਡਿਜ਼ਾਇਰ, ਸਾਰੀਆਂ ਅੰਬੀਸ਼ਨਸ ਨੂੰ ਹਮੇਸ਼ਾ ਬੈਕ ਬਰਨਰ 'ਤੇ ਹੀ ਰੱਖਣਾ ਕਿ ਐਵਰੀਬਡੀ ਐਲਸ ਕਮਸ ਫਰਸਟ। ਥੋੜ੍ਹਾ ਜਿਹਾ ਸਾਨੂੰ ਸੈਲਫਿਸ਼ ਵੀ ਜਿਹੜਾ ਹੋਣਾ ਹੈ ਉਹ ਜਿਹੜਾ ਹੈਗਾ ਉਹਦੇ ਵਾਸਤੇ ਗਿਲਟੀ ਫੀਲ ਨਹੀਂ ਕਰਨਾ ਚਾਹੀਦਾ। ਬੀ ਸੈਲਫਿਸ਼ ਇਫ ਯੂ ਹੈਵ ਟੂ ਬੀ। ਐਂਡ ਜੇ ਤੁਹਾਡੇ ਕੋਲ ਇੰਨੇ ਕੁ ਤੁਹਾਡੇ ਕੋਲ ਰਿਸੋਰਸਿਸ ਹੈਗੇ ਨੇ ਦੈਟ ਯੂ ਕੈਨ ਗੋ ਆਊਟ, ਯੂ ਕੈਨ ਟਰੈਵਲ ਵਿਦ ਯੂਅਰ ਫਰੈਂਡਸ। ਔਰ ਜ਼ਰੂਰੀ ਨਹੀਂ ਬਹੁਤ ਦੂਰ ਜਾਣਾ, ਤੁਸੀਂ ਈਵਨ ਲੋਕਲੀ ਵੀ ਇਕੱਠੀਆਂ ਹੋ ਕੇ ਕਿਤੇ ਜਾ ਸਕਦੇ ਹੋ, 2-4 ਤਾਂ ਸਾਨੂੰ ਆਪਣੀ ਸਪੇਸ ਮਿਲ ਜਾਂਦੀ ਹੈ, ਉਹਦੇ 'ਚ ਸਾਨੂੰ ਸਾਹ ਆ ਜਾਂਦਾ ਅਤੇ ਅਸੀਂ ਇੱਕ ਨਵੀਂ ਐਨਰਜੀ ਦੇ ਨਾਲ ਘਰ ਵਾਪਸ ਜਾਂਦੇ ਹਾਂ। That's what I would say, that if you have some wishes like that, ਉਹਨਾਂ ਨੂੰ ਐਵੇਂ ਦਬਾਓ ਨਾ। ਆਪਾਂ ਸਾਰਿਆਂ ਨੇ ਜਿਹੜਾ ਹੈਗਾ ਦੇਖੋ one day we have to go, leave this world, but we won't have to leave this world with that unsung song in our heart। ਜਿਹੜਾ ਦਿਲ ਦੇ ਵਿੱਚ ਗਾਣਾ ਉਹਨੂੰ ਆਪਾਂ ਗਾ ਕੇ ਮਰਾਂਗੇ ਆਪਣੇ ਨੂੰ, ਠੀਕ ਹੈ ਕਿ ਨਹੀਂ? ਬਾਕੀ ਜਿਹੜੀ ਆਡੀਅנס ਰਹਿ ਗਈ ਹੁਣ ਉਹਨਾਂ ਨੂੰ ਵੀ ਕੁਝ ਕਹਿ ਦਿਓ। ਬਾਕੀ ਆਡੀਅנס ਮੈਂ ਔਰਤਾਂ ਦੀ ਗੱਲ ਕੀਤੀ ਸੀ। ਹਾਂਜੀ, ਇੱਕ ਸੁਨੇਹਾ ਖਾਸ ਕਰਕੇ ਸਾਡੇ ਵੀਰਾਂ ਦੇ ਲਈ, ਆਦਮੀਆਂ ਦੇ ਲਈ। ਹਾਂਜੀ, ਮੈਂ ਇਹੀ ਕਹਾਂਗੀ ਕਿ ਉਹਨਾਂ ਨੂੰ ਤੁਸੀਂ ਇਨਕਰੇਜ ਕਰੋ। ਕਈ ਵਾਰ ਤਾਂ ਹੁੰਦਾ ਨਾ ਕਿ ਕਮਾਲ ਹੈ ਆਪਣਾ ਜੇ ਵਾਈਫ ਚਲੀ ਗਈ ਉਹਦਾ ਖਾਣ ਪੀਣ ਦਾ ਕੀ ਹੋਊਗਾ, ਉਹ ਆਪ ਹੀ ਫਿਕਰ ਕਰੀ ਜਾਂਦੀਆਂ ਹੁੰਦੀਆਂ ਨੇ ਕਿ ਨਹੀਂ ਇਹ ਬਾਹਰੋਂ ਖਾ ਲੈਣਗੇ, ਇਹਨਾਂ ਦਾ ਇਹ ਹੋਏਗਾ। ਪਲੀਜ਼ ਥੋੜ੍ਹਾ ਜਿਹਾ ਉਹਨੂੰ ਸਪੇਸ ਦਿਓ। ਉਹਨਾਂ ਨੇ ਜਿਹੜਾ ਜਦ ਵਾਪਸ ਐਨਰਜਾਈਜ਼ ਹੋ ਕੇ ਆਉਣਾ ਐਂਡ ਦੇ ਵੁੱਡ ਐਪਰੀਸ਼ੀਏਟ ਯੂ ਈਵਨ ਮੋਰ। ਮੇਰੀ ਇੱਕ ਫਰੈਂਡ ਹੈ, ਉਹ ਮੈਨੂੰ ਕਹਿੰਦੀ ਹੁੰਦੀ ਹੈ, ਕਹਿੰਦੀ ਮੈਨੂੰ ਆਪਣੇ ਹਸਬੈਂਡ 'ਤੇ ਜਦੋਂ ਮੈਂ ਆਪਣਾ ਗਾਰਬੇਜ ਦੀ, ਕਹਿੰਦੀ ਸਾਡੇ ਇੱਦਾਂ ਕੁਝ ਕੰਮ ਜੇ ਵੰਡੇ ਹੋਏ ਨੇ ਘਰ 'ਚ ਕਿ ਗਾਰਬੇਜ ਮੈਂ ਰੱਖਣਾ ਬਾਹਰ, ਕਹਿੰਦੀ ਜਿਸ ਦਿਨ ਮੇਰਾ ਹਸਬੈਂਡ ਮੈਨੂੰ ਕਹਿ ਦਿੰਦਾ ਨਾ ਚੱਲ ਕੋਈ ਨਹੀਂ ਮੈਂ ਰੱਖਿਆ ਹੋਣਾ, ਮੈਨੂੰ ਉਹ 'ਤੇ ਇੰਨਾ ਪਿਆਰ ਆਉਂਦਾ ਹੈ। ਦੇਖੋ ਹੈ ਨਾ, ਆਪਣਾ ਔਰਤ ਇੰਨੀ ਕੋਮਲ ਭਾਵੀ ਹੈ। ਖੈਰ ਆਪਾਂ ਸਾਰੇ ਹਿਊਮਨ ਬੀਇੰਗ ਕੋਮਲ ਭਾਵੀ ਹਾਂ, ਅਤੇ ਪਰ ਔਰਤ ਜਿਹੜੀ ਹੈਗੀ ਉਹ ਇੰਨੀ ਨੇ ਚੀਜ਼ਾਂ ਨੂੰ ਜਿਹੜਾ ਹੈਗਾ ਉਹਦੇ 'ਤੇ ਕਿੱਦਾਂ ਅਸਰ ਕਰਦੀਆਂ ਨੇ ਦੇਖੋ, ਹੈ ਨਾ। ਅਤੇ ਮੈਨੂੰ ਉਹਦੀ ਇਹ ਗੱਲ ਹਮੇਸ਼ਾ ਯਾਦ ਰਹੇਗੀ ਕਿ ਜਦੋਂ ਆਪਣਾ ਉਹ ਕਹਿੰਦਾ ਵੀ ਨਹੀਂ ਜ਼ਰੂਰੀ ਨਹੀਂ ਹੈਗਾ ਤੂੰ ਹੀ ਰੱਖਣਾ, ਮੈਂ ਜਾ ਕੇ ਰੱਖਿਆ ਹੋਣਾ। ਅਤੇ ਉਹ ਤੋਂ ਬਾਅਦ ਜੇ ਆਪਾਂ ਥੋੜ੍ਹੀ ਜਿਹੀ ਉਹਨਾਂ ਨੂੰ ਹੋਰ ਸਪੇਸ ਦਿੰਦੇ ਹਾਂ, ਆਪਾਂ ਸਪੇਸ ਦੇਣੀ ਵੀ ਨਹੀਂ ਹੁੰਦੀ ਕਿਸੇ ਨੇ, ਸਪੇਸ ਕਈ ਵਾਰ ਆਪਾਂ ਨੂੰ ਆਪ ਵੀ ਲੈਣੀ ਹੁੰਦੀ ਆਪਾਂ ਨੇ, ਪਰ ਜਸਟ ਬੀਇੰਗ ਕੋਆਪਰੇਟਿਵ, ਬੀਇੰਗ ਹੈਪੀ ਅਬਾਊਟ ਇਟ, ਦੈਟ ਓਕੇ ਸ਼ੀ ਇਜ਼ ਡੂਇੰਗ ਸਮਥਿੰਗ ਫॉर ਹਰਸੈਲਫ। ਇੰਨੀ ਸੋਹਣੀ ਸ਼ਖਸੀਅਤ
ਮੈਂ ਸਮੱਗਰੀ ਦੀ ਗੱਲ ਕੀਤੀ ਸੀ ਬਿਲਕੁਲ ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਗੁਰਬਖਸ਼ ਸਿੰਘ ਪ੍ਰੀਤਲੜੀ ਉਹਨਾਂ ਦੀਆਂ ਲਾਈਨਾਂ ਦੇ ਨਾਲ। ਅੱਜ ਦਾ ਪ੍ਰੋਗਰਾਮ ਮੈਂ ਖ਼ਤਮ ਵੀ ਉੱਥੇ ਹੀ ਕਰਨਾ ਚਾਹੁੰਦੀ ਹਾਂ। ਉਮੀਦ ਕਰਦੀ ਹਾਂ ਕਿ ਸਾਡੇ ਸੁਣਨ ਵਾਲਿਆਂ ਨੇ ਇਹ ਗੱਲ ਮਹਿਸੂਸ ਕੀਤੀ ਹੋਏਗੀ ਕਿ ਜਿਹੜੀ ਸ਼ਖਸੀਅਤ ਦੀ ਸੋਹਣੀ ਸਮੱਗਰੀ ਸਭ ਕੁਝ ਗੁਰਮੀਤ ਪਨਾਗ ਦੇ ਵਿੱਚ ਹੈ। ਜੇ ਜਾਂਦੇ ਜਾਂਦੇ ਇਸ ਸਮੱਗਰੀ ਦਾ ਸੋਰਸ ਦੱਸ ਜਾਓ। Life is the greatest teacher. We learn, as we live we learn. And secondly, I would strongly recommend to read good literature. ਪੜ੍ਹਨ ਦੇ ਨਾਲ ਜੇ ਆਪਾਂ ਆਪਣੀ ਸਾਂਝ ਪਾ ਲਈਏ ਬਹੁਤ ਕੁਛ ਹੈ, ਕਿਉਂਕਿ ਇਹ ਲਾਈਫ ਦੇ ਵਿੱਚ ਆਪਾਂ ਜਿਹੜੀ ਹੈਗੀ ਆਪਣੀ ਤਾਂ ਇੱਕ ਲਾਈਫ ਹੈ ਨਾ, ਉਹ ਕਿੰਨੀਆਂ ਲੋਕਾਂ ਦੀਆਂ ਜਿਹੜੀਆਂ ਜ਼ਿੰਦਗੀਆਂ ਨੇ ਉਹ ਸ਼ੈਲਫਾਂ 'ਤੇ ਪਈਆਂ ਨੇ, ਉਹਨਾਂ ਨੇ ਉਹ ਲਾਈਫ ਜੀ ਹੈ। ਅਤੇ ਆਪਾਂ ਤਾਂ ਆਪਣੀ ਜੇ ਜੀਣੀ ਹੋਵੇ ਇੱਕੋ ਹੀ ਲਾਈਫ ਜੀ ਸਕਦੇ ਹਾਂ, ਪਰ ਕਿਤਾਬਾਂ ਦੇ ਜ਼ਰੀਏ ਅਸੀਂ ਬਹੁਤ ਜ਼ਿੰਦਗੀਆਂ ਜੀ ਜਾਂਦੇ ਹਾਂ। Please be a reader. Read, I would say. ਪ੍ਰੋਗਰਾਮ ਦਾ ਸਮਾਂ ਖਤਮ ਹੋ ਚੁੱਕਾ, ਪਰ ਮੇਰੇ ਕੋਲ ਇੱਕ ਕਾਲਰ ਨੇ ਬਹੁਤ ਬਰੀਫ ਜੇ ਗੱਲ ਕਰਨਾ ਚਾਹਣ ਤਾਂ ਕਰ ਸਕਦੇ ਆ। ਪ੍ਰਥਮ ਜੀ। ਮੈਮ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਪ੍ਰਥਮ ਜੀ। ਸਤਿ ਸ਼੍ਰੀ ਅਕਾਲ। ਜੋ ਅਦਰ ਸਿਸਟਰ ਜੋ ਮੈਨੂੰ ਸੌਰੀ ਮੈਂ ਹੁਣੇ ਸ਼ੁਰੂ ਕੀਤਾ ਸੀਗਾ ਰੇਡੀਓ। ਮੈਮ ਬਿਲਕੁਲ ਤੁਸੀਂ ਸਹੀ ਕਿਹਾ, ਯਾਨੀ ਕਿ ਜੋ ਖੁਸ਼ੀ ਵਾਈਫ ਨੂੰ ਮਿਲਦੀ ਹੈ ਨਾ, ਯਾਨੀ ਕਿ ਮੈਂ ਉਹ ਫੇਸ ਮੈਮ ਕੋਈ ਹਸਬੈਂਡ ਭੁੱਲ ਨਹੀਂ ਸਕਦਾ। ਜਦੋਂ ਬੰਦਾ ਕਹਿੰਦਾ ਨਾ ਕਿ ਚੱਲ ਤੂੰ ਆਰਾਮ ਕਰ, ਮੈਂ ਤੇਰੇ ਕੰਮ ਕਰ ਦਿੰਦਾ ਜੀ, ਉਹ ਰਿਐਲਿਟੀ ਹੈ। ਜੋ ਮੇਰੇ ਸਿਸਟਰ ਨੇ ਹੁਣੇ ਕਿਹਾ ਕਿ ਇੰਨਾ ਉਹ ਦਿਲੋਂ ਉਹਨਾਂ ਨੂੰ ਮਿਲਦਾ ਨਾ ਰਿਲੀਫ, ਮੈਂ ਦੱਸ ਨਹੀਂ ਸਕਦਾ। ਤੇ ਬਾਕੀ ਜੋ ਸਿਸਟਰ ਕਰ ਰਹੇ ਆ, ਇਹ ਸ਼ੀ ਇਜ਼ ਲਾਈਕ ਰੋਲ ਮਾਡਲ। ਜਿਹੜੇ ਨਾ ਫੈਮਿਲੀ 'ਚ ਕਈ ਫੈਮਿਲੀ ਹੁੰਦੀ ਜਿਹੜੀਆਂ ਦੱਬ ਕੇ ਰੱਖਦੀਆਂ ਕੁੜੀਆਂ ਨੂੰ, ਕਿ ਉਹ ਕੰਮ ਮਾੜਾ ਹੈ। ਇਹ ਉਹਨਾਂ ਲਈ ਹੈਗੇ ਆ ਰੋਲ ਮਾਡਲ, ਕਿ ਅਸੀਂ ਕੀ ਕੁੜੀਆਂ ਕੀ ਕੁਛ ਕਰ ਸਕਦੀਆਂ। ਪ੍ਰਥਮ ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਕਾਲ ਕਰਨ ਦੇ ਲਈ। ਥੈਂਕ ਯੂ ਸੋ ਮਚ। ਸਮਾਂ ਹੋਰ ਇਜਾਜ਼ਤ ਨਹੀਂ ਦੇ ਰਿਹਾ। ਗੁਰਮੀਤ ਜੀ ਬਹੁਤ ਬਹੁਤ ਸ਼ੁਕਰੀਆ, ਬਹੁਤ ਵਧੀਆ ਲੱਗਾ ਤੁਹਾਡੇ ਨਾਲ ਗੱਲਾਂ ਕਰਕੇ। ਥੈਂਕ ਯੂ ਸੋ ਮਚ। ਥੈਂਕ ਯੂ ਨਵਜੋਤ ਜੀ, ਥੈਂਕ ਯੂ ਵੈਰੀ ਮਚ।